कुछ ऐसे ही जज्बात ने साडे किसान वीरां दे जो दिल्ली की सरहद ते आके बैठे हुए ने, अपने परिवारों तो दूर, अपने कारोबार छड्ड के ते मोर्चों ते डटे हुए ने। सो ये किसान वीर सवेर की तैयारी दे विच ने। कुछ इन्हां तो जानकारी हासिल करते हैं। देखो तैयारियां हो रही ने इस वक्त लंगर प्रशादे दियां। वाहिगुरू जी का खालसा, वाहिगुरू जी की फतेह पाए साडे जी। किहड़ा नगर है अपना जी? पटियाला जिला जी। पटियाला जिला। ते किन्ने दिन हो गए जी इत्थे आया नूं? ਅਸੀਂ ਕੱਲੇ ਆਏ ਜੀ। अच्छा जी, हाँ जी। ठीक है। ते ये ट्राली जिहड़ी है किहड़े नगर तो आई है? ਇਹ ਦੁੱਧੜ ਪਿੰਡ ਤੇ ਹੈ ਜੀ। अच्छा जी। हाँ जी। ਤੇ ਹਵਾ ਬੜੀ ਸੀਤ ਲਹਿਰ ਬੜੀ ਜ਼ੋਰਾਂ ਤੇ ਸ਼ੁਰੂ ਹੋ ਗਈ ਹੈ। ਕੀ ਸਮਝਦੇ ਤੁਹਾਡਾ ਇੱਥੇ ਬਾਹਰ ਰੜੇ ਤੇ ਪਿਆਂ ਦਾ ਮੁਸ਼ਕਲ ਲੱਗਦਾ? ਨਾ ਜੀ ਕੋਈ ਸਾਨੂੰ ਮੁਸ਼ਕਲ ਨਹੀਂ ਲੱਗਦਾ ਹੈਗਾ। ਹਾਂਜੀ। ਬੜੇ ਪਿਆਰ ਨਾਲ ਕੰਮ ਕਰਦੇ ਆ ਆਪਣਾ। ਪਿਆਰ ਨਾਲ ਸਬਜ਼ੀਆਂ ਭਾਜੀਆਂ ਬਣਾ ਰਹੇ ਆ। ਸਾਡੇ ਕੋਲ ਰਜਾਈਆਂ ਗਦੈਲੇ ਸਭ ਕੁਝ ਹੈਗਾ। ਅੱਛਾ ਜੀ। ਆਰਾਮ ਨਾਲ ਟੌਰ ਨਾਲ ਪੈਂਦੇ ਆ ਆਪਣਾ ਜੀ। ਪ੍ਰਸ਼ਾਦਾ ਪਾਣੀ ਬਣਾ ਕੇ ਛੱਕ ਕੇ ਆਪਣਾ। ਹਾਂਜੀ। ਤੇ ਸਰਕਾਰ ਦਾ ਰਵੱਈਆ ਜਿਹੜਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਸਰਕਾਰ ਦਾ ਰਵੱਈਆ ਜਿਵੇਂ ਆਪਾਂ ਨੂੰ ਪਤਾ ਸਾਰੇ ਦੇਖ ਹੀ ਰਹੇ ਆ ਤਾਂ ਮਾੜੀਆਂ ਨੀਤੀਆਂ ਨੇ ਤਾਂ। ਹਾਂਜੀ। ਸੋ ਇਹ ਨੀਤਾਂ ਜਿਹੜੀਆਂ ਨੇ ਉਹ ਆਪਾਂ ਦੇਖ ਸਕਦੇ ਆ ਕਿ ਹੁਣ ਜ਼ਿਮੀਦਾਰ ਵੀ ਡਟਿਆ ਤੇ ਸਰਕਾਰ ਜਿਹੜੀ ਉਹ ਆਪਣੀ ਅੜੀ ਤੇ ਆ ਤੇ ਜ਼ਿਮੀਦਾਰ ਆਪਣੀ ਜਿੱਤੇ ਆ। ਪਰ ਇਹ ਲੋਕਤੰਤਰ ਹੈ, ਇੱਥੇ ਲੋਕਾਂ ਦਾ ਰਾਜ ਆ, ਡੈਮੋਕ੍ਰੇਸੀ, ਬਾਏ ਦਾ ਪੀਪਲ ਫॉर ਦਾ ਪੀਪਲ। ਸੋ ਆਪਾਂ ਜਾਣਦੇ ਆ ਪਰ ਇਸ ਵਕਤ ਜਿਹੜੇ ਹਾਲਾਤ ਨੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਸੋ ਦੇਖੋ ਸਬਜ਼ੀਆਂ ਭਾਜੀਆਂ ਤਿਆਰ ਹੋ ਰਹੀਆਂ ਨੇ, ਇਧਰ ਤੜਕਾ ਤਿਆਰ ਹੋ ਰਿਹਾ। ਸੋ ਇਹ ਰਾਤ ਇਹ ਜਿਹੜੀ ਤਰਪਾਲ ਦੀ ਪੱਲੀ ਹੈ ਹੇਠਾਂ ਕਰ ਲਈ ਜਾਂਦੀ ਹੈ ਤੇ ਇੱਥੇ ਜਿਹੜਾ ਹੈ ਸੋ ਇਹ ਆਪਾਂ ਐਵੇਂ ਸਮਝ ਲਈਏ ਕਿ ਆਰਜੀ ਘਰ ਜਿਹੜੇ ਨੇ ਉਹ ਬਣੇ ਹੋਏ ਨੇ ਇੱਥੇ। ਹਾਂਜੀ। ਸਾਡਾ ਘਰ ਲੈਂਟਰ ਤੇ ਹੀ ਮੰਨੋ ਤੁਸੀਂ, ਬਸ ਸਾਡਾ ਲੈਂਟਰ ਹੀ ਆ ਪੱਕਾ ਇਹ। ਅੱਛਾ ਜੀ। ਹਾਂਜੀ। ਸੋ ਇਹ ਵੀਰ ਕਹਿ ਰਹੇ ਨੇ ਕਿ ਸਾਡਾ ਘਰ ਜਿਹੜਾ ਲੈਂਟਰ ਵਾਲਾ ਘਰ ਹੀ ਸਮਝ ਲਓ ਤੁਸੀਂ। ਇਹ ਤਰਪਾਲਾਂ ਦੇ ਹੇਠਾਂ ਵੀ, ਕਿਉਂਕਿ ਇੱਕ ਗੱਲ ਤਾਂ ਆਪਾਂ ਸਾਰੇ ਜਾਣਦੇ ਆ ਕਿ ਜ਼ਿਮੀਂਦਾਰ ਕਿਸਾਨ ਜਿਹੜੇ ਨੇ ਉਹ ਹਰ ਔਖੇ ਤੋਂ ਔਖੀ ਘਾਟੀ ਦੇ ਵਿੱਚੋਂ ਦੀ ਲੰਘਦੇ ਨੇ ਤੇ ਉਹ ਕਈਆਂ ਝਾਕਣੀਆਂ ਤੇ ਖਾਸ ਤੌਰ ਤੇ ਪੋਹ ਦੇ ਮਹੀਨੇ ਦੇ ਵਿੱਚ ਤਾਂ ਸਾਨੂੰ ਠੰਡ ਵੀ ਨਹੀਂ ਲੱਗਦੀ। ਉਹ ਠੰਡ ਕਿਉਂ ਨਹੀਂ ਲੱਗਦੀ ਇਹ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਬਾਬਿਆਂ ਨੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਇਸ ਠੰਡ ਦੇ ਉੱਤੇ ਵੀ ਫਤਿਹ ਪਾ ਕੇ ਸਾਨੂੰ ਦਰਸਾਇਆ। ਸਾਡੇ ਬਜ਼ੁਰਗ ਮਾਤਾ ਗੁਜਰੀ ਜੀ, ਉਹਨਾਂ ਨੇ ਸਾਨੂੰ ਉਹ ਨਿੱਘ ਦਿੱਤਾ ਹੋਇਆ ਠੰਡੇ ਬੁਰਜ ਦੇ ਵਿੱਚ। ਸੋ ਇੱਥੇ ਭਾਈ ਮੋਤੀ ਮੇਰੇ ਵਰਗੇ ਬੇਅੰਤ ਸੇਵਾਦਾਰ ਜਿਹੜੇ ਨੇ ਉਹ ਦੁੱਧ ਦੀ ਸੇਵਾ ਕਰਦੇ ਪਏ, ਲੰਗਰ ਦੀ। ਅਸੀਂ ਹੁਣ ਇੱਥੇ ਜਦੋਂ ਪਹੁੰਚੇ ਤੇ ਵੀਰ ਸਾਨੂੰ ਕਹਿੰਦੇ ਵੀ ਚਾਹ ਛਕੋ ਪਹਿਲਾਂ। ਸੋ ਇਹ ਆਪਾਂ ਦੇਖ ਸਕਦੇ ਹਾਂ ਕਿ ਇਹ ਜਿਹੜਾ ਪਿਆਰ ਹੈ ਨੇ, ਜਿਹੜਾ ਇਹ ਸਾਡਾ ਦਿੱਲੀ ਬਾਰਡਰ ਦੇ ਉੱਤੇ ਵੀ ਆਪਣੇ ਚਾਰ ਚੰਦ ਲਾ ਰਿਹਾ। ਸੋ ਇਵੇਂ ਦੀਆਂ ਟਰਾਲੀਆਂ ਮੈਂ ਸਮਝਦਾ ਸੈਂਕੜੇ ਨਹੀਂ ਹਜ਼ਾਰਾਂ ਟਰਾਲੀਆਂ ਜਿਹੜੀਆਂ ਨੇ ਇੱਥੇ ਜੁਟੀਆਂ ਹੋਈਆਂ ਨੇ, ਕਿਸਾਨ ਜੁਟੇ ਹੋਏ ਨੇ। ਤੇ ਇਹ ਸੰਘਰਸ਼ ਬਲਕਿ ਆਪਾਂ ਇਹ ਕਹਿ ਦਈਏ ਜਿਹਨੂੰ ਸੱਤਿਆਗ੍ਰਹਿ ਵੀ ਕਿਹਾ ਜਾਂਦਾ ਹੈ। ਸਾਡੇ ਪੁਰਾਣੇ ਜਿਹੜੀ ਅਸੀਂ ਗੋਰਿਆਂ ਤੋਂ ਆਜ਼ਾਦੀ ਲਈ ਸੀ ਉਦੋਂ ਇਹਨੂੰ ਸੱਤਿਆਗ੍ਰਹਿ ਕਿਹਾ ਜਾਂਦਾ ਸੀ ਤੇ ਹੁਣ ਕਾਲੀ ਸੋਚ ਵਾਲਿਆਂ ਤੋਂ ਆਜ਼ਾਦੀ ਲੈਣ ਦੀ ਗੱਲ ਜਿਹੜੀ ਕਿਸਾਨ ਸੋਚਦੇ ਪਏ ਨੇ, ਕਰਦੇ ਪਏ ਨੇ। ਇੱਧਰ ਵੀ ਆਪਾਂ ਪਿੱਛੇ ਝਾਤੀ ਮਾਰੀਏ ਤੇ ਸਾਡੇ ਕਿਸਾਨ ਵੀਰ ਵੇਖੋ ਇਹ ਲੈਂਟਰ ਵਾਲੇ ਘਰਾਂ ਦੇ ਵਿੱਚ, ਜਿਵੇਂ ਹੁਣੇ ਵੀਰ ਜੀ ਹੋਰਾਂ ਨੇ ਸਾਡੇ ਨਾਲ ਗੱਲ ਕੀਤੀ ਹੈ। ਸੋ ਇਹ ਘਰ ਜਿਹੜੇ ਨੇ ਬਣੇ ਹੋਏ ਨੇ। ਸੋ ਇੱਥੇ ਹੀ ਤਿਆਰੀ, ਇੱਥੇ ਸਾਰਾ ਬਜ਼ੁਰਗ ਸਾਰੇ ਸਾਡੇ ਚੱਲੇ ਨੇ। ਸੋ ਕੁਝ ਗੱਲਬਾਤ ਆਪਾਂ ਇਹਨਾਂ ਨਾਲ ਕਰਦੇ ਹਾਂ ਕਿਉਂਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਸੋ ਇੱਥੇ ਸਾਡੇ ਸੋ ਜ਼ਮੀਨਾਂ ਖੋਣ ਵਾਲੀ ਸਰਕਾਰ ਨੂੰ ਜਿਹੜੀ ਹੈ ਇੱਥੇ ਗੀਤ ਵੀ ਉਹੀ ਲੱਗੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਹੜਾ ਨਗਰ ਹੈ ਬਾਬਾ ਜੀ ਆਪਣਾ? ਲਸੋਈ ਆ ਜੀ।
ਅੱਛਾ, ਕਿਹੜਾ ਜ਼ਿਲ੍ਹਾ ਜੀ? ਸੰਗਰੂਰ ਜ਼ਿਲ੍ਹਾ ਜੀ। ਸੰਗਰੂਰ ਜ਼ਿਲ੍ਹਾ। ਠੀਕ ਆ। ਤੇ ਕਦੋਂ ਤੋਂ ਇੱਥੇ ਮੋਰਚੇ ਤੇ ਆਏ ਜੀ ਆਪ? ਅਸੀਂ 28 ਤਰੀਕ ਦੇ ਹਾਂ ਜੀ। ਅੱਛਾ, 28 ਤਰੀਕ ਦੇ। ਇਹ ਜੋ ਇੱਥੇ ਦਾ ਜਿਹੜਾ ਸਾਰਾ ਤੁਸੀਂ ਵੇਖੋ, ਇਹਨਾਂ ਤਰਪਾਲਾਂ ਦੇ ਹੇਠਾਂ ਰਾਤ ਠੰਡ ਵੀ ਵਾਧੂ ਹੋ ਜਾਂਦੀ ਆ। ਠੰਡ ਬਹੁਤ ਜ਼ਿਆਦਾ ਹਾਂਜੀ ਹਾਂਜੀ, ਤਰਪਾਲਾਂ ਵੀ ਚੋਣ ਲੱਗ ਜਾਂਦੀਆਂ ਨੇ ਰਾਤ। ਅੱਛਾ ਜੀ। ਪਾਣੀ ਹੁੰਦਾ ਜੀ ਬਾਹਰ। ਸੋ ਤਰਪਾਲਾਂ ਵੀ ਵੀਰ ਜੀ ਦੱਸ ਰਹੇ ਆ ਵੀ ਚੋਣ ਲੱਗ ਪੈਂਦੀਆਂ ਤੇ ਤਰੇਲ ਦੇ ਨਾਲ ਹੀ ਮੇਰੇ ਖਿਆਲ। ਹਾਂਜੀ, ਪਾਣੀ ਵੜ ਜਾਂਦਾ ਜੀ ਅੰਦਰ। ਸੋ ਔਖੀ ਘਾਟੀ ਆ, ਪਰ ਮੈਂ ਸਮਝਦਾ ਕਿ ਔਖੀਆਂ ਘਾਟੀਆਂ ਇਹ ਜ਼ਿਮੀਂਦਾਰ ਜਿਹੜੇ ਨੇ ਸ਼ੁਰੂ ਤੋਂ ਹੀ ਔਖੀਆਂ ਘਾਟੀਆਂ ਨਾਲ ਜੂਝਦੇ ਆਏ ਨੇ। ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮਾਹੌਲ ਦੇ ਬਾਰੇ ਜੀ ਤੁਸੀਂ? ਅੱਜ ਦੇ ਮਾਹੌਲ ਦੇ ਬਾਰੇ ਤਾਂ ਇਹੀ ਕਹਿਣਾ ਚਾਹੁੰਦੇ ਜੀ, ਗਰਮੀ ਠੰਡ ਬਹੁਤ ਆ। ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ ਕਿਸਾਨਾਂ ਬਾਰੇ, ਬਿੱਲ ਆਪਦੇ ਵਾਪਸ ਲੈਣੇ ਚਾਹੀਦੇ ਨੇ ਜੀ, ਤਾਂ ਕਿ ਸੰਗਤ ਆਪਦੇ ਘਰਾਂ ਨੂੰ ਜਾ ਸਕੇ। ਸੋ ਬਿਲਕੁਲ ਇਹ ਜਿਹੜਾ ਮੋਰਚਿਆਂ ਤੇ ਡਟੇ ਹੋਏ ਨੇ ਵੀਰ, ਇੱਥੇ ਹੀ ਸਾਰਾ ਕੁਝ ਮੈਂ ਸਮਝਦਾ ਇਹ ਘਰ ਹੀ ਬਣ ਗਏ ਨੇ, ਆਰਜੀ ਘਰ। ਹਾਂਜੀ, ਤੇ ਵੇਖੋ ਇਸ ਢੰਗ ਦੇ ਨਾਲ ਟਰਾਲੀਆਂ ਤੇ ਆਪਾਂ ਪੋਹ ਦੇ ਮਹੀਨੇ ਚ ਜੋੜ ਮੇਲਿਆਂ ਤੇ ਆਉਂਦੇ ਸੀ। ਜੋ ਸਭਾ ਜਿਹੜੀ ਸਾਡੀ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਜੋ ਆਪਾਂ ਇਕੱਤਰ ਹੁੰਦੇ ਸੀ, ਪਰ ਇਹ ਹੁਣ ਇੱਕ ਵੱਖਰੀ ਜਿਹਨੂੰ ਕਹਿ ਦਈਏ ਕਿ ਪੰਜਾਬੀ ਕਹਿੰਦੇ ਹੁੰਦੇ ਨਾ, ਸਾਨੂੰ ਭਾਜੀ ਪਾਤੀ। ਮੋਦੀ ਨੇ ਭਾਜੀ ਪਾਈ ਹੈ ਤੇ ਉਹ ਮੋੜਨ ਆਏ ਨੇ। ਹਾਂਜੀ, ਸੋ ਇਹ ਹਾਲਾਤ ਨੇ। ਤੇ ਇੱਥੋਂ ਦਾ ਸਾਰਾ ਗਰਾਊਂਡ ਲੈਵਲ ਦੇ ਉੱਤੇ ਕਿਵੇਂ ਦੀ ਜ਼ਿੰਦਗੀ ਆ ਤੇ ਕੀ ਸੰਘਰਸ਼ ਤੇ ਕੀ ਜਜ਼ਬਾ, ਇਹ ਸਾਰਾ ਅਸੀਂ ਆਪ ਜੀਆਂ ਦੇ ਨਾਲ ਸਾਂਝਾ ਕਰਦੇ ਹਾਂ ਜੀ। ਸੋ ਇਸ ਗੱਲ ਨੂੰ ਜੇਕਰ ਹੋਰ ਸਮਝਣਾ ਹੋਏ ਤੇ ਫਿਰ ਸਾਡੇ ਵਾਸਤੇ ਜਿਹੜਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਨਾ ਕਿ ਰਹਿੰਦੇ ਕਿੱਥੇ ਨੇ ਘੋੜਿਆਂ ਦੀਆਂ ਕਾਠੀਆਂ ਤੇ, ਸੋ ਇਹ ਘੋੜਿਆਂ ਦੀਆਂ ਕਾਠੀਆਂ ਵਾਲਾ ਹੀ ਹਿਸਾਬ ਹੈ। ਉਦੋਂ ਜੰਗਲਾਂ ਦੇ ਵਿੱਚ ਸੀ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ। ਹੁਣ ਅੱਜ ਰੜਿਆਂ ਮੈਦਾਨਾਂ ਦੇ ਵਿੱਚ, ਤੇ ਇੱਥੇ ਹੁਣ ਇਹ ਵੀ ਘੋੜੀਆਂ ਦੀ ਕਾਠੀਆਂ ਵਾਲਾ ਹਿਸਾਬ ਆ ਵੀ ਜਿੱਥੇ ਗੁਰਦਾਰ ਰਜਾਈਆਂ ਨੇ ਜੀ। ਹਾਂਜੀ, ਸਾਡੇ ਬੱਚਿਆਂ ਨੇ, ਸਾਡੀ ਮਾਤਾ ਨੇ ਠੰਡੇ ਬੁਰਜੇ ਚ ਮੇਰਾ ਤੰਗ ਵਾਹ ਜੀ, ਉਹ ਸੋਚੋ ਜੀ। ਬਿਲਕੁਲ ਸਾਡੇ ਕੋਲ ਤਾਂ ਰਜਾਈ ਹੈ ਜੀ। ਆ ਮੈਂ ਲਾਗੇ ਹੁੰਨਾ ਵੀਰ ਦੇ। ਹਾਂਜੀ ਜੀ ਜੀ। ਤੇ ਸੋ ਇਹ ਵੀਰ ਨੇ ਗੱਲ ਕੁਝ ਏਦਾਂ ਦੀ ਕੀਤੀ ਵੀ ਮੈਨੂੰ ਉੱਠ ਕੇ ਇਹਨਾਂ ਦੇ ਲਾਗੇ ਆਉਣਾ ਪਿਆ। ਕੀ ਵੀਰ ਜੀ ਤੁਸੀਂ ਕਹਿ ਰਹੇ ਸੀ? ਅਸੀਂ ਕਹਿੰਦੇ ਜੀ ਵੀ ਸਾਡੀ ਮਾਤਾ ਗੁਜਰੀ ਜੀ, ਸਾਡੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਉਹਨਾਂ ਨੇ ਨਦੀਆਂ ਪਾਰ ਕੀਤੀਆਂ, ਅਸੀਂ ਤਾਂ ਉਹਦੇ ਟਰਾਲੀਆਂ 'ਚ ਬੈਠੇ ਆਰਾਮ ਨਾਲ ਰਜਾਈ ਲੈ ਕੇ। ਦੇਖੋ ਸਾਨੂੰ ਕੋਈ ਐਡੀ ਮੁਸ਼ਕਲ ਨਹੀਂ ਹੈਗੀ। ਸਾਡੇ ਜਿਹੜੇ ਗੁਰੂ ਸੀ, ਸਾਡੇ ਬੱਚੇ ਜਿਨ੍ਹਾਂ ਨੇ ਠੰਡੇ ਬੁਰਜ ਮਾਤਾ ਨੇ ਜਿਵੇਂ ਰਾਤਾਂ ਕੱਟੀਆਂ ਨੇ ਜੀ, ਹਾਂ ਸਾਹਿਬਜ਼ਾਦੇ ਨੇ ਬੱਚੇ, ਉਹ ਤਾਂ ਜੀ ਹੁਣ ਦੇਖੋ ਤੁਲਨਾ ਨਹੀਂ ਕਰ ਸਕਦੇ ਉਹਨਾਂ ਦੀ, ਪਰ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਕੇ ਸਾਨੂੰ ਕੁਝ ਸਿਖਾਲਾ ਮਹਿਸੂਸ ਹੁੰਦਾ ਵੀ ਇਸ ਤਾਂ ਜੀ ਬਹੁਤ ਸਿਖਾਲਿਆ ਉਹਨਾਂ ਨੇ ਬਹੁਤ। ਸੋ ਅਸੀਂ ਸੌਖੇ ਬੈਠੇ ਆ ਰਜਾਈਆਂ 'ਚ। ਸੋ ਵੀਰ ਦੀ ਜਿਹੜੀ ਗੱਲ ਹੈ ਕਿ ਅਸੀਂ ਤਾਂ ਰਜਾਈਆਂ 'ਚ ਬੈਠੇ ਆ, ਉਹ ਤਾਂ ਠੰਡੇ ਬੁਰਜ 'ਚ ਸੀਗੇ। ਇੱਥੇ ਤਾਂ ਫਿਰ ਵੀ ਆਪਾਂ ਤਰਪਾਲ ਨੀਵੀਂ ਕਰ ਲੈਂਦੇ, ਹਵਾਵਾਂ ਡੱਕੀਆਂ ਜਾਂਦੀਆਂ। ਜਿਹੜਾ ਠੰਡਾ ਬੁਰਜ ਸੀਗਾ ਉਹ ਤਾਂ ਹੈ ਹੀ ਇਸੇ ਵਾਸਤੇ, ਗਰਮੀਆਂ ਦੇ ਵਿੱਚ ਉੱਥੇ ਜਿਹੜਾ ਵੀ ਠੰਡੀਆਂ ਹਵਾਵਾਂ ਹੋਣ ਤੇ ਪੋਹ ਦੀਆਂ ਹਵਾਵਾਂ ਆਪਾਂ ਨੂੰ ਪਤਾ ਹੱਡ ਚੀਰਵੀਆਂ ਹੁੰਦੀਆਂ ਨੇ। ਇੱਥੇ ਆਪਾਂ ਸਾਰੇ ਮਹਿਸੂਸ ਕਰ ਰਹੇ ਹਾਂ। ਅਸੀਂ ਵੀ ਰਾਤ ਇੱਥੇ ਆ ਕੇ ਜਦੋਂ ਤੁਹਾਡੇ ਨਾਲ ਪਹਿਲਾਂ ਸਾਂਝ ਕੀਤੀ ਸੀ, ਪੂਰੀ ਹੱਡ ਚੀਰਵੀਂ ਠੰਡ ਹੈ। ਇਸ ਵੇਲੇ ਵੀ ਜਿਹੜੀ ਹਵਾ ਚੱਲਦੀ ਪਈ ਹੈ, ਬਰਫੀਲੀ ਹਵਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਪਰ ਸਾਡੇ ਕਿਸਾਨ ਵੀਰਾਂ ਦੇ ਹੌਸਲੇ ਬੁਲੰਦ ਨੇ, ਕਿਉਂਕਿ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ। ਸਾਡਾ ਜਿਹੜਾ ਦੇਸ਼ ਆ ਜੀ, ਸਾਡਾ ਜਿਹੜਾ ਦੇਸ਼ ਆ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਇਹਨਾਂ ਨੂੰ ਸੋਚਣੀ ਚਾਹੀਦੀ ਹੈ ਗੱਲ। ਫਿਰ ਅਸੀਂ ਜੇ ਗੱਲ ਕੋਈ ਹੋਰ ਕਰਦੇ ਹਾਂ, ਜੇ ਸਾਡੇ ਦੇ ਨੇ ਸਾਨੂੰ ਹੱਕ ਦੇਣੇ ਨਹੀਂ, ਫਿਰ ਇਹ ਕਹਿੰਦੇ ਤੁਸੀਂ ਦੇਸ਼ ਦੇ ਖਿਲਾਫ ਬੋਲਦੇ ਹੋ। ਸਾਡਾ ਤਾਂ ਦੇਸ਼ ਹੀ ਨਹੀਂ ਜੀ ਹੈਗਾ। ਫਿਰ ਅਸੀਂ ਅਲੱਗ ਮੰਗ ਕਰਦੇ ਹਾਂ, ਫਿਰ ਉਹ ਗੱਲ ਦੂਜੇ ਪਾਸੇ ਲੈ ਜਾਂਦੇ ਨੇ। ਜੇ ਸਾਡੇ ਹੱਕ ਨਹੀਂ ਦੇਣੇ, ਅਸੀਂ ਇਹ ਦੇਸ਼ 'ਚ ਰਹਿਣਾ ਚਾਹੁੰਦੇ ਹਾਂ, ਅਸੀਂ ਦੇਸ਼ ਨੂੰ ਮੰਨਦੇ ਹਾਂ ਜੀ, ਬਹੁਤ ਪਿਆਰ ਕਰਦੇ ਹਾਂ। ਸਾਡਾ ਵੀਰ ਜਿਹੜਾ ਫੌਜੀ ਸ਼ਹੀਦ ਹੋਇਆ ਚੀਨ ਦੇ ਬਾਰਡਰ ਤੇ, 12 ਫੌਜੀ ਲੈ ਕੇ ਸ਼ਹੀਦ ਹੋਇਆ ਸੀ ਉਹ ਆਪ, ਫਿਰ ਉਹ ਸ਼ਹੀਦ ਹੋਇਆ ਜੀ। ਜੇ ਅਸੀਂ ਹੱਕ ਮੰਗਦੇ ਹਾਂ, ਫਿਰ ਸਾਨੂੰ ਅੱਤਵਾਦੀ ਕਹਿੰਦੇ ਨੇ। ਅਸੀਂ ਕੋਈ ਨਜਾਇਜ਼ ਤਾਂ ਨਹੀਂ ਗੱਲ ਕਰਦੇ, ਇਸ ਤਾਂ ਇਹ ਗੱਲ ਕਹਿੰਦੇ ਵੀ ਸਾਡੇ ਖੇਤ ਸਾਡੇ ਰਹਿਣ ਜੀ। ਉਹ ਹੋਰ ਅਸੀਂ ਇਹਨਾਂ ਤੋਂ ਕੁਛ ਮੰਗਦੇ ਨਹੀਂ, ਸਾਡੇ ਖੇਤ ਹੀ ਮੰਗਦੇ ਆ ਜੀ। ਆਪਣੀ ਜੱਦੀ ਜਾਇਦਾਦ ਜਿਹੜੀ ਉਹਦੀ ਸਿਕਿਉਰਿਟੀ ਮੰਗਦੇ ਆ ਜੀ। ਇਹ ਸਾਡੇ ਉਹੀ ਖੋਣ ਨੂੰ ਫਿਰਦੇ ਨੇ, ਉਹ ਨਹੀਂ ਦਿੰਦੇ ਜੀ। ਮਰ ਜਾਗੇ, ਅੱਜ ਮਾਰ ਦੇਣ,
ਕੱਲ ਨੂੰ ਮਾਰ ਦੇਣ, ਇਹ ਡਰਾਉਂਦੇ ਨੇ ਫੌਜ ਲਾਵਾਂਗੇ। ਮੈਂ ਕਹਿੰਦਾ ਜੀ ਅੱਜ ਮਾਰਨਾ ਸਾਨੂੰ, ਇਹ ਡਰਦੇ ਨਹੀਂ, ਪਰ ਐਂ ਡਰਦੇ ਸੀ। 70 ਸਾਲਾਂ ਤੋਂ ਅਸੀਂ ਅਨਾਜ ਦੇ ਭੰਡਾਰ ਭਰ ਰਹੇ ਹਾਂ, 70 ਸਾਲਾਂ ਤੋਂ। ਦੇਖੋ ਸਾਰਾ ਮੁਲਕ ਖਾ ਰਿਹਾ, ਪਰ ਇਹ ਸਾਨੂੰ ਅੱਤਵਾਦੀ ਦੱਸ ਰਹੇ ਨੇ ਜੀ। ਸੋ ਅਸੀਂ ਅੱਤਵਾਦੀ ਹਾਂ ਜੀ, ਕਿਹੜਾ ਸਾਡੇ ਕੋਲ ਅਸਲਾ ਜੀ? ਸੋ ਇਹਨਾਂ ਨੂੰ ਸੋਚਣਾ ਚਾਹੀਦਾ, ਸੜਕਾਂ ਦੇ ਉੱਤੇ ਕਿਸਾਨ ਕਿਉਂ ਅੱਜ, ਉਹਨਾਂ ਦੇ ਹਾਲਾਤ ਇਹੋ ਜਿਹੇ ਕਿਉਂ ਹੋ ਗਏ, ਕਿਉਂ ਉਹਨਾਂ ਨੂੰ ਇੱਥੇ ਮਜਬੂਰ ਹੋ ਕੇ ਆਉਣਾ ਪਿਆ ਠੰਡੀਆਂ ਰਾਤਾਂ ਦੇ ਵਿੱਚ। ਦੇਖੋ ਕਿਤੇ ਨਾ ਕਿਤੇ ਸਰਕਾਰਾਂ ਦੀ ਡਿਊਟੀ ਬਣਦੀ ਆ ਵੀ ਉਹ ਆਪਦੀ ਜਿਹੜੇ ਵਸਿੰਦੇ ਨੇ, ਆਪਦੀ ਜਨਤਾ ਦੇਖਦੀ, ਉਹਦੀ ਸੁਣੇ ਆ ਕੇ। ਸਾਡੇ ਤੱਕ ਇੱਕ ਬੰਦਾ ਨਹੀਂ ਸੈਂਟਰ ਦਾ ਇੱਥੇ ਤੱਕ ਪਹੁੰਚ ਕੀਤੀ ਕਿਸੇ ਨੇ ਵੀ ਸੁਣੇ ਹਾਲ ਕੀ ਆ, ਦੁੱਖ ਕੀ ਨੇ। ਉਹ ਸਾਨੂੰ ਆਪਣੇ ਖੇਤਾਂ ਚੋਂ ਕੱਢਣਾ ਚਾਹੁੰਦੇ ਨੇ ਜੀ, ਭਵਾਨੀਆਂ ਅਡਾਨੀਆਂ ਨੂੰ ਉਹ ਕਬਜ਼ਾ ਕਰਾਉਣਾ ਚਾਹੁੰਦੇ ਨੇ। ਅਸਲ ਦੇ ਵਿੱਚ ਇਹ ਗੱਲ ਹੈ ਜੀ। ਥੈਂਕ ਯੂ। ਦੇਖੋ ਗੱਲ ਇਹ ਹੈ ਜੀ, ਆਪਾਂ ਇਹਨਾਂ ਤੋਂ ਕੁਝ ਮੰਗਦੇ ਨਹੀਂ। ਹਾਂਜੀ, ਆਪਾਂ ਇਹਨਾਂ ਤੋਂ ਕੁਝ ਮੰਗਦੇ ਨਹੀਂ, ਜੋ ਕੁਝ ਹੈ ਸਾਡਾ ਉਹ ਤਾਂ ਰਹਿਣ ਦਿਓ ਸਾਡੇ ਕੋਲ। ਆਪਾਂ ਕੁਝ ਨਹੀਂ ਮੰਗਦੇ, ਆਪਾਂ ਪਹਿਲਾਂ ਤਾਂ ਕੋਈ ਮੰਗਦੇ ਨਹੀਂ ਕੋਈ ਸਾਡੇ ਰੇਟ ਵਧਾਓ ਜਾਂ ਕੁਝ ਹੋਰ ਕਰੋ, ਪਰ ਜੋ ਸਾਡੇ ਕੋਲ ਹੈਗਾ ਆਪਾਂ ਤਾਂ ਇਹ ਕਹਿੰਦੇ ਆ ਵੀ ਉਹ ਤਾਂ ਰਹਿਣ ਦਿਓ। ਸਤ ਉਹ ਤਾਂ ਨਾ ਖੋਵੋ, ਘੱਟੋ ਘੱਟ ਜੋ ਸਾਡੇ ਕੋਲ ਹੈ ਬਸ ਸਿਰਫ ਉਹ ਰਹਿਣ ਦਿਓ। ਫਿਰ ਆਪਾਂ ਅੱਤਵਾਦੀ ਬਣ ਜਾਂਦੇ ਆ ਜੇ ਉਹ ਵੀ ਹੱਕ ਧੱਕੇ ਨਾਲ ਆਪਾਂ ਤੋਂ ਖੋਹਦੇ ਨੇ ਸਭ ਕੁਝ। ਹੁਣ ਤੱਕ ਚੁੱਪ ਬੈਠਾ ਸੀ ਕਿਸਾਨ, ਕਿੰਨੇ ਸਾਲਾਂ ਦਾ ਚੁੱਪ ਬੈਠਾ ਸੀ? 70 ਸਾਲ ਤੋਂ ਚੁੱਪੇ ਬੈਠਾ ਜੀ ਕਿਸਾਨ। ਹਾਂਜੀ ਹਾਂ। ਸੋ ਵੇਖਿਆ ਜਾਏ ਤੇ ਸੰਗਰੂਰ ਜ਼ਿਲ੍ਹੇ ਤੋਂ ਇਹ ਜਥਾ ਆਇਆ ਹੋਇਆ ਤੇ ਸੰਗਰੂਰ ਜ਼ਿਲ੍ਹਾ ਮੈਂ ਸਮਝਦਾ ਕਿ ਕਿਸਾਨਾਂ ਦਾ ਜੇਕਰ ਪਿਛਲਾ ਸਮਾਂ ਦੇਖਿਆ ਜਾਏ ਤੇ ਸਭ ਤੋਂ ਜ਼ਿਆਦਾ ਸੁਸਾਈਡ ਇਸ ਖੇਤਰ ਦੇ ਵਿੱਚ ਕਿਸਾਨਾਂ ਨੇ ਕੀਤੇ ਨੇ। ਵੇਖੋ ਕਿਸਾਨ ਤਾਂ ਪਹਿਲਾਂ ਹੀ ਇਸ ਢਾਂਚੇ 'ਚ ਦਮ ਘੁੱਟ ਰਿਹਾ ਸੀ ਉਹਦਾ, ਕਿਉਂਕਿ ਆਤਮ ਹੱਤਿਆ ਕਰਨੀ ਕੋਈ ਮਖੌਲ ਜਾਂ ਮਜ਼ਾਕ ਨਹੀਂ ਹੁੰਦਾ। ਆਪਣੇ ਆਪ ਨੂੰ ਨਾ ਸੂਈ ਚੋਬਣੀ ਤੱਕ ਔਖੀ ਹੁੰਦੀ ਹੈ। ਕਿਤੇ ਕੰਡਾ ਕੱਢਣਾ ਹੋਏ ਨਾ, ਮੈਂ ਇੱਕ ਗੱਲ ਸਾਂਝੀ ਕਰਾਂਗਾ, ਕੰਡਾ ਕੱਢਣਾ ਹੋਏ ਉਹ ਵੀ ਦੂਜੇ ਨੂੰ ਕਿਹਾ ਜਾਂਦਾ ਤੂੰ ਕੱਢ ਦੇ, ਕਿਉਂਕਿ ਆਪਣੇ ਆਪ ਨੂੰ ਸੂਈ ਵੀ ਮਾਰਨੀ ਔਖੀ ਹੈ। ਤੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਨੇ? ਇਹ ਮੈਂ ਸਮਝਦਾ ਇਹ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਸੀ। ਇਹ ਤਾਂ ਐਸੇ ਹਾਲਾਤ ਪੈ ਗਏ ਵੀ ਅੰਨਦਾਤਾ ਤਾਂ ਪਹਿਲਾਂ ਜ਼ਹਿਰ ਖਾ ਰਿਹਾ, ਤੇ ਹੁਣ ਤੁਸੀਂ ਇਕੱਠੇ ਹੋ ਕੇ ਉਹਦੀ ਸੰਗੀ ਘੁੱਟਣ ਵਾਲੇ ਪਾਸੇ ਜਿਹੜੇ ਤੁਰੇ ਹੋਏ ਹੋ। ਇਹ ਲੋਕਾਂ ਦੀ ਆਵਾਮ ਦੀ ਆਵਾਜ਼ ਹੈ ਜੀ। ਸਾਡੇ ਜੀ ਹੁਣ ਸਾਨੂੰ ਵਿਸ਼ਵਾਸ ਸਿਰਫ ਸੁਪਰੀਮ ਕੋਰਟ ਤੇ ਆ। ਜੇ ਸੁਪਰੀਮ ਕੋਰਟ ਵੀ ਸਾਡੀ ਬਾਂਹ ਨਹੀਂ ਪੜਦਾ, ਫਿਰ ਸਾਨੂੰ ਇਹ ਦੇਸ਼ ਦੇ ਸੰਵਿਧਾਨ ਤੇ ਭਰੋਸਾ ਕਰਨਾ ਔਖਾ ਜੀ। ਸਾਡੀ ਬੇਨਤੀ ਆ ਜੱਜ ਸਾਹਿਬਾਨ ਨੂੰ ਵੀ ਸਾਡੀ ਉਹ ਕਿਸਾਨਾਂ ਦੀ ਘੱਟੋ ਘੱਟ ਉਹ ਤਾਂ ਗੱਲ ਸੁਣ ਲੈਣਾ। ਰਾਸ਼ਟਰਪਤੀ ਦੇ ਦੇਖੋ, ਆਪਾਂ ਪਹਿਲਾਂ ਵੀ ਅਸੀਂ ਗੱਲ ਕਰਦੇ ਸੀ ਬੈਠੇ ਵੀ ਰਾਸ਼ਟਰਪਤੀ ਦੀ ਚੋਣ ਆ ਜੀ, ਉਹ ਲੋਕਾਂ ਦੁਆਰਾ ਹੋਣੀ ਚਾਹੀਦੀ ਹੈ। ਜੇ ਲੋਕਾਂ ਦੁਆਰਾ ਚੋਣ ਹੋਊਗੀ ਤਾਂ ਰਾਸ਼ਟਰਪਤੀ ਲੋਕਾਂ ਦੀ ਗੱਲ ਸੁਣੂਗਾ ਜੀ। ਕਠਪੁਤਲੀ ਰਾਸ਼ਟਰਪਤੀ ਹੈ ਜੀ, ਇਹਨਾਂ ਦਾ ਚੁਣਿਆ ਹੋਇਆ। ਉਹਨੇ ਵਿਚਾਰੇ ਨੇ ਕੀ ਬੋਲਣਾ ਜੀ? ਉਹਨੂੰ ਜਿਵੇਂ ਪ੍ਰਧਾਨ ਮੰਤਰੀ ਨੇ ਕਹਿਤਾ ਉਹਨੇ ਉਵੇਂ ਸਹਿਨ ਕਰਤੇ। ਜੇ ਲੋਕਾਂ ਦੁਆਰਾ ਚੁਣਿਆ ਹੋਊਗਾ ਤਾਂ ਉਹ ਬਿਲਕੁਲ ਜ਼ਰੂਰ ਗੱਲ ਲੋਕਾਂ ਨੇ ਸੁਣੂਗਾ ਜੀ। ਇਹ ਵੀ ਹੋਣੀ ਚਾਹੀਦੀ ਹੈ ਗੱਲ ਜੀ। ਸੋ ਬੜੇ ਸਾਰੇ ਜਜ਼ਬਾਤ ਨੇ ਲੋਕ ਮਨਾਂ ਦੇ ਵਿੱਚ ਜਿਹੜੇ ਇਸ ਵਕਤ ਅਸੀਂ ਦੇਖਦੇ ਪਏ ਹਾਂ। ਸੋ ਇੱਥੇ ਇਹਨਾਂ ਵੀਰਾਂ ਨੇ ਇੱਕ ਸਪੀਕਰ ਟੰਗਿਆ ਹੋਇਆ, ਇਹ ਵੀ ਸਾਨੂੰ ਚਲਾ ਕੇ ਸੁਣਾਏ ਹੋ। ਕੀ ਸੁਣਦੇ ਹੁੰਦੇ ਹੋ ਤੁਸੀਂ ਇਹਦੇ ਤੇ? ਖਬਰਾਂ ਸੁਣਦੇ, ਨਿਊਜ਼ ਸੁਣਦੇ ਆ ਜੀ। ਇਹ ਮੋਬਾਈਲ ਨਾਲ ਅਟੈਚ ਹੋ ਜਾਂਦਾ ਜੀ, ਮੋਬਾਈਲ ਨਾਲ ਅਟੈਚ ਹੋ ਜਾਂਦਾ। ਫਿਰ ਅਸੀਂ ਇਹਦੇ ਸਾਰੇ ਬੁਲੰਦ ਕਰਨ ਵਾਸਤੇ ਅਸੀਂ ਫਿਰ ਗੀਤ ਵੀ ਸੁਣਦੇ ਆ ਜੀ, ਫਿਰ ਬਾਬਾ ਜੀ ਦੇ ਗੀਤ ਵੀ ਸੁਣਦੇ ਆ ਜੀ। ਫਿਰ ਹਾਂਜੀ, ਕਿਹੜਾ ਗੀਤ ਸੁਣਦੇ ਹੋ ਵੀ ਸਾਨੂੰ ਸੁਣਾਓ। ਹਾਂ, ਨਾਲੇ ਆ ਤੁਹਾਡਾ ਸਾਰਾ ਵੇਖੋ ਇਹ ਘਰ ਨਾਮ ਹੀ ਬਾਲੀ ਬਾਬੇ ਦਾ ਗੀਤ ਲਾ। ਇਹੀ ਹੈ ਜੀ ਸਾਡਾ ਇੱਕ ਸ਼ਾਨਦਾਰ ਗਾਇਕ ਆ ਜਿਹੜਾ ਜੀ ਗਰੇਵਾਲ ਹੋਇਆ ਤੇ ਬਾਵਾ ਹੋਇਆ। ਗਨਪਰ ਗਰੇਵਾਲ ਤੇ ਲੋਕਾਂ ਲਈ ਖੜੇ ਨੇ ਤੇ ਨੌਜਵਾਨਾਂ ਦੀ ਇਹਨਾਂ ਨੇ ਜਜ਼ਬਾ ਭਰਿਆ ਜੀ ਪਿੱਛੇ ਜੀ। ਇਹਨਾਂ ਨੇ ਨਵੀਂ ਪੀੜ੍ਹੀ ਦੇ ਵਿੱਚ ਉਤਸ਼ਾਹ ਭਰਿਆ ਜੀ। ਹਾਂਜੀ, ਸਿੰਗਰਾਂ ਦਾ ਵੀ ਸਿੰਗਰਾਂ ਦਾ ਜਿਹੜੇ ਨੌਜਵਾਨ ਉੱਠ ਕੇ ਆਏ ਨੇ ਨਾ, ਜੋਸ਼ ਆਉਂਦਾ ਗਾਉਣ ਨਾਲ। ਜੋ ਗਾਣੇ ਗਾਏ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਜੋਸ਼ ਭਰਿਆ। ਨੌਜਵਾਨ ਘਰਾਂ 'ਚ ਉੱਠ ਕੇ ਤੁਰਿਆ ਜੀ ਦਿੱਲੀ ਵੱਲ। ਹਾਂਜੀ, ਸੋ ਏਦਾਂ ਇਹ ਵੇਖੋ ਨਵੀਂ ਟੈਕਨੋਲੋਜੀ ਜਿਹੜੀ ਹੈ ਉਹ ਵਰਤਦੀ। ਹਾਂਜੀ, ਦਿੱਲੀ ਵਿੱਚ ਪਾਤੇ ਇੱਕ ਸ਼ਹਿਰੇ ਸੁਪਨੇ, ਉਹ ਧੱਕੇ ਨਾਲ ਦੱਸੀ ਜਾਂਦੀ ਅੱਤਵਾਦੀ ਅੱਜ ਦਾ ਨੈਸ਼ਨਲ ਮੀਡੀਆ ਵੀ ਕਿਹੜਾ ਭਲਾ ਚੱਜਦਾ। ਉਹ ਧੱਕੇ ਨਾਲ ਦੱਸੀ ਜਾਂਦੀ ਅੱਤਵਾਦੀ ਅੱਜ ਦਾ ਨੈਸ਼ਨਲ ਮੀਡੀਆ ਵੀ ਕਿਹੜਾ ਭਲਾ। ਅਸੀਂ ਨੈਸ਼ਨਲ ਮੀਡੀਆ ਬਿਲਕੁਲ ਨਹੀਂ ਸੁਣਦੇ ਵੀ ਨਹੀਂ ਜੀ। ਅੱਛਾ ਜੀ। ਅਸੀਂ ਉਰੇ ਆਜ ਤੱਕ ਚੈਨਲ ਹੋ ਗਿਆ, ਖਾਸ ਕਰਕੇ ਆਜ ਤੱਕ, ਦੂਜੇ ਸਟਾਰ ਨਿਊਜ਼ ਅਸੀਂ ਬਿਲਕੁਲ ਨਹੀਂ ਸੁਣਦੇ ਜੀ। ਅਸੀਂ ਸਿਰਫ ਆਪਣੇ ਜਿਹੜੇ ਉਰੇ ਚੈਨਲ ਉਰੇ ਆਏ ਹੋਏ ਨੇ, ਸਾਡੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ, ਅਸੀਂ ਉਹੀ ਸੁਣਦੇ, ਦੂਜੇ ਸੁਣਦੇ ਵੀ ਨਹੀਂ ਗੇ ਜੀ। ਪੂਰੀ ਤਰ੍ਹਾਂ ਸਾਡਾ ਨੈਗੇਟਿਵ ਖਬਰਾਂ ਹੀ ਦੇਣੀਆਂ ਨੇ ਉਹਨਾਂ ਨੇ, ਤਾਂ ਨੈਗੇਟਿਵ ਖਬਰਾਂ ਹੀ ਦੇਣੀਆਂ ਨੇ ਨਾ ਸਾਨੂੰ।
ਉਹਦਾ ਪਤਾ ਸੈਂਟਰ ਤੇ ਮੀਡੀਆ ਗੋਦੀ ਮੀਡੀਆ ਨੇ ਜੀ, ਉਹਨਾਂ ਦੀ ਅਸੀਂ ਸੁਣਦੇ ਨਹੀਂ। ਇਹ ਸ਼ੇਰਾਂ ਦੀ ਕੌਮ ਆ ਜੀ, ਇਹ ਪਿੱਛੇ ਹਟਣ ਵਾਲੀ ਤਾਂ ਹੈ ਨਹੀਂ। ਇਹ ਜਾਊਗੀ ਤਾਂ ਜਿੱਤ ਗਈ। ਮੋਦੀ ਬਿਠਾ ਲਵੇ ਜਿੰਨਾ ਚਿਰ ਬਿਠਾਉਣਾ, ਸਾਲ 6 ਮਹੀਨੇ 2 ਸਾਲ ਜਿੰਨਾ ਚਿਰ ਬਿਠਾਉਣਾ ਬਿਠਾ ਲਵੇ, ਪਰ ਜਾਵਾਂਗੇ ਜਿੱਤ ਕੇ। ਸੋ ਮੈਂ ਸਮਝਦਾ ਕਿ ਮੋਰਚੇ ਇਤਿਹਾਸ 'ਚ ਵੀ ਬੜੇ ਲੱਗੇ ਨੇ। ਜੇ ਆਪਾਂ ਆਜ਼ਾਦੀ ਦੇ ਸੰਘਰਸ਼ ਦੀ ਗੱਲ ਕਰ ਲਈਏ ਨਾ, ਤੇ ਗੁਰੂ ਕੇ ਬਾਗ ਦਾ ਮੋਰਚਾ ਇਸ ਤੋਂ ਵੀ ਸਖਤ ਸੀਗਾ। ਇਤਿਹਾਸ ਆਪਾਂ ਸਾਰੇ ਜਾਣਦੇ ਆ, ਜਿਨ੍ਹਾਂ ਨੂੰ ਇਤਿਹਾਸ ਦੇ ਨਾਲ ਪਿਆਰ ਉਹ ਜਾਣਦੇ ਨੇ ਕਿ ਉਦੋਂ ਤਾਂ ਡਾਂਗਾਂ ਵਰਦੀਆਂ ਸੀ, ਤੇ ਉਦੋਂ ਵੀ ਸੱਤਿਆਗ੍ਰਹਿ ਇਹ ਸੀਗਾ। ਅਕਾਲ ਤਖਤ ਸਾਹਿਬ ਤੋਂ ਇਹ ਅਰਦਾਸ ਕਰਕੇ ਤੁਰਦੇ ਸੀ, ਅਸੀਂ ਅੱਗੋਂ ਹੱਥ ਨਹੀਂ ਚੁੱਕਣਾ, ਸਤਿਨਾਮ ਵਾਹਿਗੁਰੂ ਕਰਦੇ ਤੁਰੇ ਜਾਣਾ। ਤੇ ਉਸ ਵੇਲੇ ਦੇ ਪਾਦਰੀ ਨੇ ਆ ਕੇ ਜਿਹੜਾ ਸਰਕਾਰਾਂ ਨੂੰ ਝੰਜੋੜਿਆ ਸੀ, ਜਿਹੜੇ ਅੰਗਰੇਜ਼ ਅਫਸਰ ਸੀ, ਤੂੰ ਜ਼ਾਲਮ ਹੈ। ਕਹਿੰਦੇ ਮੈਂ ਅੱਜ ਸੈਂਕੜੇ ਜੀਸਸ ਜਿਹੜੇ ਨੇ ਉਹਨਾਂ ਨੂੰ ਮਾਰ ਪੈਂਦੀ ਦੇਖੀ ਹੈ। ਇਹ ਉਸ ਵੇਲੇ ਦਾ ਇਤਿਹਾਸ ਹੈ। ਇਹ ਪੰਜਾਬੀ ਕੋਈ ਨਵਾਂ ਇਤਿਹਾਸ ਨਹੀਂ ਸਿਰਜਣ ਲੱਗੇ, ਪਰ ਸਰਕਾਰਾਂ ਨੂੰ ਸੋਚਣਾ ਬਣਦਾ ਹੈ ਕਿ ਇਹ ਜਿਹੜੀ ਕੌਮ ਹੈ ਉਦੋਂ ਜਲਿਆਂਵਾਲੇ ਬਾਗ 'ਚ ਵੀ ਇਹੀ ਬੈਠੀ ਸੀ। ਕਾਲੇ ਪਾਣੀ ਦੀ ਜਿਹੜੀ ਗੱਲ ਹੈ, ਉੱਥੇ ਵੀ ਜਾ ਕੇ ਰਜਿਸਟਰ ਖੋਲੋ, ਉੱਥੇ ਤੁਹਾਨੂੰ ਇਹੀ ਮਿਲਣਗੇ। ਸੋ ਬਹੁਤ ਕੁਝ ਇੱਥੇ ਮੌਜੂਦ ਹੈ। ਹਾਂਜੀ, ਸਾਡੇ ਬਜ਼ੁਰਗ ਨੇ, ਦੇਖੋ ਪਹਿਲਾਂ ਸਾਡੇ ਚੰਗ ਸਾਡੇ ਬਜ਼ੁਰਗਾਂ ਲਈ ਆ ਕਿਸਾਨ ਯੂਨੀਅਨ, ਜਿਹੜੇ ਉਹਨਾਂ ਵਿੱਚ ਜ਼ਿਆਦਾ ਬਜ਼ੁਰਗ ਨੇ, ਨੌਜਵਾਨ ਹੁਣ ਆਏ ਆ। ਤੁਸੀਂ ਵੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜੀ, ਸਾਰੇ ਪਹਿਲਾਂ ਬਜ਼ੁਰਗ ਸੀ। ਸਾਨੂੰ ਉਰੇ ਬਜ਼ੁਰਗ ਇੰਨੀ ਸੇਵਾ ਕਰਦੇ ਨੇ ਜੀ, ਇੰਨਾ ਕੰਮ ਕਰਦੇ ਨੇ ਬਜ਼ੁਰਗ, ਸਾਨੂੰ ਦੇਖ ਕੇ ਬੜਾ ਉਹਨਾਂ ਨੂੰ ਯਾਨੀ ਮਾਣ ਵੀ ਮਹਿਸੂਸ ਹੁੰਦਾ। ਤੇ ਸਾਡੇ ਅੰਦਰੋਂ ਫਿਰ ਹਾਰ ਨਿਕਲਦੀ ਹੈ ਮੋਦੀ ਨੂੰ ਵੀ ਸਾਡੇ ਬਜ਼ੁਰਗਾਂ ਨੂੰ ਇਹਨੇ ਜੀ, ਜਿਹਨਾਂ ਦੀ ਉਮਰ ਸੀ ਨਾ ਜੀ ਉਰੇ ਰਜਾਈਆਂ 'ਚ ਬੈਠਣ ਦੀ, ਘਰੇ ਉਹਨੇ ਸਾਡੇ ਬਜ਼ੁਰਗ ਸੜਕਾਂ ਤੇ ਬਿਠਾ ਦੇ ਜੀ। ਸਾਡਾ ਇਸ ਗੱਲ ਦਾ ਸਾਨੂੰ ਬਹੁਤ ਰੋਸ ਆ ਜੀ ਸਾਡੇ ਮਨ 'ਚ। ਹਾਂ, ਸਾਨੂੰ ਇਹ ਇੰਨਾ ਨਾ ਤੜਪਾਉਣ ਜੇ ਅਸੀਂ, ਪਰ ਫਿਰ ਕੰਮ ਗਲਤ ਹੋ ਜਾਊਗਾ ਜੀ। ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਸਾਨੂੰ ਇੰਨਾ ਨਾ ਸਤਾਉਣ ਜੀ। ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਮਤਲਬ ਲੀਡਰ ਨੂੰ ਅਸੀਂ ਪਿੰਡਾਂ ਦੇ ਵਿੱਚ ਵੜ ਨਹੀਂ ਦੇਣਾ। ਜਿਹੋ ਜਿਹੀ ਉਹ ਸਾਡੀ ਹਾਲਾਤ ਕੋਈ ਸੁਣ ਨਹੀਂ ਰਿਹਾ ਜੀ। ਅੱਜ ਕਿੱਧਰ ਗਏ ਜੀ ਬਾਬੇ, ਜਿਹੜੇ ਮੈਂ ਖਾਸ ਕਰਕੇ ਨੌ ਕਿਸੇ ਦਾ ਕੰਮ ਪੈਸਾ ਢੰਡਰੀ ਵਾਲੇ ਦੀ ਗੱਲ ਕਰਦਾ ਜੀ ਮੈਂ, ਹੈ ਜੀ। ਇਹ ਬੜੇ ਗੱਲਾਂ ਮਾਰਦਾ ਸੀ, ਉਪਦੇਸ਼ ਦਿੰਦਾ ਸੀ ਵੀ ਕੌਮ ਹੈ ਅੱਜ ਕੌਮ ਸੜਕ ਤੇ ਬੈਠੀ, ਆਪ ਕਿੱਥੇ ਬੈਠਾ, ਪਤਾ ਨਹੀਂ ਕਿਤੇ ਕੱਪੜੇ ਸਮਾਉਣ ਗਿਆ, ਉਹ ਪਤਾ ਨਹੀਂ ਕੀ, ਉਹ ਦਾਲਾਂ ਸਬਜ਼ੀਆਂ ਬਣਾ ਲੋਕਾਂ ਨੂੰ ਦਿਖਾਈ ਜਾਂਦਾ ਵੀ ਮੈਂ ਦਾਲ। ਤੂੰ ਬਾਬਾ ਕਿ ਤੂੰ ਕੋਈ ਰਸੋਈਆ ਸਾਹਿਬ ਆ ਜੀ, ਇਹ ਗੱਲਾਂ ਕੀ ਕਰਦਾ ਜੀ ਇਹ। ਮਤਲਬ ਸਾਡਾ ਦੇਖੋ ਜਿਹੜਾ ਸਾਡੀ ਅੱਜ ਕੌਮ ਨਾਲ ਖੜੂਗਾ ਜੀ, ਕੌਮ ਉਹਦੇ ਨਾਲ ਖੜੂਗੀ। ਜਿਹੜਾ ਕੌਮ ਨਾਲ ਨਹੀਂ ਖੜੂਗਾ, ਕੌਮ ਕਦੇ ਨਹੀਂ ਜ਼ਿੰਦਗੀ ਪਰ ਉਹਨੂੰ ਮਾਫ ਨਹੀਂ ਕਰੂਗੀ। ਇਹ ਬਾਬੇ ਸੋਚ ਲੈਣਾ ਹੈ, ਉਹਦੇ ਨਾਲ ਸਾਰੇ ਖੜਨਗੇ ਜੀ। ਗੱਲ ਜਿਹੜਾ ਜੋ ਲੀਡਰ ਆ, ਕੋਈ ਬਾਬਾ ਜੋ ਕਿਸਾਨ ਨਾਲ ਖੜੂਗਾ ਜੀ, ਤਾਂ ਉਹਦੇ ਨਾਲ ਸਾਰੇ ਖੜਨਗੇ। ਨਹੀਂ ਹੁਣ ਤਾਂ ਬਸ ਹਾਂਜੀ ਸਭ ਦਾ ਬਾਈਕਾਟ ਹੋਊਗਾ ਜੀ, ਜਿਹੜਾ ਕਿਸਾਨ ਨਾਲ ਨਹੀਂ ਖੜੂਗਾ। ਇਹ ਮੌਕਾ ਇਹੋ ਜਿਹਾ ਹੀ ਆ, ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ, ਇੱਕ ਮੁੱਠ ਹੋ ਕੇ ਲੜੋ, ਆਪਸ ਵਿੱਚ ਕੋਈ ਰੰਜਿਸ਼ ਨਾ ਕਰੋ, ਪਿਆਰ ਸਤਿਕਾਰ ਨਾਲ ਆਪਣਾ ਚੱਲ ਰਿਹਾ ਧਰਨਾ, ਇਹਨੂੰ ਆਪਾਂ ਪਿਆਰ ਸਤਿਕਾਰ ਨਾਲੇ ਆਪਾਂ ਆਪਸ ਵਿੱਚ ਪਿਆਰ ਪਾ ਕੇ ਇਹਨੂੰ ਨੇਪਰੇ ਚਾੜਨਾ। ਆਪਦੇ ਡਟੇ ਰਹੋ ਮੈਦਾਨਾਂ ਦੇ ਵਿੱਚ, ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ। ਸੋ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਸੋ ਬਾਜੀ ਹੁਣ ਪੁੱਠੀ ਨਹੀਂ ਪਈ, ਅੜ ਗਈ ਹੋਈ ਹੈ। ਜਿੱਦਾਂ ਗਰਾੜੀਆਂ ਅੜ ਜਾਂਦੀਆਂ ਨੇ ਨਾ, ਉਹ ਹਾਲਤ ਹੈ। ਸੋ ਇੱਥੇ ਹੁਣ ਸੱਜਣਾਂ ਦੀ ਪਰਖ ਹੋ ਰਹੀ ਹੈ ਜਿਹੜੀ ਗੱਲ। ਹਾਂਜੀ, ਇਹ ਸੱਜਣਾਂ ਦੀ ਇਹ ਪਰਖ ਆ ਜੀ। ਸਾਤੋਂ ਲੀਡਰਾਂ ਨੇ ਵੋਟਾਂ ਲੈ ਕੇ ਸਾਡਾ ਕਿਸਾਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਅੱਜ ਤੱਕ। ਇੰਡੀਆ ਦੇ ਕਿਸਾਨਾਂ ਨੂੰ, ਭਾਰਤ ਦੇ ਕਿਸਾਨਾਂ ਨੂੰ, ਐਤਕੀ ਵੀ ਇਹ ਯੂਪੀ ਦੇ ਵਿੱਚੋਂ ਇਹਨਾਂ ਨੇ ਚੌਲ 900 ਰੁਪਏ ਕੁਇੰਟਲ ਖਰੀਦ ਕੇ ਕਿਸਾਨਾਂ ਤੋਂ ਪੰਜਾਬ ਦੇ ਬਾਰਡਰਾਂ ਦੇ ਟਰੱਕ ਫੜੇ ਨੇ। ਜਿਹੜਾ ਰੇਟ ਗਵਰਨਮੈਂਟ ਦਾ 1800 ਤੋਂ ਉੱਪਰ ਆ, ਉਹ ਰੇਟ ਨੂੰ ਵੇਚੇ ਨੇ ਇਹਨਾਂ ਨੇ। ਉਹਦਾ ਸਾਡੇ ਨੌਜਵਾਨਾਂ ਨੇ ਇਹ ਟਰੱਕ ਘੇਰੇ ਨੇ, ਤਾਂ ਇਹਨਾਂ ਦਾ ਇਹ ਪਤਾ ਲੱਗਿਆ ਵੀ ਛੜੀਅੰਤਰ ਰਚਿਆ ਹੋਇਆ। ਪੰਜਾਬ ਦੇ ਕਾਂਗਰਸੀ, ਪੰਜਾਬ ਦੇ ਅਕਾਲੀ, ਇਹ ਲੀਡਰ ਉਹ ਵਪਾਰੀਆਂ ਨਾਲ ਰਲੇ ਹੋਏ ਸੀਗੇ, ਜਿਹੜੇ 900 ਨੂੰ ਜੀਰੀ ਖਰੀਦ ਕੇ ਪੰਜਾਬ ਦੀ ਮੰਡੀਆਂ ਵਿੱਚ ਵੇਚਣਾ ਚਾਹੁੰਦੇ ਸੀ। ਇਸ ਲਈ ਕਿਸਾਨਾਂ ਦੀ ਲੁੱਟ ਯੂਪੀ 'ਚ, ਬਿਹਾਰ 'ਚ, ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਤਾਂ ਉੱਠ ਖੜੇ, ਜਾਗ ਪਏ। ਬਹੁਤ ਧੰਨਵਾਦ ਮਹਾਰਾਜ ਦਾ, ਬਾਬੇ ਨਾਨਕ ਦਾ, ਜਿਹੜਾ ਸਾਨੂੰ ਉਹਨਾਂ ਨੇ ਜਗਾਤਾ। ਪਰ ਸਾਡੇ ਉਹ ਕਿਸਾਨਾਂ ਦੀ ਲੁੱਟ 70 ਸਾਲ ਤੋਂ ਇਹ ਕਰ ਰਹੇ ਨੇ, ਬਾਹਰਲੀਆਂ ਸਟੇਟਾਂ ਦੇ ਕਿਸਾਨਾਂ ਦੀ। ਅਸੀਂ ਉਹਨਾਂ ਦਾ ਵੀ ਸਹਿਯੋਗ, ਸਾਡੇ ਉਹ ਕਿਸਾਨ ਵੀਰਾਂ ਦਾ ਸਹਿਯੋਗ ਅਸੀਂ ਤਨੋਂ ਮਨੋਂ ਪੂਰਾ ਦੇਵਾਂਗੇ। ਉਹਨਾਂ ਨੂੰ ਅਸੀਂ ਪੂਰੇ ਫਸਲਾਂ ਦੇ ਰੇਟ ਦਵਾਵਾਂਗੇ। ਇਹ ਸਾਡੀ ਬੇਨਤੀ ਆ ਸਾਰੇ ਆਵਾਮ ਕਿਸਾਨਾਂ ਨੂੰ ਵੀ ਆਪਾਂ ਉਹਨਾਂ ਦਾ ਵੀ ਸਾਥ ਪੂਰਾ ਦਈਏ। ਸੋ ਬਿਲਕੁਲ ਪੰਜਾਬ ਹੁਣ ਅੱਗੇ ਲਾ ਕੇ ਤੁਰ ਪਿਆ। ਪਹਿਲਾਂ ਵੀ ਆਜ਼ਾਦੀ ਸੰਘਰਸ਼ ਵੀ ਜੇਕਰ ਗੱਲ ਕਰੀਏ, ਬੰਗਾਲ ਤੇ ਪੰਜਾਬ ਨੇ ਹੀ ਇਹ ਝੰਡਾ ਚੁੱਕਿਆ ਸੀ ਤੇ ਬੁਲੰਦ ਕੀਤਾ ਸੀ, ਤੇ ਹਿੰਦੁਸਤਾਨ ਆਜ਼ਾਦ ਹੋਇਆ। ਦਰੇ ਖੈਬਰ ਦੇ ਉਹ ਜਿਹੜੇ ਰਾਹ ਸੀ, ਉਹ ਵੀ
ਇਸੇ ਪੰਜਾਬ ਦੀ ਧਰਤੀ ਤੋਂ ਹੀ ਬੰਦ ਹੋਏ ਸਨ। ਸੋ ਇਹ ਸਾਰਾ ਸਾਡਾ ਬੜਾ ਗੌਰਵਮਈ ਇਤਿਹਾਸ ਹੈ ਤੇ ਉਸ ਇਤਿਹਾਸ ਦੁਹਰਾਇਆ ਜਾ ਰਿਹਾ। ਹੁਣੇ ਥੋੜੀ ਦੇਰ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਘੋੜਿਆਂ ਦੀਆਂ ਕਾਠੀਆਂ ਤੇ ਆਪਾਂ ਸੁਣਿਆ ਸੀ, ਉਸ ਵੇਲੇ ਵੀ ਜਦੋਂ ਧਾੜ ਵੀ ਆਉਂਦੇ ਸੀ ਉਹ ਕਹਿੰਦੇ ਸੀ ਇਹ ਰਹਿੰਦੇ ਕਿੱਥੇ ਨੇ ਘੋੜਿਆਂ ਦੀਆਂ ਕਾਠੀਆਂ ਤੇ। ਆ ਘੋੜਿਆਂ ਦੇ ਕਾਠੀਆਂ ਵਾਲਾ ਹਿਸਾਬ ਇੱਥੇ ਸਾਡੇ ਸਾਹਮਣੇ ਆ। ਸੋ ਜਵਾਨੀ ਵੀ ਬੈਠੀ ਹੈ, ਬਜ਼ੁਰਗ ਵੀ ਬੈਠੇ ਨੇ ਤੇ ਸਾਡੀਆਂ ਮਾਵਾਂ ਭੈਣਾਂ ਉਹ ਵੀ ਮੋਰਚਿਆਂ ਤੇ ਡਟੀਆਂ ਹੋਈਆਂ ਨੇ ਵੱਖ-ਵੱਖ ਥਾਵਾਂ ਤੇ। ਸਾਰਾ ਹਾਲ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਇੱਕ ਹੋਰ ਗੱਲ ਕਰਨੀ ਚਾਹੁੰਦੇ ਹਾਂ ਜੀ, ਵੀ ਜਿਹੜੇ ਹਰਿਆਣਾ ਵਾਲੇ ਵੀਰ ਨੇ ਜੀ, ਹਰਿਆਣਾ ਤੇ ਪੰਜਾਬ ਦੁਬਾਰੇ ਮੋਦੀ ਦਾ ਤਾਂ ਵੈਸੇ ਧੰਨਵਾਦ ਵੀ ਆ, ਉਹਨੇ ਇੱਕ ਕਰਤਾ। ਇਹਨਾਂ ਨੇ ਸਾਡੇ 'ਚ ਬੜੇ ਫਰਕ ਪਾਏ ਸੀ ਲੋਕਾਂ ਨੂੰ ਵੀ ਇਹ ਹਰਿਆਣਾ ਇਹ ਪੰਜਾਬ ਇੰਨਾ ਵੰਡਿਆ ਹੋਇਆ ਸੀ, ਲੋਕਾਂ ਦੇ ਮਨਾਂ 'ਚ ਨਫ਼ਰਤ ਪੈਦਾ ਕਰੀ ਸੀ। ਪਾਣੀ ਪਾਣੀ ਇਹਨਾਂ ਵੀਰਾਂ ਨੇ ਸਾਡੇ ਲਈ ਦੁੱਧ ਦੀਆਂ ਨਦੀਆਂ ਬਹਾਤੀਆਂ ਜੀ, ਲੱਸੀ ਦੁੱਧ ਦਹੀਂ ਧੱਕੇ ਨਾਲ ਸੱਟ ਕੇ ਜਾਂਦੇ ਨੇ ਗੱਡੀਆਂ 'ਚ, ਇੰਨੀ ਸੇਵਾ ਕਰਦੇ ਨੇ। ਹਾਲੇ ਵੀ ਲੱਸੀ ਪਈ ਆ ਜੀ, ਸਾਨੂੰ ਭਰ ਕੇ ਜਾਣੀ ਆ ਜੀ। ਗੱਡੀ ਆਉਂਦੀ ਆ, ਉਹਨਾਂ ਨੇ ਸਵੇਰੇ ਪਹਿਲਾਂ ਪੁੱਛਣਾ ਕਿੰਨੀਆਂ ਬੋਤਲਾਂ ਭਰਾਉਣੀਆਂ ਨੇ ਲੱਸੀ ਦੀਆਂ ਹਰ ਰੋਜ਼ ਇੱਥੇ ਖੜਿਆਂ ਨੂੰ। ਅੱਛਾ ਜੀ, ਇੱਕ ਸੋ ਇੱਥੇ ਖੜਿਆਂ ਨੂੰ ਵੀਰ ਦੱਸ ਰਹੇ ਨੇ ਆ ਲੱਸੀ ਆਈ ਆ। ਹਾਂਜੀ ਹਾਂਜੀ, ਇਹ ਭਰ ਕੇ ਸੋ ਦੁੱਧ ਦਹੀਂ ਲੱਸੀ ਸਾਰਾ ਕੁਝ ਹਰਿਆਣੇ ਨੇ ਸਾਨੂੰ, ਹਾਂਜੀ ਹਰਿਆਣੇ ਨੇ ਸਾਡੀ ਇੰਨੀ ਸੇਵਾ ਕਰੀ ਆ ਜੀ। ਉਹਨੇ ਸਾਂਭਿਆ, ਲੰਗਰ ਵੱਲੋਂ ਰੋਟੀ ਵੱਲੋਂ ਪੂਰਾ ਐਨ ਫੁੱਲ ਸਹਿਯੋਗ ਆ ਜੀ। ਉਰੇ ਆ ਕੇ ਸੱਦ ਕੇ ਜਾਂਦੇ ਨੇ ਵੀ ਰੋਟੀ, ਵੀ ਉਰੇ ਆ ਕੇ ਕਹਿ ਕੇ ਜਾਂਦੇ ਨੇ ਵੀ ਸਾਨੂੰ ਰੋਟੀ ਖਾਓ। ਉਹ ਸਾਨੂੰ ਵੱਡੇ ਭਰਾ ਦਾ ਦਰਜਾ ਦਿੰਦੇ ਨੇ ਜੀ, ਉਹ ਸਾਨੂੰ ਵੱਡੇ ਭਰਾ ਦਾ ਦਰਜਾ ਦਿੰਦੇ ਨੇ। ਉਹ ਕਹਿੰਦੇ ਸਾਡਾ ਪੰਜਾਬ ਵੱਡਾ ਭਰਾ, ਅਸੀਂ ਛੋਟੇ ਭਰਾ। ਉਹ ਹੱਥ ਬੰਨ ਕੇ ਜਾਣੀ ਕਹਿੰਦੇ ਨੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ, ਅਸੀਂ ਇਹਨਾਂ ਦੀ ਸੇਵਾ ਕਰੀਏ। ਬਹੁਤ ਵੱਡੀ ਉਹਨਾਂ ਦੀ ਦੇਖੋ ਦਿਲ ਹੈ ਜਿਹੜਾ ਉਹ ਸੇਵਾ ਕਰ ਰਹੇ ਨੇ ਭਾਵਨਾ ਨਾਲ। ਸੋ ਇੱਕ ਵੱਡੀ ਗੱਲ ਹੈ ਕਿਉਂਕਿ ਸੰਗਰੂਰ ਜ਼ਿਲ੍ਹੇ ਤੋਂ ਵੀਰ ਆਏ ਹੋਏ ਨੇ ਤੇ ਬਾਰਡਰ ਨਾਲ ਲੱਗਦਾ, ਹਰਿਆਣੇ ਦੇ ਨਾਲ ਤੁਹਾਡਾ ਬਾਰਡਰ ਲੱਗਦਾ। ਪਹਿਲਾਂ ਕੀ ਸੋਚਦੇ ਹੁੰਦੇ ਸੀ ਹਰਿਆਣੇ ਬਾਰੇ, ਮਨਾਂ 'ਚ ਕੀ ਗੱਲਾਂ ਹੁੰਦੀਆਂ? ਬਹੁਤ ਜੀ, ਇਹ ਲੀਡਰਾਂ ਦੀਆਂ ਗੱਲਾਂ ਬਾੜੀਆਂ ਸੀ। ਆ ਪਾਣੀ ਹਰਿਆਣੇ ਨੂੰ ਦੇਤਾ, ਆ ਪਾਣੀ ਰਾਜਸਥਾਨ ਨੂੰ ਦੇਤਾ। ਸਾਤੋਂ ਇਹ ਸਾਡੇ ਨਾਲ ਟ੍ਰਿਕ ਖੇਡ ਕੇ, ਹਰਿਆਣੇ ਵਾਲਿਆਂ ਤੋਂ ਹਰਿਆਣੇ ਨਾਲ ਟ੍ਰਿਕ ਖੇਡ ਕੇ, ਪੰਜਾਬ ਵਾਲਿਆਂ ਤੋਂ ਪੰਜਾਬ ਨਾਲ ਟ੍ਰਿਕ ਖੇਡ ਕੇ ਲੀਡਰ ਵੋਟਾਂ ਲੈ ਜਾਂਦੇ ਨੇ। ਪਾਣੀ ਉੱਥੇ ਦਾ ਉੱਥੇ, ਸਾਡੇ ਕਿਸਾਨਾਂ ਦੇ ਸਾਡੇ ਆਮ ਆਵਾਮ ਦੇ ਮਨਾਂ 'ਚ ਫਰਕ ਪਾ ਕੇ ਵੋਟਾਂ ਲੈ ਜਾਂਦੇ ਸੀ। ਇਹ ਨਾ ਹਰਿਆਣੇ ਦਾ ਕੁਝ ਹਰਿਆਣਾ ਸਰਕਾਰਾਂ ਨੇ ਸਮਾਰਿਆ, ਨਾ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰਾਂ ਨੇ ਸਮਾਰਿਆ। ਹਿੰਦੁਸਤਾਨ ਦੀਆਂ ਸਰਕਾਰਾਂ ਤੋਂ ਤਾਂ ਅਸੀਂ ਆਸ ਹੀ ਕੋਈ ਨਹੀਂ ਰੱਖ ਸਕਦੇ ਪੰਜਾਬੀ, ਕਿਉਂ ਪਹਿਲਾਂ ਤੋਂ ਹੀ ਸਾਡੇ ਨਾਲ ਇਹ ਦਿੱਲੀ ਨੇ ਧੱਕਾ ਕੀਤਾ। ਇਹ ਸਰੇਆਮ ਆਮ ਗੱਲ ਆ, ਸਾਨੂੰ ਆਪਾਂ ਨੂੰ ਸਭ ਨੂੰ ਪਤਾ ਹੀ ਆ। ਹੁਣ ਅਸੀਂ ਅੱਕੇ ਬੈਠੇ ਆ, ਬਸ ਗੱਲ ਇਹ ਆ ਸਿੱਧੀ ਵੀ ਲੀਡਰਾਂ ਤੋਂ ਅਸੀਂ ਬਾਹਲੇ ਅੱਕ ਗਏ। ਅੱਜ ਇੱਕ ਇੱਥੇ ਮਾਂ ਪੰਜਾਬ ਦੀ ਗੱਲ ਹੋ ਰਹੀ ਹੈ, ਜਿਹੜਾ ਮਾਂ ਪੰਜਾਬ 1966 ਤੋਂ ਪਹਿਲੇ ਦਾ। ਤੁਸੀਂ ਕੀ ਸੋਚਦੇ ਹੋ? ਜਿੱਦਾਂ ਹਰਿਆਣਵੀ ਜਿੱਥੇ ਵੀਰ ਇੱਥੇ ਸਾਡੇ ਕੋਲ ਇਸ ਵੇਲੇ ਬੈਠੇ ਨਹੀਂ ਤੇ ਅਸੀਂ ਉਹਨਾਂ ਨਾਲ ਵੀ ਖੁੱਲ ਕੇ ਗੱਲ ਕਰਦੇ। ਪੰਜਾਬ ਤੇ ਹਰਿਆਣਾ, ਇੱਕ ਵੀਰ ਦੀ ਅਸੀਂ ਗੱਲ ਸੁਣੀ ਸੀ, ਉਹ ਕਹਿੰਦਾ ਸੀ ਵੀ ਹਰਿਆਣਵੀ ਪੰਜਾਬ ਆਏ, ਇਹ ਹਰਿਆਣਾ ਨਹੀਂ ਗਾ, ਹਰਿਆਣਵੀ ਪੰਜਾਬ ਆ। ਕਿੱਦਾਂ ਤੁਸੀਂ ਇਹਦੇ ਬਾਰੇ ਕੀ ਸੋਚਦੇ ਅੱਜ ਦੇ ਹਾਲਾਤਾਂ 'ਚ? ਜੀ ਸਰ, ਸਾਡੀ ਤਾਂ ਇਹੀ ਭਾਵਨਾ ਵੀ ਸਾਡੇ ਤਾਂ ਬਾਰਡਰ ਕੈਂਸਲ ਹੋ ਜਾਣ। ਹਾਂ, ਬਸ ਸਾਨੂੰ ਬਾਰਡਰਾਂ ਦੀ ਲੋੜ ਨਹੀਂ। ਉਹ ਲੀਡਰੋ ਸਾਡਿਆਂ ਬੱਟਾਂ ਨੂੰ ਤੁਸੀਂ ਨਾ ਢਾਹੋ, ਅਸੀਂ ਆਪੇ ਢਾ ਲਾਂਗੇ, ਤੁਸੀਂ ਪਰੇ ਹੋ ਜਾਓ ਬਸ। ਅੱਛਾ, ਉਹ ਸਮੇਂ ਦੇ ਲੀਡਰੋ। ਸੋ ਲੀਡਰਾਂ ਤੋਂ ਹੁਣ ਮੋਹ ਭੰਗ ਹੋ ਗਿਆ। ਭੰਗ ਨਹੀਂ ਜੀ, ਅਸੀਂ ਇਹਨਾਂ ਲਈ ਜੁੱਤੀਆਂ ਦੇ ਹਾਰ ਲੈ ਕੇ ਸੱਥਾਂ 'ਚ ਖੜਾਂਗੇ, ਇਹਨਾਂ ਦੇ ਗਲਾਂ 'ਚ ਪਾਵਾਂਗੇ, ਇਹਨਾਂ ਦੇ ਜੁੱਤੀਆਂ ਮਾਰ ਕੇ ਇਹਨਾਂ ਨੂੰ ਸੱਥਾਂ 'ਚੋਂ ਭਜਾਵਾਂਗੇ। ਕੋਈ ਚਾਹੇ ਕੋਈ ਲੀਡਰ, ਅਸੀਂ ਕਿਸੇ ਨਾਲ ਨਹੀਂ। ਅਸੀਂ ਹੁਣ ਕਿਸਾਨ ਆਪਦੇ ਆਪ ਨਾਲ ਉੱਠ ਖੜਿਆ। ਸੋ ਕਿਸਾਨ ਆਪਣੇ ਆਪ ਦੇ ਨਾਲ ਉੱਠ ਖੜਾ ਹੋਇਆ। ਅੱਜ ਇਹਨੂੰ ਮਹਿਸੂਸ ਹੋ ਰਿਹਾ ਕਿ ਇਹਨੂੰ ਕਿਸੇ ਹੋਰ ਜਿਹੜੇ ਰਵਾਇਤੀ ਲੀਡਰ ਕਿਸੇ ਦੀ ਲੋੜ ਨਹੀਂ। ਸੋ ਇਹ ਲੋਕ ਆਵਾਜ਼ ਜਿਹੜੀ ਬਣੀ ਆ, ਇਹਦੀ ਗੂੰਜ ਮੈਂ ਸਮਝਦਾ ਕਿ ਆਉਂਦੇ ਸਮੇਂ 'ਚ ਸਾਨੂੰ ਜ਼ਰੂਰ ਸੁਣਾਈ ਦੇਗੀ। ਸੋ ਇੱਕ ਗੱਲ ਇੱਥੇ ਸਾਨੂੰ ਆ ਕਰਕੇ ਜਿਹੜੀ ਮਹਿਸੂਸ ਹੋ ਰਹੀ ਹੈ ਕਿ ਹਰ ਪੰਜਾਬੀ ਜਿਹੜਾ ਉਹ ਆਪਣੀ ਵਿਰਾਸਤ ਦੇ ਨਾਲ ਜੁੜਿਆ ਹੋਇਆ, ਬਲਕਿ ਪਰਪੱਕ ਹੋ ਰਿਹਾ। ਕਿਉਂਕਿ ਦਿੱਲੀ ਦੇ ਨਾਲ ਸਾਡੀ ਅੱਜ ਦੀ ਸਾਂਝ ਨਹੀਂ, ਬੜੀ ਪੁਰਾਣੀ ਸਾਂਝ ਹੈ। ਕੀ ਕਹਿਣਾ ਚਾਹੁੰਦੇ? ਸਾਡੇ ਜੀ ਬਾਬਾ ਬਘੇਲ ਸਿੰਘ ਨੇ ਦਿੱਲੀ ਜਿੱਤ ਕੇ ਉਹਦੇ ਝੰਡਾ ਲਹਿਰਾ ਕੇ ਦਿੱਲੀ ਨੂੰ ਛੱਡਤਾ, ਦਾਨ ਕਰਤੇ ਜੀ। ਦਿੱਲੀ ਸਿੰਘਾਂ ਨੇ ਕਿਹਾ ਬਾਬਾ ਜੀ ਆਪਾਂ ਦਿੱਲੀ ਜਿੱਤੀ, ਤੁਸੀਂ ਦਿੱਲੀ ਫੇਰ ਦਾਨ ਕਰਤੀ। ਉਹ ਕਹਿੰਦੇ ਦਿੱਲੀ ਮਾਰ ਲਈ, ਗਏ ਬਿੱਲੀ ਮਾਰ ਲਈ। ਇੱਕੇ ਗੱਲ ਆ ਜੀ, ਦਿੱਲੀ ਨੂੰ ਅਸੀਂ ਸਮਝਦੇ ਕੁਛ ਨਹੀਂ। ਇਹ ਬੜੇ ਭੁਲੇਖੇ 'ਚ ਬੈਠੇ ਨੇ ਜੀ, ਪਰ ਸਮਝਦੇ ਅਸੀਂ ਕੱਖ ਨਹੀਂ ਇਹਨਾਂ ਨੂੰ। ਲਾ ਕੇ ਰੋਕਦੇ ਸੀਗੇ ਜੀ ਸਾਨੂੰ, ਫਿਰ ਰੋਕ ਲਿਆ ਜੀ ਇਹਨਾਂ ਨੇ ਕਿਤੇ ਸਾਨੂੰ। ਉਹ ਸਾਡੇ ਯੋਧਿਆਂ ਨੇ, ਉਹਨਾਂ ਨੇ ਪੱਟ ਕੇ ਉਹ ਮਾਰੇ ਜੀ ਬੈਰੀਕੇਡ, ਪਹੁੰਚ ਗਏ ਜੀ। ਹੁਣ ਵੀ ਦਿੱਲੀ ਕਿਹੜਾ ਦੂਰ ਹੈ ਜੀ। ਉਹ ਤਾਂ ਇੱਕ ਚਲੋ ਕਿਸਾਨ ਯੂਨੀਅਨ ਦਾ ਜੋ ਫੈਸਲਾ, ਉਹ ਅਸੀਂ ਹੱਕ ਸੱਚ ਤੇ ਖੜੇ ਆ ਵੀ ਜਿਵੇਂ ਉਹ ਕਹਿਣਗੇ ਠੀਕ ਆ। ਸੋ ਬਿਲਕੁਲ
ਇਤਿਹਾਸ ਦਾ ਇਹ ਇਤਿਹਾਸਕ ਬੋਲਾ ਜਿਹੜਾ ਵੀਰ ਨੇ ਹੁਣੇ ਸਾਂਝਾ ਕੀਤਾ, ਕਈ ਦਿੱਲੀ ਮਾਰ ਲਈ ਕਈ ਬਿੱਲੀ ਮਾਰ ਲਈ। ਸੋ ਕੋਈ ਵੱਡੀ ਗੱਲ ਨਹੀਂ ਸੀ, ਖਾਲਸੇ ਦੇ ਪਰਚਮ ਇਸ ਲਾਲ ਕਿਲੇ ਤੇ ਲਹਿਰਾਏ ਹੋਏ ਨੇ। ਸੋ ਖਾਲਸਾ ਜਿਹੜਾ ਇਸ ਧਰਤੀ ਦੇ ਉੱਤੇ ਪਹਿਲਾਂ ਵੀ ਆਇਆ ਤੇ ਜੇਤੂ ਹੋ ਕੇ ਗਿਆ। ਤੇ ਵੀਰਾਂ ਨੇ ਜਿਹੜੀ ਗੱਲ ਕੀਤੀ ਹੈ ਵੀ ਇਹ ਇਤਿਹਾਸ ਤਾਂ ਸਾਡੇ ਸਾਹਮਣੇ ਸਿਰਜਿਆ ਗਿਆ। ਹਾਂਜੀ ਵੇਖੋ, ਪਹਿਲਾ ਇਤਿਹਾਸ ਤਾਂ ਅਸੀਂ ਕਿਤਾਬਾਂ 'ਚ ਪੜ੍ਹਦੇ ਸੀ ਤੇ ਹੁਣ ਤਾਂ ਵੀਡੀਓ ਬਣ ਗਈਆਂ ਲਾਈਵ। ਇਹ ਅਸੀਂ ਤਾਂ ਮਹਾਰਾਜ ਦਾ ਜੁਗੋ ਜੁਗ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਇਸ ਇਤਿਹਾਸ ਦੇ ਵਿੱਚ ਮੌਕਾ ਦਿੱਤਾ ਆਉਣ ਦਾ, ਵੀ ਅਸੀਂ ਵੀ ਇਸ ਸੰਘਰਸ਼ ਦਾ ਹਿੱਸਾ ਬਣਾਏ। ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਨੂੰ ਅਸੀਂ ਦੱਸ ਸਕੀਏ ਵੀ ਹਾਂ ਭਾਈ ਅਸੀਂ ਵੀ ਇਸ ਗੌਰਮੈਂਟ ਨਾਲ ਟੱਕਰ ਲੈ ਕੇ ਦੇਖੀ ਆ। ਅਸੀਂ ਪਰ ਗੋਲੀਆਂ ਖਾਣ ਨੂੰ ਤਿਆਰ ਸੀ, ਗੌਰਮੈਂਟ ਹਜੇ ਪਤਾ ਨਹੀਂ ਕੀ ਸਲਾਹਾਂ ਕਰਦੀ ਆ। ਅਸੀਂ ਤਾਂ ਕਹਿੰਦੇ ਆ ਮਾਰੋ, ਮਰਨਾ ਆ। ਅਸੀਂ ਤਾਂ ਕਹਿੰਦੇ ਆ ਮਾਰੋ, ਪਰ ਅਸੀਂ ਤੁਹਾਡੇ ਦੇ ਹੱਥ ਨਹੀਂ ਚੱਕਣਾ, ਪਰ ਅਸੀਂ ਮਰਨ ਨੂੰ ਤਿਆਰ ਆ। ਸੋ ਇੱਥੋਂ ਤੱਕ ਭਾਵਨਾ ਪਹੁੰਚ ਜਾਣੀ, ਮੈਂ ਸਮਝਦਾ ਕਿ ਜ਼ਰੂਰ ਸਰਕਾਰਾਂ ਨੂੰ ਸੋਚਣਾ ਬਣਦਾ ਹੈ। ਰਾਜਮੱਧ ਜਿਹੜਾ ਵਾ ਇਹ ਕਈ ਵਾਰੀ ਫਿਰ ਡੈਮੋਕ੍ਰੇਸੀ ਦੇ ਵਿੱਚ ਖਤਰਨਾਕ ਹੁੰਦਾ। ਆਪਾਂ ਦੇਖੇ ਬੜੇ ਬੜੇ ਰਾਜੇ ਜਿਹੜੇ ਸੀ ਨਾ, ਜਿਵੇਂ ਉਹ ਆਉਂਦਾ ਨਾ ਕਿ ਤੁਮਸੇ ਪਹਿਲੇ इस तख्त पे जो नशीन था अपने खुदा होने का उसे भी पूरा यकीन था। सो कई बारी कुर्सी ते बैठा अपने आप नूं रब समझ बैठदा, पर रब रब ही हुंदा ते बंदा बंदा ही हुंदा। ਆਪਾਂ ਨੂੰ ਇਹ ਗੱਲ ਲੈ ਕੇ ਚੱਲਣੀ ਚਾਹੀਦੀ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਪੰਜਾਬ ਹਰਿਆਣਾ ਭਾਈ ਭਾਈ, ਭਾਈ ਭਾਈ, ਭਾਈ ਪੰਜਾਬ ਹਰਿਆਣਾ ਭਾਈ ਭਾਈ, ਪੰਜਾਬ ਹਰਿਆਣਾ ਭਾਈ ਭਾਈ, ਪੰਜਾਬ ਹਰਿਆਣਾ ਭਾਈ ਭਾਈ। ਸੋ ਇਹ ਆਵਾਜ਼ਾਂ ਆ ਰਹੀਆਂ ਨੇ ਜੀ ਸ਼ੰਭੂ ਬਾਰਡਰ ਤੋਂ, ਇਹ ਆਵਾਜ਼ਾਂ ਆ ਰਹੀਆਂ ਪੰਜਾਬ ਹਰਿਆਣਾ ਭਾਈ ਭਾਈ। ਸੋ ਇਹ ਕਮਾਈ ਤਾਂ ਹੋ ਗਈ ਜੀ। ਇਹ ਸੰਘਰਸ਼ ਨੇ ਸਾਨੂੰ ਇਹ ਕਮਾਈ ਤਾਂ ਦੇਤੀ ਆ ਕਿ ਅਸੀਂ ਭਾਈ ਭਾਈ ਬਣ ਗਏ ਆ। ਬਿਲਕੁਲ ਜੀ, ਬਹੁਤ ਸੇਵਾ ਕਰੀ ਹੈ ਸਾਡੀ ਹਰਿਆਣਾ ਵਾਲੇ ਭਾਈਆਂ ਨੇ ਜੀ, ਬਹੁਤ ਜ਼ਿਆਦਾ। ਸੋ ਇਹ ਆਵਾਜ਼ ਜਿਹੜੀ ਆ ਇੱਥੋਂ ਹੁਣ ਉੱਠੀ ਆ ਤੇ ਮੈਂ ਸਮਝਦਾ ਕਿਤੇ ਤੱਕ ਪਹੁੰਚੇਗੀ। ਇਸ ਇਤਿਹਾਸ ਜਿਹੜਾ ਇਹ ਲਿਖਿਆ ਜਾ ਰਿਹਾ 2020 ਦਾ ਇਤਿਹਾਸ, ਤੇ ਇਸ ਆਉਣ ਵਾਲੀਆਂ ਸਾਡੀਆਂ ਨਸਲਾਂ ਜਿਹੜੀਆਂ ਨੇ ਨਾ ਇਹਨੂੰ ਪੁੱਛਿਆ ਵੀ ਕਰਨਗੀਆਂ, ਸੁਣਿਆ ਵੀ ਕਰਨਗੀਆਂ ਤੇ ਵੇਖਿਆ ਵੀ ਕਰਨਗੀਆਂ ਕਿ ਕਿਵੇਂ ਸਾਡੇ ਬਜ਼ੁਰਗ ਇਹਨਾਂ ਠੰਡੀਆਂ ਰਾਤਾਂ ਦੇ ਵਿੱਚ ਇਹਨਾਂ ਤਰਪਾਲਾਂ ਦੇ ਹੇਠਾਂ ਟਰਾਲੀਆਂ ਦੇ ਰੜੇ ਮੈਦਾਨਾਂ ਦੇ ਵਿੱਚ ਇਹ ਰਾਤਾਂ ਕੱਟੀਆਂ। ਸੋ ਇਹ ਸੰਘਰਸ਼ ਜਿਹੜਾ ਵਾ ਇਹਦੇ ਵਿੱਚੋਂ ਜ਼ਰੂਰ ਜਿਵੇਂ ਕੁਠਾਲੀ 'ਚ ਪੈ ਕੇ ਸੋਣਾ ਫਿਰ ਹੋਰ ਨਿਖਰਦਾ ਹੈ ਨਾ, ਸੋ ਉਸ ਹਾਲਾਤ ਦੇ ਵਿੱਚੋਂ ਹੁਣ ਪੰਜਾਬ ਗੁਜ਼ਰਦਾ ਪਿਆ। ਸੋ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣਾ ਵੱਖਰਾ ਹੀ ਜਹਾਨ ਸਿਰਜ ਲੈਂਦੇ ਨੇ। ਇਹ ਜਿੱਥੇ ਆਪਾਂ ਬੈਠੇ ਆ ਨਾ, ਮੈਂ ਚਾਹਾਂਗਾ ਕਿ ਕੈਮਰੇ ਦੀ ਇੱਕ ਨਿਗਾਹ ਮਾਰ ਕੇ ਪਹਿਲਾਂ ਦਿਖਾ ਦਿਓ ਅਸੀਂ ਬੈਠੇ ਕਿੱਥੇ ਆ। ਇਹ TDI ਸਿਟੀ ਹੈ ਜੀ, ਜਿੱਥੇ ਸੜਕ ਦੇ ਉੱਤੇ ਇੱਕ ਕੰਢੇ ਦੇ ਉੱਤੇ ਬੈਠੇ ਹੋਏ ਆ। ਇੱਥੇ ਹੀ ਚੁੱਲ੍ਹਾ ਚੌਂਕਾ ਆਪਣਾ ਲੱਗ ਗਿਆ। ਪਿੱਛੇ ਜਿਹਨੂੰ ਕਹਿੰਦੇ ਆ ਵੀ ਹੁਣੇ ਵੀਰ ਗੱਲ ਕਰਦੇ ਪਏ ਸੀ ਨਾ ਵੀ ਇਹ ਸਾਡੀ ਲੈਂਟਰਾਂ ਵਾਲੀ ਕੋਠੀ ਆ। ਸੋ ਪੱਕੇ ਲੈਂਟਰ ਇੱਥੇ ਪਏ ਨੇ। ਇੱਧਰ ਨੌਜਵਾਨ ਵੀਰ ਖੜੇ ਨੇ ਸੜਕ ਦੇ ਕੰਢੇ ਦੇ ਉੱਤੇ, ਇੱਥੇ ਚੁੱਲ੍ਹਾ ਬਲਦਾ ਪਿਆ ਤੇ ਇੱਧਰ ਚਟਨੀ ਤਿਆਰ ਹੋ ਰਹੀ। ਹਾਂਜੀ ਚਟਨੀ ਤਿਆਰ ਹੋ ਰਹੀ ਹੈ ਜੀ। ਤਿਆਰ ਹੋ ਰਹੀ ਹਾਂਜੀ ਤੇ ਇੱਧਰ ਕੀ ਬਣਦਾ ਪਿਆ ਜੀ? ਇੱਧਰ सब्जी बन रही है। ਸਬਜੀ। हाँ जी, खाने के लिए। ਸੋ ਸਬਜੀ ਭਾਜੀ ਸਾਰੀ ਇੱਥੇ ਆਪ ਤਿਆਰ ਕਰਦੇ ਪਏ ਨੇ ਵੀਰ। ਤੇ ਕਿਹੜਾ ਪਿੰਡ ਹੈ ਆਪਣਾ ਜੀ? अपना ही पिंड भोएपुर ही, जिला मोगा ही। ਅੱਛਾ ਜੀ। हाँ जी। ਤਹਿਸੀਲ ਧਰਮਕੋਟ ਜੀ। ਧਰਮਕੋਟ ਤਹਿਸੀਲ ਤੋਂ। ਤੇ ਇਹ ਫੌਜਾਂ ਇੱਥੇ ਡਟੀਆਂ ਹੋਈਆਂ ਨੇ। ਵੈਸੇ ਵੀ ਆਪ पटियाले तो नहीं। ਅੱਛਾ ਜੀ। हाँ जी, इन्हां दा पिंड पुछ लो जी, की नाम है? ਹਾਂਜੀ, ਇਹਨਾਂ ਦਾ ਤਾਂ ਅੱਗੇ ਇਹਨਾਂ ਨੇ ਦੱਸਿਆ। ਸੋ ਇਹ ਪਟਿਆਲੇ ਤੋਂ ਆਏ ਆ, ਇਹ ਮੋਗੇ ਤੋਂ, ਸਾਰਾ ਪੰਜਾਬ ਹੀ ਇੱਥੇ ਆਇਆ ਬੈਠਾ ਜੀ। ਤੇ ਇਹ ਜੋ ਹਾਲਾਤ ਨੇ ਸਾਡੇ ਸਾਹਮਣੇ ਆ, ਪਰ ਕੀ ਕਹਿੰਦੇ ਨੇ ਔਖੇ ਹਾਲਾਤਾਂ ਦੇ ਵਿੱਚੋਂ ਹੀ ਲੰਘ ਕਰਕੇ ਜਿਹੜੇ ਨੇ ਵਧੀਆ ਜਿਹੜਾ ਅਸੀਂ ਕੁਝ ਪਾ ਸਕਦੇ ਆ। ਸੋ ਇੱਕ ਮੈਂ ਸਮਝਦਾ ਨਵੀਂ ਟੈਕਨੋਲੋਜੀ ਵੀ ਹੁਣੇ ਆਪਾਂ ਦੇਖਦੇ ਪਏ ਸੀ ਵੀ ਬਲੂਟੁੱਥ ਵਾਲੇ ਸਪੀਕਰ ਲਾ ਕੇ ਤੇ ਆਪਣੇ ਆਪ ਨੂੰ ਗਰਮ ਵੀ ਰੱਖਦੇ ਨੇ। ਸੋ ਗੀਤ ਵੀ ਇੱਥੇ ਕਾਫੀ ਚੱਲਣ ਰਹੇ ਜੀ ਅੱਜ ਕੱਲ। हाँ जी, ਅਸੀਂ ਤਾਂ ਕਹਿੰਦੇ ਆ ਕਿ ਵਧੀਆ ਗੀਤ ਗਾਉਣ ਜੋ ਸਾਡੇ ਚੰਗੇ ਹੱਥਾਂ ਵਾਸਤੇ ਬਣਨ। ਅਸੀਂ ਤਾਂ ਆਮ ਜਨਤਾ ਨੂੰ ਵੀ ਕਹਿੰਦੇ ਆ ਕਿ ਬਾਹਲਾ ਸ਼ੋਰ ਸ਼ਰਾਬਾ ਨਾ ਹੋਵੇ, ਵਧੀਆ ਕੀਤਾ ਜਾਵੇ। ਆਪਾਂ ਆਪਣੇ ਹੱਕਾਂ ਵਾਸਤੇ ਬੈਠੇ ਹੋਏ ਆ। ਸੋ ਬਿਲਕੁਲ, ਸੋ ਇਹ ਹੱਕਾਂ ਦੀ ਲੜਾਈ ਚੱਲਦੀ ਪਈ ਆ। ਤੇ ਇੱਥੇ ਵੇਖੋ ਤਿਆਰੀਆਂ
ਆ ਝੰਡਾ ਬੰਨ ਰਹੇ ਜੀ ਮੋਟਰਸਾਈਕਲ ਦੇ ਉੱਤੇ। ਮੋਟਰਸਾਈਕਲ ਵੀ ਹੁਣ ਲੈਣ ਦੇ ਨਹੀਂ ਪੰਜਾਬ ਤੋਂ? ਹਾਂਜੀ, ਫਿਰ ਸਮਾਨ ਲਿਆਉਣਾ ਪੈਂਦਾ ਜੀ। ਅੱਛਾ ਜੀ। ਜਿਵੇਂ ਕੋਈ ਸਬਜ਼ੀ ਭਾਜੀ ਦਾ, ਇਸ ਕਰਕੇ ਫਿਰ ਮੋਟਰਸਾਈਕਲ ਵਰਤਣਾ ਪੈਂਦਾ ਜੀ। ਸੋ ਮੋਟਰਸਾਈਕਲ ਵੀ ਲੈਣ ਦੇ ਟਰਾਲੀਆਂ ਦੇ ਨਾਲ ਹੁਣ ਮੋਟਰਸਾਈਕਲ ਵੀ ਸਾਡੇ ਆ ਗਏ ਨੇ। ਤੇ ਇਹਨੂੰ ਤਾਂ ਵੈਸੇ ਹੀ ਨਿਹੰਗ ਸਿੰਘ ਜਿਹੜਾ ਲੋਹੇ ਦਾ ਘੋੜਾ ਕਹਿੰਦੇ ਸੀ, ਸੋ ਇਹਦੇ ਤੇ ਵੀ ਹੁਣ ਝੰਡਾ ਬੰਨ ਲਿਆ। ਸੋ ਝੰਡਾ ਬੰਨ ਕੇ ਫਿਰ ਜਦੋਂ ਫੌਜਾਂ ਨਿਕਲਦੀਆਂ ਨੇ ਤੇ ਹਰ ਪਾਸੇ ਜਿਹੜੀ ਆ ਪਤਾ ਲੱਗਦਾ ਇੱਥੋਂ ਦੇ ਬਸ਼ਿੰਦਿਆਂ ਨੂੰ ਵੀ ਤੇ ਇੱਥੋਂ ਦੇ ਲੋਕਾਂ ਦਾ ਜਿਹੜਾ ਪਿਆਰ ਹੈ, ਮੈਂ ਸਮਝਦਾ ਉਹ ਅਸੀਮ ਹੈ। ਉਹਦਾ ਜਿਹੜੀ ਪਿਆਰ ਦੀ ਸਾਂਝ ਬਣੀ ਹੈ, ਇਹ ਆਉਂਦੇ ਸਮੇਂ ਦੇ ਵਿੱਚ ਇੱਕ ਵੱਖਰਾ ਇਤਿਹਾਸ ਸਿਰਜੇਗੀ। ਇਹ ਆਪਾਂ ਸ਼ੰਭੂ ਬਾਰਡਰ ਦੇ ਉੱਤੇ ਇਸ ਵਕਤ ਬੈਠੇ ਹੋਏ ਹਾਂ ਤੇ ਇੱਥੇ ਦਾ ਹੋਰ ਸਾਰਾ ਹਾਲ, ਬਾਕੀ ਪਾਸੇ ਕਿਵੇਂ ਦੇ ਨਜ਼ਾਰੇ ਨੇ, ਇਹ ਸਾਡੀ ਭਾਵਨਾ ਕੀ ਹੈ ਕਿਸਾਨਾਂ ਦੀ। ਸੋ ਇਹ ਜਿਹੜਾ ਵੇਖੋ ਇੱਥੇ ਆਪ ਹੀ ਹੁਣ ਸਬਜ਼ੀਆਂ ਭਾਜੀਆਂ 'ਚ ਲੂਣ ਮਿਰਚ ਮਸਾਲੇ ਵੀ ਆਪ ਹੀ ਪਾ ਕੇ ਤੇ ਜ਼ਿਮੀਂਦਾਰ ਜਿਹੜੇ ਨੇ ਡਟੇ ਹੋਏ ਨੇ। ਸੋ ਇੱਥੋਂ ਦਾ ਹਾਲ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ। ਸੋ ਸਵੇਰ ਦਾ ਟਾਈਮ ਆ, ਚਾਹ ਪਕੌੜਿਆਂ ਦੇ ਲੰਗਰ ਚੱਲਦੇ ਪਏ ਨੇ। ਇਹ ਗੁਰੂ ਨਾਨਕ ਦਾ ਲੰਗਰ, ਗੁਰੂ ਬਾਬੇ ਦੇ ਨਾਂ ਦੇ ਉੱਤੇ ਇਹ ਲੰਗਰ ਮੁਹਾਲੀ ਤੋਂ, ਕੁੰਬੜਾ ਤੋਂ ਇਲਾਕਾ ਨਿਵਾਸੀ ਸੰਗਤਾਂ ਆਣ ਕੇ ਡਟੀਆਂ ਹੋਈਆਂ ਨੇ। ਇੱਧਰ ਬੀਬੀਆਂ ਭੈਣਾਂ ਡਟੀਆਂ ਨੇ ਸੇਵਾ ਦੇ ਵਿੱਚ। ਸਵੇਰ ਦੇ ਚਾਹ ਪਕੌੜੇ ਚੱਲਣ ਡੇ ਤੇ ਦੁਪਹਿਰ ਦੀਆਂ ਸਬਜ਼ੀਆਂ ਦੀਆਂ ਤਿਆਰੀਆਂ। ਸੋ ਵੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਕਿਵੇਂ ਸੇਵਾਵਾਂ ਚੱਲਣ ਡੀਆਂ ਜੀ? ਬਹੁਤ ਵਧੀਆ, ਬਹੁਤ। ਹਾਂਜੀ, ਉਹ ਵਾਹਿਗੁਰੂ ਦਾ ਸ਼ੁਕਰ ਹੈ ਮਹਾਰਾਜ ਦਾ, ਸਾਨੂੰ ਸੇਵਾ ਦਾ ਮੌਕਾ ਮਿਲਿਆ ਇੱਥੇ। ਹਾਂਜੀ। ਤੇ ਕਿੱਥੋਂ ਆਈਆਂ ਸੰਗਤਾਂ ਜੀ? ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਏ ਹਾਂ ਜੀ, ਪਿੰਡ ਪਨਾਮਿਆਂ ਜੀ। ਅੱਛਾ ਜੀ। ਹਾਂਜੀ। ਤੇ ਕਿੰਨੇ ਦਿਨ ਹੋ ਗਏ ਆਇਆਂ ਨੂੰ? ਅਸੀਂ ਰਾਤੀ ਆਏ ਹਾਂ 10 ਵਜੇ ਪਹੁੰਚੇ। ਤੇ ਕਿੱਦਾਂ ਸੇਵਾ, ਮਤਲਬ ਜਿੱਦਾਂ ਪਿੰਡਾਂ ਤੋਂ ਕੋਈ ਸੰਗਤ ਆ ਜਾਂਦੀ, ਕੋਈ ਚੱਲ ਜਾਂਦੀ, ਕਿਵੇਂ ਚੱਲਣ ਡਿਆ? ਹਾਂਜੀ, ਬਹੁਤ ਵਧੀਆ ਚੱਲਦਾ ਆ, ਬਹੁਤ ਵਧੀਆ, ਵਧੀਆ ਲੱਗਿਆ ਸਾਨੂੰ ਵੀ, ਬਹੁਤ ਵਧੀਆ ਲੱਗਿਆ। ਹਾਂਜੀ, ਬਹੁਤ ਵਧੀਆ ਲੱਗਿਆ। ਸੋ ਇਹ ਇੱਥੇ ਆਪਾਂ ਦੇਖ ਸਕਦੇ ਆ, ਕਿਉਂਕਿ ਸਵੇਰ ਦੇ ਲੰਗਰ ਦੀ ਜਿੱਥੇ ਆਪਾਂ ਚਾਹ ਪਕੌੜਿਆਂ ਦਾ ਲੰਗਰ ਚੱਲਣ ਡਿਆ, ਉੱਥੇ ਇੱਧਰ ਲੰਗਰ ਦੀ ਤਿਆਰੀ ਆ। ਇੱਧਰ ਵੀ ਦੇਖੋ, ਇੱਧਰ ਵੀ ਸੇਵਾ ਚੱਲਣ ਡਈ ਆ ਜੀ। ਸੋ ਸੇਵਾਵਾਂ ਦਾ ਤਾਂ ਅੰਤ ਹੀ ਕੋਈ ਨਹੀਂ। ਸੋ ਇੱਧਰ ਇੱਥੇ ਪਰੌਂਠਿਆਂ ਦੇ ਲੰਗਰ ਚੱਲਣ ਡਏ ਆ। ਇੱਧਰ ਪੀਜ਼ੇ ਦਾ ਲੰਗਰ, ਇਹ ਪੀਜ਼ੇ ਦਾ ਲੰਗਰ ਇੱਥੇ ਜਿਹੜਾ ਵੇਖੋ ਉਹਦੀ ਤਿਆਰੀ ਹੈ। ਇਹ ਪੀਜ਼ੇ ਨੇ ਵੀ ਬੜੀਆਂ ਭਾਜੜਾਂ ਪਾਈਆਂ ਕਈਆਂ ਨੂੰ। ਹਾਂ, ਕਹਿੰਦੇ ਵੀ ਕਿਸਾਨ ਪੀਜ਼ਾ ਕਿੱਦਾਂ ਖਾ ਸਕਦੇ? ਕਿ ਪੀਜ਼ੇ ਦੇ ਉੱਤੇ ਮੋਹਰ ਲੱਗੀ ਹੈ ਕਿਸੇ ਦੀ। ਕਿਉਂ ਵੀਰ ਜੀ, ਕਿੱਦਾਂ ਕਹਿੰਦੇ ਹੋ? ਬਿਲਕੁਲ ਜੀ, ਬਿਲਕੁਲ। ਤੁਹਾਨੂੰ ਪਤਾ ਹੀ ਹੈ ਜੀ ਗੋਦੀ ਮੀਡੀਆ ਦਾ ਵੀ ਕਿਸਾਨ ਦੇਖੋ ਜੋ ਕਣਕ ਪੈਦਾ ਕਰਦਾ, ਜੋ ਵੀ ਅਨਾਜ ਪੈਦਾ ਕਰਦਾ, ਹਰੇਕ ਚੀਜ਼ ਫੂਡ ਖਾਣ ਵਾਲੀ ਉੱਤੋਂ ਹੀ ਪੈਦਾ ਹੁੰਦੀ ਹੈ, ਤਾਂ ਕਿਸਾਨ ਕਿਉਂ ਨਹੀਂ ਖਾ ਸਕਦਾ? ਸੋ ਇਹ ਗੋਦੀ ਮੀਡੀਆ ਦਾ ਬਿਲਕੁਲ ਅਸੀਂ ਤਾਂ ਬਾਈਕਾਟ ਪਹਿਲਾਂ ਤੋਂ ਕੀਤਾ ਹੋਇਆ। ਸੋ ਇਹ ਵੈਸੇ ਵੀ ਆਪਾਂ, ਤੁਸੀਂ ਸਾਰੇ ਵਿਦੇਸ਼ਾਂ ਵਿੱਚ ਬੈਠੇ ਹੋ, ਉੱਥੇ ਤੇ ਸਿੰਘਾਂ ਦੇ ਪੀਜ਼ੇ ਬੜੇ ਨੇ ਤੇ ਬੜੇ ਮਸ਼ਹੂਰ ਨੇ ਤੇ ਬੜੇ ਖੁਸ਼ ਹੋ ਕੇ ਸਿੰਘ ਪੀਜ਼ੇ ਖਾਂਦੇ ਨੇ ਤੇ ਖਵਾਉਂਦੇ ਵੀ ਨੇ। ਤੇ ਇੱਥੇ ਜਿਹੜਾ ਪੀਜ਼ੇ ਦਾ ਲੰਗਰ ਲੱਗਾ ਵੇਖੋ, ਪੱਕੀ ਪੱਠੀ ਲਾਤੀ ਹੋਈ ਹੈ ਸਿੰਘਾਂ ਨੇ। ਹੈ ਸੋ ਇਹ ਇੱਧਰ ਦਾ, ਇੱਥੇ ਭੱਠੀਆਂ ਲੱਗੀਆਂ ਨੇ ਤੇ ਪੀਜ਼ੇ ਵੀ ਜਿਹੜੇ ਨੇ। ਹਾਂਜੀ, ਅੱਛਾ ਜੀ, ਵੇਖੋ ਜੀ, ਵੁੱਡ ਫਾਇਰ ਆ ਕੈਮਰੇ ਦੀ ਨਿਗਾਹ ਦੇ ਨਾਲ ਆਪਾਂ ਦੇਖਦੇ ਆ। ਇਹਦੇ ਵਿੱਚ ਪੂਰੀ ਐ ਮਗਦੀ ਪਈ ਆ ਭੱਠੀ ਤੇ ਇੱਧਰ ਪੂਰੀ ਤਿਆਰੀ ਆ, ਸਮਾਨ ਸਮੂਨ ਸਭ ਆਇਆ ਬੈਠਾ। ਹਾਂਜੀ सर आप प्रिपेयर करीदा जी। हाँ जी, सब आप प्रिपेयर करीदा जी। अच्छा जी। कोई मतलब कि ऐसी गल नहीं है जो डो फ्रेश वेजिटेबल्स फ्रेश सॉस एवरीथिंग इज फ्रेश। अच्छा जी। हाँ जी। सो ये हुण तुसी तैयारी करदे पे अज दे? हाँ जी, हाँ जी। कल आया सी 12-1500 ਪੀਜ਼ਾ ਕੱਲ ਆ ਗਿਆ ਸੀ ਤੇ 2000 ਦੀ ਲਗਭਗ ਤਿਆਰੀ ਅੱਜ ਵੀ ਆ। ਅੱਛਾ ਜੀ। ਹਾਂਜੀ। ਸੋ 2000 ਪੀਜ਼ੇ ਦੀ ਤਿਆਰੀ ਆ। ਕ੍ਰੇਟ ਭਰੇ ਪਏ ਆ ਜੀ, ਆ ਵੀ ਉਹ ਵੀ ਇੱਧਰ ਵੀ ਥੋੜੇ ਜਿਹੇ ਖਾਲੀ ਵੀ ਆ, ਉਹ ਵੀ ਭਰ ਦੇਣ ਲੱਗਿਆ, ਮਸ਼ੀਨ ਵੀ ਲਿਆਂਦੀ, ਸਭ ਕੁਝ ਤਿਆਰ ਹੈ। ਅੱਛਾ ਜੀ। ਤੁਸੀਂ ਮਟੀਰੀਅਲ ਵੀ ਆਪਣਾ ਤਿਆਰ ਕਰਦੇ? ਬਿਲਕੁਲ ਭਾਜੀ, ਸਭ ਰੋ ਮਟੀਰੀਅਲ ਵੀ ਆਪਣਾ ਤਿਆਰ ਕਰਦੇ ਪਏ। ਅੱਛਾ, ਜਿੱਦਾਂ ਉਹ ਜਿਹੜੇ ਵੱਡੇ ਜਿਹੜੇ ਬ੍ਰਾਂਡ ਨੇ ਉਹ ਕਹਿੰਦੇ ਨੇ ਅਸੀਂ ਆਪਣੀ ਬ੍ਰੈਡ ਬਣਾਉਨੇ ਆ, ਸੋ ਬ੍ਰੈਡ ਵੀ ਤੁਸੀਂ ਆਪਣੀ ਬਣਾ ਕੇ? ਮੌਕੇ ਤੇ ਹਰ ਇੱਕ ਚੀਜ਼ ਪਹਿਲਾਂ ਪੀਜ਼ਾ ਤੁਹਾਨੂੰ ਬਣਾ ਕੇ ਦੱਸ ਦਿੰਦੇ ਆ, ਤੁਸੀਂ ਆਪ। ਹਾਂਜੀ, ਤੁਸੀਂ ਤੁਹਾਨੂੰ ਉਹ ਮੁੰਡੇ ਬਣਾ ਕੇ ਦੱਸ ਕਾਕਾ ਭਾਜੀ। ਹਾਂਜੀ, ਚਲੋ ਜੀ। ਹੁਣ ਸੰਗਤ ਜੀ, ਤੁਸੀਂ ਵਿਦੇਸ਼ਾਂ 'ਚ ਬੜੇ ਪੀਜ਼ੇ ਖਾਂਦੇ ਹੋਵੋਗੇ, ਵੇਖੋ ਇੱਥੇ ਬਾਰਡਰ ਦੇ ਉੱਤੇ ਆ ਸਾਡੇ ਵੀਰ ਹੁਣ ਸਪੈਸ਼ਲੀ ਪੀਜ਼ਾ ਸੰਗਤ ਟੀਵੀ ਦੇ ਵਾਸਤੇ ਇੱਕ ਤਿਆਰ ਕਰਕੇ ਦੱਸਣ ਲੱਗੇ ਨੇ। ਸੋ ਆ ਸਾਰੇ ਕ੍ਰੇਟ ਜਿਹੜੇ ਨੇ ਭਰੇ ਪਏ ਨੇ। ਇੱਧਰ ਵੀ ਮੈਂ ਚਾਹਾਂਗਾ ਕੈਮਰੇ ਦੀ ਨਿਗਾਹ ਦੇ ਨਾਲ, ਉਹ ਗੱਡੀ ਵੀ ਭਰੀ ਪਈ ਆ।
ਇਧਰ ਇਹ ਖਾਲੀ ਨੇ ਕੁਝ ਕ੍ਰੇਟ, ਇਹ ਵੀ ਭਰਨ ਲੱਗੇ ਆ। ਪਿੱਛੇ ਗੱਡੀ ਭਰੀ ਪਈ ਕਰੇਟਾਂ। ਹਾਂਜੀ, ਗੱਡੀ ਭਰੀ ਪਈ ਕਰੇਟਾਂ ਦੀ। ਸੋ ਕਰੇਟਾਂ ਦੀ ਗੱਡੀ ਭਰੀ ਪਈ ਹੈ, ਕਰੀਬ 2000 ਪੀਜ਼ੇ ਦੀ। ਸੋ ਮੈਂ ਸਮਝਦਾ ਕਿ 2000 ਪੀਜ਼ਾ ਤਿਆਰ ਕਰਨਾ ਇਹ ਕੋਈ ਛੋਟੀ ਗੱਲ ਨਹੀਂ। ਤੇ ਇੱਥੇ ਹੁਣ ਇਹ ਵੀਰ ਇਹ ਪੀਜ਼ੇ ਦਾ ਲੰਗਰ ਵੇਖੋ, NRI ਵੀਰਾਂ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਹ ਵੀਰ ਜਿਹੜੇ ਨੇ ਮੋਰਚੇ ਤੇ ਆ ਗਏ ਹੋਏ ਨੇ। ਸੋ ਇੱਥੇ ਪੀਜ਼ਾ ਤਿਆਰ ਹੋ ਰਿਹਾ ਵਿਸ਼ੇਸ਼ ਰੂਪ ਚ ਸਿਰਫ ਆਪ ਸੰਗਤਾਂ ਨੂੰ ਵਿਖਾਉਣ ਵਾਸਤੇ ਕਿ ਕਿੱਦਾਂ, ਜਿਵੇਂ ਕਿ ਕਈ ਬ੍ਰਾਂਡ ਇਸ ਗੱਲ ਦੇ ਉੱਤੇ ਅਕਸਰ ਕਹਿੰਦੇ ਨੇ ਕਿ ਅਸੀਂ ਆਪਣੀ ਬ੍ਰੈਡ ਆਪ ਤਿਆਰ ਕਰਦੇ ਹਾਂ। ਸੋ ਇੱਥੇ ਵੀ ਆਪਣੀ ਬ੍ਰੈਡ ਆਪ ਤਿਆਰ ਹੋਣ ਲੱਗੀ ਹੈ। ਸੋ ਇਹ ਵੇਖੋ ਸਾਰਾ ਮਟੀਰੀਅਲ ਪਹਿਲਾਂ ਤਿਆਰ ਕਰਕੇ ਰੱਖਿਆ ਹੋਇਆ ਤੇ ਉਧਰ ਭੱਠੀ ਵੀ ਤਿਆਰ ਹੈ। ਸੋ ਇਸ ਢੰਗ ਦੇ ਵਿੱਚ ਨਾਲ ਇਹ ਪੀਜ਼ੇ ਦੀ ਇਹ ਵੇਖੋ ਜੀ ਬ੍ਰੈਡ ਬਣ ਗਈ, ਥੱਲੜੀ ਬੇਸ ਬਣ ਗਿਆ ਪੀਜ਼ੇ ਦਾ। ਤੇ ਹੁਣ ਕਿਵੇਂ ਕਿਵੇਂ ਇਹਨੂੰ ਹੋਰ ਸਜਾਉਂਦੇ ਨੇ, ਕੀ ਕੁਝ ਜਿਹੜਾ ਨਿਊਟ੍ਰੀਸ਼ੀਅਸ ਸਾਰਾ ਮਟੀਰੀਅਲ ਆ। ਹਾਂਜੀ, ਆਟਾ ਗੁੰਨਣ ਦੀ ਮਸ਼ੀਨ ਵੀ ਨਾਲ ਜੀ। ਹਾਂਜੀ, ਸੋ ਇਹ ਵੇਖੋ ਤਿਆਰੀ ਹੋ ਰਹੀ ਹੈ। ਸੋ ਇਹ ਕਿਵੇਂ ਕਿਵੇਂ ਇਹਦੀ ਜਿਹੜੀ ਆ ਉੱਪਰ ਮਟੀਰੀਅਲ ਜਿਹੜਾ ਯੂਜ਼ ਹੋ ਰਿਹਾ ਉਹਦੇ ਬਾਰੇ ਥੋੜਾ ਦੱਸੋ ਸਰ। ਇਹ ਜਿਹੜੀ ਟੋਮੈਟੋ ਸੌਸ ਹੈ ਇਹ ਫਰੈਸ਼ ਟੋਮੈਟੋ ਦੀ ਬਣਾਈ ਹੈ ਵਿਦਆਊਟ ਕਲਰਿੰਗ। ਇਹ 'ਚ ਕੋਈ ਕਲਰ ਚੀਜ਼ ਨਹੀਂ ਹੁੰਦਾ, ਨਾ ਤੇ ਕੋਈ ਕਲਰ ਯੂਜ਼ ਹੋ ਰਿਹਾ, ਨਾ ਕੋਈ ਸਿੰਥੈਟਿਕ ਕੋਈ ਆਈਟਮ ਚੀਜ਼ ਹੋ ਰਹੀ ਹੈ। ਮਿਲਕ ਤੋਂ ਪ੍ਰੋਡਕਟ ਤੋਂ ਵਧੀਆ ਚੀਜ਼ ਹੈ, ਵਧੀਆ ਕੰਪਨੀ ਦਾ ਚੀਜ਼ ਹੈ। ਨਾਲ ਫਰੈਸ਼ ਵੈਜੀਟੇਬਲਸ ਨਾਲ ਪਾਏ ਨੇ। ਅੱਛਾ ਜੀ, ਫਰੈਸ਼ ਵੈਜੀਟੇਬਲਸ ਇਧਰ ਕੱਟ ਕੇ ਰੱਖੀਆਂ ਨੇ, ਉਹ ਮੁੰਡਾ ਲੈਣੇ। ਇਹ ਉੱਪਰ ਇਹ ਚੀਜ਼ ਸੌਸ ਲਾਤੀ, ਚੀਜ਼ ਲਾਤੀ। ਤੇ ਜਿਹੜਾ ਆ ਬੇਸ ਬਣਿਆ ਵੀ ਕੱਲੇ ਮੈਦੇ ਦਾ ਨਹੀਂ ਹੈ, ਇਹ ਮਤਲਬ ਇਹਦੇ ਵਿੱਚ ਕਾਰਨ ਵੀ ਹੈ, ਹੋਰ ਆਪਣੇ ਇੱਕ ਦੋ ਮਿਕਸ ਜਿਹੜੀ ਸਾਡੀ ਰੈਸਪੀ ਹੈ ਉਹ ਕੀਤੀ ਹੋਈ ਹੈ। ਐਜ਼ ਫਰੈਸ਼ ਵੈਜੀਟੇਬਲਸ ਇਦਾਂ ਪਾ ਕੇ ਔਰ ਹੈਲਥੀ ਚੀਜ਼ ਖਵਾ ਰਹੇ ਆ ਕਿ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਉਹਨੂੰ ਸਵਾਦ ਵੀ ਆਵੇ। ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਨਾ ਫਾਸਟ ਫੂਡ ਦੇ ਨਾਲ ਮੈਦੇ ਦੇ ਉੱਤੇ ਉਹ ਬਹੁਤਾ ਵਧੀਆ ਅਸਰ ਨਹੀਂ ਆਉਂਦਾ, ਪਰ ਤੁਸੀਂ ਉਹਦਾ ਵੀ ਖਿਆਲ ਰੱਖਦੇ ਪਏ ਹੋ। ਬਿਲਕੁਲ ਸਰ, ਮੈਦੇ ਤੇ ਬਿਲਕੁਲ ਹੀ ਅਸਰ ਨਹੀਂ ਪਊਗਾ ਜੀ। 10 ਸਾਲ ਹੋ ਗਏ ਮੈਨੂੰ, 20 ਸਾਲ ਹੋ ਗਏ ਕੰਮ ਕਰਦੇ ਨੂੰ। 10 ਸਾਲ ਇੰਡੀਆ ਦੇ ਵਿੱਚ ਹੋ ਗਏ, ਪਹਿਲਾਂ ਮੈਂ ਬਾਹਰ ਕੰਮ ਕੀਤਾ ਤੇ ਅਸੀਂ ਹਰ ਸਾਲ ਲੰਗਰ ਲਾਉਂਦੇ ਆ ਜੀ। ਤੇ ਫਰੈਸ਼ ਵੈਜੀਟੇਬਲ ਦੇ ਵਿੱਚ ਇਹਦੇ ਇੱਕ ਹਿਸਾਬ ਦੇ ਨਾਨ ਖਾਣ ਵਾਂਗੂ ਹੈ ਜੀ। ਮਤਲਬ ਕਿ ਨਾਨ ਵੀ ਇਹ ਤੋਂ ਹੈਵੀ ਹੁੰਦਾ ਹੈ, ਨਾਨ ਤੋਂ ਵੀ ਘੱਟ ਹੀ ਹੈਵੀ ਹੈ ਜੀ। ਠੀਕ ਠੀਕ ਹੈ। ਹਾਂਜੀ, ਕਿਉਂਕਿ ਮਿਲਕ ਪ੍ਰੋਡਕਟ ਜਿਹੜੀ ਮਿਲਕ ਫੈਟ ਹੈ ਤੇ ਚਾਹੀਦੀ ਹੈ ਬੰਦੇ ਨੂੰ। ਠੀਕ ਠੀਕ। ਹਾਂਜੀ, ਔਰ ਇਹੋ ਜਿਹੇ ਠੰਡ ਵਿੱਚ ਸਮਝਦਾ ਕਿ ਜਿੱਦਾਂ ਪੰਜਾਬੀ ਨਾਨ ਤੇ ਇਟਾਲੀਅਨ ਨਾਨ ਹੋ ਗਿਆ ਫਿਰ। ਤੁਸੀਂ ਜੋ ਮਰਜ਼ੀ ਕਹਿ। ਇੱਕ ਆਪਾਂ ਕਹਿੰਦੇ ਆ ਨਾ ਜੀ ਅੰਮ੍ਰਿਤਸਰੀ ਨਾਨ, ਉਹ ਇੱਕ ਤਾਂ ਅੰਮ੍ਰਿਤਸਰੀ ਨਾਨ ਹੁੰਦਾ, ਹੁਣ ਇੱਥੇ ਇਟਾਲੀਅਨ ਨਾਨ ਵੇਖੋ ਉਹ ਤੰਦੂਰ ਦੇ ਵਿੱਚ ਪੱਕਦਾ, ਤੇ ਇੱਥੇ ਵੇਖੋ ਜੀ ਆ ਪੱਕਾ ਹੀ ਤੰਦੂਰ ਲਾ ਲਿਆ ਸਿੰਘਾਂ ਨੇ ਇੱਥੇ ਲਿਆ ਕੇ। ਸੋ ਆ ਭੱਠੀ ਦੇ ਵਿੱਚ ਹੁਣ ਇਹ ਪੀਜ਼ਾ ਤਿਆਰ ਹੋਣ ਲੱਗਾ। ਸੋ ਇਹ ਵੇਖੋ ਸੇਵਾਵਾਂ ਜਿਹੜੀਆਂ ਚੱਲਦੀਆਂ ਪਈਆਂ ਨੇ। ਆਥੈਂਟਿਕ ਇਟਾਲੀਅਨ ਜਿਹੜਾ ਪੀਜ਼ਾ ਉਹ ਐਸੇ ਬੇਸ ਤੇ ਬਣਦਾ। ਜਿਹੜੀ ਸ਼ੁਰੂਆਤ ਹੋਈ ਸੀ ਉਹ ਵੁਡਨ ਫਾਇਰ ਓਵਨ ਤੋਂ ਹੋਈ ਸੀ। ਅੱਛਾ ਜੀ। ਤੇ ਅਸੀਂ ਆਥੈਂਟਿਕ ਹੀ ਲੈ ਕੇ ਆਏ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚੰਗਾ ਖਵਾਈਏ ਤੇ ਚੰਗਾ ਖਾਈਏ। ਜੀ ਜੀ। ਹਾਂਜੀ, ਜਿੰਨਾ ਹੈਲਥ ਵੀ ਸਹੀ ਰਵੇ। ਠੀਕ ਹੈ। ਤੇ ਜੇ ਆਪਣੇ ਹਾਲਤ ਸਹੀ ਰਹੂਗੀ ਤੇ ਫਿਰ ਹੋਰ ਚੱਲੂਗਾ, ਹੋਰ ਖਾਣਗੇ। ਬਿਲਕੁਲ ਬਿਲਕੁਲ। ਕਿਉਂਕਿ ਸੰਘਰਸ਼ ਲੜਨ ਲਈ ਹੈਲਥ ਬਹੁਤ ਜ਼ਰੂਰੀ ਆ। ਜੀ ਜੀ। ਤੇ ਹੈਲਥ ਦਾ ਧਿਆਨ ਸਾਨੂੰ ਜ਼ਿਆਦਾ ਰੱਖਣਾ। ਠੀਕ ਹੈ। ਇਹ ਪੀਜ਼ੇ ਦਾ ਲੰਗਰ, ਇਸ ਪੀਜ਼ੇ ਦੇ ਲੰਗਰ ਨੇ ਬੜੀਆਂ ਧੁੰਮਾਂ ਪਾਈਆਂ ਇੱਥੇ। ਬੜਾ ਇੱਥੇ ਕਿਹਾ ਗਿਆ ਵੀ ਇਹ ਪੀਜ਼ੇ ਖਾਣ ਵਾਲੇ ਕਿਸਾਨ ਕਿੱਦਾਂ ਹੋ ਗਏ, ਜੀਨਾ ਪਾਉਣ ਵਾਲੇ ਕਿਸਾਨ ਕਿੱਦਾਂ ਹੋ ਗਏ। ਉਹ ਇਹਨਾਂ ਨੂੰ ਪਤਾ ਨਹੀਂ ਕਿਸਾਨਾਂ ਦੇ ਪੁੱਤ ਕਿੱਥੇ ਕਿੱਥੇ ਪਹੁੰਚੇ ਹੋਏ ਨੇ। ਹੁਣ ਤਾਂ ਸੱਜਣ ਸਿੰਘ ਸਾਡਾ ਹਰਜੀਤ ਸਿੰਘ ਸੱਜਣ, ਉਹ ਡਿਫੈਂਸ ਮਿਨਿਸਟਰ ਆ ਕੈਨੇਡਾ ਦੇ। ਮੈਨੂੰ ਲੱਗਦਾ ਇਹਨਾਂ ਨੂੰ ਪਤਾ ਨਹੀਂ ਕਿ ਕਿਸਾਨਾਂ ਦੇ ਪੁੱਤ ਕਿੱਥੇ ਕਿੱਥੇ ਪਹੁੰਚ ਗਏ। ਕਿਉਂ ਸਰਦਾਰ ਜੀ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਜੀ। ਅਸੀਂ ਤੇ ਇਹ ਕਹਿੰਦੇ ਵੀ ਜ਼ਿਮੀਂਦਾਰਾਂ ਦਾ ਸਪੂਰ ਤੇ ਪੂਰਾ ਜਿਹੜੀ ਸਪੋਰਟ ਹੋਣੀ ਚਾਹੀਦੀ ਹੈ ਜੀ। ਹਾਂਜੀ ਹਾਂਜੀ ਵੀਰ ਜੀ। ਇਹ ਉਹੀ ਕਿਸਾਨ ਹੈ ਜੀ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਬਦਨਾਮ ਕੀਤਾ ਜਾ ਰਿਹਾ ਸੀ ਨਸ਼ੇ ਦੇ ਮੁੱਦੇ ਤੇ ਹੋਰ ਮੁੱਦਿਆਂ ਦੇ। ਅੱਜ ਜਿਹਨਾਂ ਨੌਜਵਾਨਾਂ ਨੇ ਐਡੇ ਬੈਰੀਕੇਡ ਤੋੜੇ ਆ। ਬਿਲਕੁਲ। ਦੇਖੋ ਇਸ ਮਤਲਬ ਸਾਨੂੰ ਪਿਛਲਾ ਜਿਹੜਾ ਸੱਭਿਆਚਾਰ ਸੀਗਾ ਉਹ ਭੁਲਾ ਦਿੱਤਾ ਗਿਆ ਸੀਗਾ। ਇਹ ਨਵੇਂ ਸਾਰੇ ਸਾਡੇ ਸੱਭਿਆਚਾਰ ਦੀ ਸ਼ੁਰੂਆਤ ਕਰਵਾਤੀ ਇਹਨੇ। ਸਾਨੂੰ ਇਹ ਨਹੀਂ ਪਤਾ ਵੀ ਅਸੀਂ ਜਿੱਦਾਂ ਇਹਨਾਂ ਨੇ ਸਾਨੂੰ ਤੋੜਿਆ ਹੋਇਆ, ਮਰੋੜਿਆ ਹੋਇਆ ਸੀ। ਸਾਰੇ ਦੇਸ਼ ਸਾਰੇ ਵੱਖਰੇ ਕੀਤੇ, ਵੱਖ ਕੀਤੇ ਹੋਏ ਸੀ, ਪਰ ਨਹੀਂ, ਇਸ ਨੇ ਚੰਗਾ ਨਹੀਂ ਕੀਤਾ। ਇਹ ਸਾਡੀ ਏਕਤਾ ਕਰ ਦਿੱਤੀ ਆ। ਕਿਸਾਨਾਂ ਦੀ ਮਰੀ ਸੁੱਤੀ ਹੋਈ ਜ਼ਮੀਰ ਉਹ ਜਗਾ ਦਿੱਤੀ ਆ, ਪਰ ਇਹਨਾਂ ਦੀ ਨਾ ਜ਼ਮੀਰ ਹੀ ਆ, ਨਾ ਇਹਨਾਂ ਦੀ ਜ਼ਮੀਨ ਹੀ ਆ। ਅਸੀਂ ਕਿਸਾਨ ਆ, ਕਿਸਾਨ ਦੇ ਪੁੱਤ ਹਾਂ ਤੇ ਕਿਸਾਨ ਹੀ ਰਵਾਂਗੇ। ਸਾਡੀ ਏਕਤਾ ਇਹਨੇ ਬਣਾਤੀ ਆ ਤੇ ਸਦਾ ਹਮੇਸ਼ਾ ਏਕਤਾ ਹੀ ਰਹੂਗੀ। ਵਾਹ ਜੀ ਵਾਹ। ਸੋ ਏਕਤਾ ਬਣਾ ਦਿੱਤੀ ਆ। ਮੈਂ ਸਮਝਦਾ ਕਿ ਉਹ ਜਿਹੜੀ ਗੱਲ ਭਾਈ ਸਾਹਿਬ ਹੋਰਾਂ ਨੇ ਕੀਤੀ ਹੈ, ਗੱਲ ਬੜੀ ਸਹੀ ਆ ਕਿ ਸਾਨੂੰ ਚੇਤਾ ਹੀ ਨਹੀਂ ਸੀ ਵੀ ਸਾਡੇ ਹਰਿਆਣਵੀ ਭਰਾ ਵੀ ਆ ਗਏ ਨੇ। ਸੋ ਸਾਡੇ ਹਰਿਆਣਵੀ ਭਰਾ
ਤੇ ਆਹ ਵੇਖੋ ਜੀ ਪੀਜ਼ਾ ਬਣ ਕੇ ਬਾਹਰ ਆ ਗਿਆ ਜੇ ਪਹਿਲਾਂ ਆਪਾਂ ਵੀ ਵੇਖ ਲਈਏ ਬਿਲਕੁਲ ਫਰੈਸ਼ ਪੀਜ਼ਾ ਵੇਖੋ अन्नदाता ਦੀ ਡੈਫੀਨੇਸ਼ਨ ਹੀ ਬਦਲਤੀ ਸੀ ਹਾਂਜੀ ਇਹਨਾਂ ਨੇ अन्नदाता ਦੀ ਡੈਫੀਨੇਸ਼ਨ ਹੀ ਬਦਲ ਦਿੱਤੀ ਇਹਨਾਂ ਨੂੰ ਇਹ ਨਹੀਂ ਪਤਾ ਕਿ अन्नदाता ਹੁੰਦਾ ਕੀ ਹੈ ਜਦ ਜਿਹੜਾ ਅੰਨ ਦਾ ਹੀ ਦਾਤਾ ਤੇ ਉਹਨੂੰ ਘਾਟਾ ਕਾਹਦਾ ਬਿਲਕੁਲ ਹੈਨਾ ਤੇ ਪੀਜ਼ਾ ਹੋਇਆ ਜਾਂ ਬਦਾਮ ਹੋਏ ਜਾਂ ਕੋਈ ਵੀ ਉਗਾਏ ਤੇ ਕਿਸਾਨ ਹੀ ਰਿਹਾ ਨਾ ਤੇ ਜੇ ਨਹੀਂ ਵੇਚੂਗਾ ਇੱਕ ਵਾਰੀ ਨਹੀਂ ਵੇਚਾਂਗੇ 10-20 ਦਿਨ ਜੇ ਕਿਸਾਨ ਕਹਿੰਦਾ ਕਿ ਮੈਂ ਆਪਣੀ ਟਰਾਲੀ ਕਣਕ ਦੀ ਨਹੀਂ ਵੇਚਦਾ ਮੈਂ ਇੱਥੇ ਸੇਵਾ ਕਰ ਰਿਹਾ ਤਾਂ ਕੋਈ ਚੱਕਰ ਨਹੀਂ ਉਹਦੇ ਵਿੱਚ ਕਿਸਾਨ ਹੈ ਨਾ ਤੇ ਡੈਫੀਨੇਸ਼ਨ ਬਦਲ ਕੇ ਰੱਖਤੀ ਕਿ ਸਾਨੂੰ ਪਾਟੇ ਕੱਪੜਿਆਂ ਵਾਲੇ ਦਿਖਾਣਾ ਸ਼ੁਰੂ ਕਰਦਾ ਇਹ ਡੈਫੀਨੇਸ਼ਨ ਖੋਲਣੀ ਬਹੁਤ ਜ਼ਰੂਰੀ ਹੈ ਕਿ ਅੰਨਦਾਤਾ ਕਹਿ ਰਹੇ ਹੋ ਤੁਸੀਂ ਦਾਤਾ ਤੇ ਦੇਣ ਵਾਲਾ ਹੈਨਾ ਇਹ ਫਿਰ ਉਹ ਡੈਫੀਨੇਸ਼ਨ ਕਹਿੰਦੇ ਕਿ ਪਾਟੇ ਕੱਪੜਿਆਂ ਡੈਫੀਨੇਸ਼ਨ ਮੈਂ ਸਮਝਦਾ ਬਦਲਤੀ ਤੁਹਾਡੇ ਪੀਜ਼ੇ ਨੇ ਸੋ ਆਹ ਵੇਖੋ ਜੀ ਆ ਸੋ ਮੈਂ ਸਮਝਦਾ ਕਿ ਇਹਨੂੰ ਕੱਟ ਵੀ ਦਿਓ ਜੀ ਛੱਕ ਵੀ ਲਓ ਜੀ ਤੁਸੀਂ ਆ ਸੋ ਇਹ ਪੀਜ਼ਾ ਬਿਲਕੁਲ ਫਰੈਸ਼ ਪੀਜ਼ਾ ਵੇਖੋ ਤੁਸੀਂ ਮਹਿਸੂਸ ਕਰ ਸਕਦੇ ਹੋਗੇ ਕਿਉਂਕਿ ਤੁਹਾਡੀ ਵਿਦੇਸ਼ਾਂ ਵਿੱਚ ਅਕਸਰ ਤੁਸੀਂ ਪੀਜ਼ਾ ਛਕਦੇ ਹੋ ਤੇ ਇੱਕ ਜਕਾਰਾ ਬੁਲਾ ਕੇ ਤੇ ਫਿਰ ਵੰਡ ਵੀ ਦੋ ਆ ਸੰਗਤਾਂ ਸ੍ਰੀ ਅਕਾਲ ਲਓ ਜੀ ਹਾਂਜੀ ਲਓ ਜੀ ਵਰਤਾਓ ਜੀ ਆਪਾ ਜੀ ਤੁਸੀਂ ਕਰੋ ਸੋ ਗੁਰੂ ਬਾਬੇ ਦੀ ਮੇਰਾ ਹਾਂਜੀ ਜੀ ਸਾਡੇ ਵੱਡਿਆਂ ਗੁਰੂ ਨਾਨਕ ਦੇਵ ਜੀ ਨੇ ਇਹ ਲੰਗਰ 20 ਰੁਪਏ ਦਾ ਲਾਇਆ ਸੀ ਤੇ ਸਾਡਾ 20 ਰੁਪਏ ਦਾ ਲੰਗਰ ਦੇਖ ਲਓ ਕਿੱਥੋਂ ਦਾ ਚੱਲਦਾ ਹੈ ਕਹਿੰਦੇ ਪੰਜਾਬ ਭੁੱਖਾ ਮਰ ਕੇ ਤੂੰ ਚੱਲ ਜਾਊਗਾ ਪਰ ਪੰਜਾਬ ਭੁੱਖਾ ਨਹੀਂ ਮਰਦਾ ਇੱਥੇ ਦਿੱਲੀ ਨੂੰ ਜਾ ਕੇ ਜਾਵਾਂਗੇ ਦਿੱਲੀ ਨੇ ਤੇ ਖਾਲੀ ਥਾਲੀਆਂ ਖੜਕਵਾਤੀਆਂ ਸੀ ਪਰ ਅਸੀਂ ਉਹੋ ਹੀ ਥਾਲੀਆਂ ਭਰ ਦਿੱਤੀਆਂ ਪਰ ਇਹਨੇ ਵੇਖੋ ਬੱਚੇ ਆਏ ਨੇ ਪੰਗਾ ਲੈ ਲਿਆ हाँ आप कहाँ से हो रसोई गांव से यहाँ से ही लो पिज्जा खाओ कैसा लग रहा है ये पंजाब से लोग आए हुए हैं कैसा लगता है आपको अच्छा लगता है सो कोई आपको परेशानी तो नहीं हो रही यहाँ पे तो खूब खाने को मिल रहा है यहाँ पे सो देखो ये पिज्जा सेड़ा वा ना ये साडा मैं समझदा कि एक सिंबल बन गया वैसे तो मक्की की रोटी ते सरों का साग साडी विरासती डिश है पर ये पिज्जा भी हुण क्योंकि ਅਸੀਂ ਚਾਹੁੰਦੇ ਤਾਂ ਨਹੀਂ ਸੀਗੀ ਪਰ ਇਹ ਕਹਿ ਲਓ ਇਹਨੇ ਹੁਣ ਸਾਨੂੰ ਇੱਕ ਹੋਰ ਐਂਗਲ ਜਿਹੜਾ ਸਾਡੇ ਸਾਹਮਣੇ ਆ ਗਿਆ ਕਿਉਂਕਿ ਠੀਕ ਹੈ ਅਸੀਂ ਆਪਣੇ ਸੰਘਰਸ਼ ਵਾਸਤੇ ਆਏ ਹਾਂ ਪਰ ਸਾਡੀ ਜੜ ਉੱਥੇ ਹੀ ਹੈ ਸਾਡੀ ਜੜ ਉੱਥੇ ਹੀ ਹੈ ਸਾਡੀ ਜੜ ਨਨਕਾਣੇ ਲੱਗੀ ਹੋਈ ਹੈ ਤੇ ਬੜੀ ਡੂੰਗੀ ਆ ਤੇ ਇਹਨੂੰ ਹੋਰ ਡੂੰਘਿਆ ਕਰ ਦਿੱਤਾ ਸਾਡੇ ਬਾਬਿਆਂ ਨੇ ਜਿਨ੍ਹਾਂ ਦੇ ਦਿਨ ਆ ਨਾ ਹੁਣ ਆਉਂਦੇ ਦਿਨਾਂ 'ਚ ਆਪਾਂ ਮਨਾਉਣੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਾਨੂੰ ਤਾਂ ਫਤਿਹ ਵਿਰਸੇ 'ਚ ਮਿਲੀ ਹੋਈ ਹੈ ਸਾਨੂੰ ਕੌਣ ਡੱਕ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸ੍ਰੀ ਅਕਾਲ ਸੋ ਫਤਿਹ ਜਿਹੜੀ ਹੈ ਸਾਨੂੰ ਬਾਬਾ ਫਤਿਹ ਸਿੰਘ ਨੇ ਉਹਨਾਂ ਦਾ ਤਾਂ ਯਾਦ ਕਰਦੇ ਆ ਵੀ ਦਿਲ ਭਰ ਆਉਂਦਾ ਅੱਜ ਐਵੇਂ ਨਹੀਂ ਇੱਥੇ ਜਿਹੜੇ ਬੈਠੇ ਇਹਨਾਂ ਨੂੰ ਰਾਤ ਨੂੰ ਠੰਡਾ ਨਹੀਂ ਲੱਗਦੀਆਂ ਹਵਾ ਇਸ ਵੇਲੇ ਵੀ ਬੜੀ ਚੱਲਣ ਡਈ ਆ ਵੇਖੋ ਆਪਾਂ ਨੂੰ ਝੰਡੇ ਹਿਲਦੇ ਜਿਹੜੇ ਨਜ਼ਰ ਆ ਰਹੇ ਨੇ ਹਵਾ ਇਸ ਵੇਲੇ ਵੀ ਬੜੀ ਠੰਡੀ ਚੱਲਦੀ ਪਈ ਆ ਪਰ ਸਾਡਾ ਜਿਹੜਾ ਜਜ਼ਬਾ ਹੈ ਸੋ ਇਹ ਇਸ ਵਕਤ ਅਸੀਂ ਪੀਜ਼ੇ ਦੇ ਲੰਗਰ ਵਾਲੇ ਸਟਾਲ ਤੇ ਖੜੇ ਆ ਇੱਥੇ ਤਾਂ ਬੇਅੰਤ ਮੈਨੂੰ ਲੱਗਦਾ ਹਜ਼ਾਰਾਂ ਦੇ ਹਿਸਾਬ ਦੇ ਨਾਲ ਲੰਗਰ ਚੱਲ ਰਹੇ ਨੇ ਤੇ ਗੁਰੂ ਸਾਹਿਬ ਦੀ ਐਸੀ ਮਿਹਰ ਰਹਿਮਤ ਹੈ ਹਾਂਜੀ ਲੱਖਾਂ ਦੇ ਹਿਸਾਬ ਨਾਲ ਇੱਥੇ ਘੱਟੋ ਘੱਟ ਵੀ 20 ਕੀਤਾ ਗਿਆ 20 ਲੱਖ ਦੇ ਲਾਗੇ ਹਾਂਜੀ ਆ ਸਾਡੇ ਵੀਰ ਜੀ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਤੇ ਪੀਜ਼ੇ ਦਾ ਲੰਗਰ ਜਿਹੜਾ ਨਾ ਇਹਨੇ ਖਾਸ ਧੁੰਮਾਂ ਪਾਤੀਆਂ ਕਿਉਂਕਿ ਇੱਥੋਂ ਦੇ ਮੀਡੀਆ ਨੂੰ ਸਾਡੇ ਪੀਜ਼ੇ ਵੀ ਨਹੀਂ ਪਚੇ ਤੇ ਮੈਨੂੰ ਲੱਗਦਾ ਸੰਗਤਾਂ ਨੂੰ ਤਾਂ ਬੜੇ ਵਧੀਆ ਪਚਣ ਡੇ ਪਰ ਮੀਡੀਆ ਨੂੰ ਨਹੀਂ ਪਚੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਅਸੀਂ ਪੀਜ਼ਾ ਇਟਾਲੀਆ ਮੈਣੀ ਦੀ ਟੀਮ ਹੈ ਭਾਜੀ ਅੱਛਾ ਜੀ ਹਾਂਜੀ ਭਾਜੀ ਸਾਨੂੰ ਐਨਆਰਆਈ ਭਰਾਵਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਜੀ ਹਾਂਜੀ ਐਨਆਰਆਈ ਭਰਾਵਾਂ ਵਿੱਚ ਵਿਸ਼ੇਸ਼ ਭਾਜੀ ਲਾਡੀ ਭਾਜੀ ਜਿਨ੍ਹਾਂ ਨੇ ਅਮਰੀਕਾ ਤੋਂ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇੱਥੇ ਆਏ ਹਾਂ ਜੀ ਤੇ ਜੇ ਉਹਨਾਂ ਦਾ ਸਹਿਯੋਗ ਨਾਲ ਰਿਹਾ ਤਾਂ ਹੋਰ ਅਸੀਂ 3-4 ਦਿਨ ਹੋਰ ਪੀਜ਼ੇ ਦਾ ਲੰਗਰ ਲਗਾਵਾਂਗੇ ਠੀਕ ਹੈ ਹਾਂਜੀ ਬਹੁਤ ਜ਼ਿਆਦਾ ਰੋਲਾ ਪਾਇਆ ਸੀ ਮੋਦੀ ਸਰਕਾਰ ਨੇ ਜੀ ਕਿਸਾਨ ਅੱਤਵਾਦੀ ਨੇ ਅੱਤਵਾਦੀ ਜੇ ਅੱਤਵਾਦੀ ਹੁੰਦੇ ਤਾਂ ਪਹਿਲੇ ਦਿਨ ਹੀ ਦਿੱਲੀ ਨੂੰ ਲੁੱਟ ਕੇ ਲੈ ਜਾਣਾ ਸੀ ਜੀ ਹਾਂਜੀ ਬਹੁਤ ਜ਼ਿਆਦਾ ਸਹਿਣਸ਼ੀਲਤਾ ਹੈ ਕਿਸਾਨਾਂ 'ਚ ਵਾਲੇ ਨਹੀਂ ਲੁੱਟੀ ਜਾਂਦੀ ਨੂੰ ਬਚਾਉਣ ਵਾਲੇ ਆ ਬਿਲਕੁਲ ਸਰ ਬਿਲਕੁਲ ਜੀ ਉਹ ਜਦੋਂ ਲੁੱਟੀ ਜਾਂਦੀ ਸੀ ਨਾ ਦਿੱਲੀ ਤੇ ਸਿੰਘ ਉੱਥੇ ਰਾਹ 'ਚ ਖੋਹ ਲੈਂਦੇ ਸੀ ਤੇ ਆਪਣੀ ਇੱਜ਼ਤਾਂ ਵੀ ਬਚਾਉਂਦੇ ਸੀਗੇ ਘਰੋਂ ਘਰੀ ਧੀਆਂ ਧਿਆਣੀਆਂ ਨੂੰ ਘਰੋਂ ਘਰੀ ਪਹੁੰਚਾਉਂਦੇ ਖਾਲਸੇ ਦਾ ਇਤਿਹਾਸ ਹੈ ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਹਾਂਜੀ ਠੀਕ ਹੈ ਭਾਜੀ ਸੋ ਬਿਲਕੁਲ ਖਾਲਸਾ ਜੀ ਆਪਾਂ ਪੀਜ਼ੇ ਦਾ ਲੰਗਰ ਦਾ ਹਾਲ ਤੁਹਾਡੇ ਨਾਲ ਸਾਂਝਾ ਕੀਤਾ ਸੋ ਆਓ ਹੁਣ ਥੋੜਾ ਜਿਹਾ ਅੱਗੇ ਚੌਂਕ ਆ ਇੱਥੇ ਸਾਡੇ ਲਾਗੇ ਸੋ ਇਸ ਚੌਂਕ ਦੇ ਚਾਰੇ ਪਾਸੇ ਇੱਕ ਝਾਤ ਮਾਰਦੇ ਆ ਕਿਤੇ ਦੁਆਬੇ ਵਾਲੇ ਆਏ ਬੈਠੇ ਨੇ ਸੁਲਤਾਨਪੁਰ ਲੋਧੀ ਵਾਲੇ ਆਏ ਬੈਠੇ ਨੇ ਇੱਧਰ ਐਂਬੂਲੈਂਸ ਖੜੀ ਹੈ ਹਜ਼ੂਰ ਸਾਹਿਬ ਤੋਂ ਆਈ ਹੋਈ
2000 ਕਿਲੋਮੀਟਰ ਦੂਰ ਤੋਂ ਆਈ ਹੈ। ਸੋ ਹਰ ਪਾਸੇ ਹੀ ਆਪਾਂ ਦੇਖ ਸਕਦੇ ਹਾਂ ਕਿ ਇੱਥੇ ਹਰ ਪਾਸੇ ਟਰਾਲੀ ਦੇ ਵਿੱਚ ਲੰਗਰ ਦਾ ਆਪਣਾ ਇੰਤਜ਼ਾਮ ਵੀ ਕਰਕੇ ਆਏ ਆ, ਪਰ ਸਾਂਝੇ ਲੰਗਰ ਵੀ ਲੱਗੇ ਹੋਏ ਨੇ। ਸੋ ਇੱਥੇ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕਿਸਾਨ ਮੋਰਚਾ ਤੁਹਾਡੇ ਬਾਰਡਰ ਤੇ ਲੱਗਿਆ, ਕੀ ਕਹਿੰਦੇ ਹੋ ਜੀ? ਹਾਂਜੀ, ਚੜ੍ਹਦੀ ਕਲਾ ਤੁਹਾਡੀ ਕੀ ਕਹਿੰਦੇ ਹੋ? ਅਸੀਂ ਤਾਂ ਆਨੇ ਤੁਹਾਡੀ ਚੜ੍ਹਦੀ ਕਲਾ ਹੋਏ ਕਿਸਾਨਾਂ ਦੀ, ਔਰ ਮਹਾਰਾਜ ਮਿਹਰ ਕਰੇ, ਚੜ੍ਹਦੀ ਕਲਾ ਰਹੇ। ਕਿਸਾਨਾਂ ਨੂੰ ਹੱਕ ਮਿਲਣਾ ਚਾਹੀਦਾ ਆਪਣਾ। ਹਾਂਜੀ ਹਾਂਜੀ, ਸੋ ਕਿਸਾਨਾਂ ਨੂੰ ਹੱਕ ਮਿਲਣਾ ਚਾਹੀਦਾ। ਹਰ ਆਵਾਮ ਦੀ ਆਵਾਜ਼ ਹੈ। ਇੱਥੇ ਸੜਕਾਂ ਦੇ ਕੰਢੇ ਤੁਰੇ ਜਾਂਦੇ ਜਿਹੜੇ ਰਾਹੀ ਆ, ਉਹਨਾਂ ਦੇ ਦਿਲਾਂ ਦੇ ਵਿੱਚ ਵੀ ਇਹੀ ਆਵਾਜ਼ ਹੈ। ਇਸ ਵੇਲੇ ਆਪਾਂ ਇੱਕ ਝਾਤ ਮਾਰ ਸਕਦੇ ਹਾਂ ਸਾਰੇ ਪਾਸੇ। ਇਹ ਮੌਲਾਂ ਦੇ ਵਿੱਚ ਵੀ ਸਿੰਘ ਕਿੱਦਾਂ ਡਟੇ ਹੋਏ ਨੇ, ਇਹ ਸਾਡੇ ਸਾਰੇ ਸਾਹਮਣੇ ਹੈ। ਸੋ ਬਿਲਕੁਲ ਹਜ਼ੂਰ ਸਾਹਿਬ ਤੋਂ ਦੇਖੋ ਗੱਡੀਆਂ ਆਈਆਂ ਨੇ, ਐਂਬੂਲੈਂਸ ਆਈ ਹੋਈ ਹੈ, ਮੈਡੀਕਲ ਕੈਂਪ, ਲੰਗਰ ਕੈਂਪ, ਪੂਰੀ ਮਰਿਆਦਾ ਦੇ ਨਾਲ ਪੂਰਾ ਸਵੇਰੇ ਪਾਠ ਹੁੰਦਾ ਇੱਥੇ, ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ, ਉਸ ਦੇ ਬਾਅਦ ਮਹਾਰਾਜ ਨੂੰ ਭੋਗ ਲੱਗ ਕੇ ਲੰਗਰ ਸ਼ੁਰੂ ਹੁੰਦਾ। ਅੱਛਾ ਜੀ। ਪੂਰੇ ਲੰਗਰ ਸਿੰਘ ਪੂਰੇ ਨਿਤਨੇ ਵੀ ਸੱਜਣ ਹੈਗੇ ਆਪਣੇ, ਪੂਰਾ ਬਾਣੀ ਪੜ੍ਹਦੇ ਹੋਏ ਲੰਗਰ ਬਣਦਾ ਤਿਆਰ ਹੁੰਦਾ ਹੈ। ਬਿਲਕੁਲ ਵੇਖੋ ਜੀ, ਆ ਸਥਾਨ ਤੇ ਆਪਾਂ ਪਹੁੰਚ ਗਏ ਆ, ਤਖਤ ਸ੍ਰੀ ਹਜ਼ੂਰ ਸਾਹਿਬ ਅਪਚਲ ਨਗਰ ਨੰਦੇੜ। ਸੋ ਵੇਖੋ ਜਥੇ ਸਿੰਘ ਸਾਹਿਬ, ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ, ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਿੰਦਰ ਸਿੰਘ ਜੀ। ਸੋ ਇਹ ਸਾਰੇ ਉੱਥੋਂ ਦੇ ਜਥੇਦਾਰ ਸਾਹਿਬਾਨ, ਸੇਵਾਦਾਰ ਸਾਹਿਬਾਨ, ਸਾਰੇ ਐਂਬੂਲੈਂਸਾਂ ਆਈਆਂ ਹੋਈਆਂ ਨੇ। ਅੱਗੇ ਲੰਗਰ ਜਿਹੜੇ ਨੇ ਉਹਨਾਂ ਦੀ ਇੱਥੇ ਪਹਿਰੇ ਨੇ। ਸੋ ਇਧਰ ਪਿਛਲੇ ਪਾਸੇ ਲੰਗਰ ਤਿਆਰ ਹੋ ਰਹੇ ਨੇ। ਸੋ ਦੇਖੋ ਹਜ਼ਾਰਾਂ ਕਿਲੋਮੀਟਰਾਂ ਤੋਂ ਆ ਕਰਕੇ ਸੋ ਇਧਰ ਇਸ ਵਕਤ ਤਿਆਰੀਆਂ ਚੱਲ ਰਹੀਆਂ ਨੇ ਲੰਗਰਾਂ ਦੀਆਂ। ਸੋ ਵੇਖੋ ਇਹ ਲੰਗਰ ਆ 50 ਬੰਦਿਆਂ ਦੀ ਟੀਮ ਹੈ ਜੀ। ਹਾਂਜੀ, 50 ਬੰਦਿਆਂ ਦੀ ਟੀਮ, 50 ਬੰਦਿਆਂ ਦੀ ਟੀਮ ਆ ਜੀ ਜਿਹੜੀ ਲੰਗਰ ਤਿਆਰ ਕਰਦੀ ਹੈ। ਸੋ ਇੱਥੇ ਵੇਖੋ ਤਿਆਰੀਆਂ ਚੱਲਦੀਆਂ ਪਈਆਂ ਨੇ, ਆਟਾ ਗੁੱਝ ਰਹੇ ਨੇ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸੋਗੇ ਕਿਦਾਂ ਟੀਮ ਕੰਮ ਕਰਦੀ ਪਈ ਹੈ ਤੇ ਕਿਵੇਂ ਚੜ੍ਹਦੀ ਕਲਾ ਹੋ ਰਹੀ ਜੀ ਇੱਥੇ? ਇਹ ਜੀ ਹਜ਼ੂਰ ਸਾਹਿਬ ਸੱਚਖੰਡ ਬੋਰਡ ਵੱਲੋਂ ਜਿਹੜੇ ਕਿਸਾਨ ਮੋਰਚਾ ਲਾਇਆ ਇੱਥੇ, ਜਿਹੜੇ ਭਾਰਤ ਸਰਕਾਰ ਨੇ ਜਿਹੜੇ 3 ਕਾਨੂੰਨ, ਜਿਹੜੇ ਕਾਲੇ ਕਾਨੂੰਨ ਆਪਣੇ ਕਿਸਾਨਾਂ ਤੇ ਲਾਏ ਨੇ, ਇਹਨਾਂ ਵਾਸਤੇ ਜਿੱਥੇ ਮੋਰਚਾ ਲੱਗਿਆ ਕਿਸਾਨਾਂ ਦਾ, ਉਹਦੇ ਕਰਕੇ ਹਜ਼ੂਰ ਸਾਹਿਬ ਵੱਲੋਂ ਬੋਰਡ ਵੱਲੋਂ 5 ਪਿਆਰੇ ਸਾਹਿਬਾਨ ਸਤ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਤੇ ਮਨਹਾਸ ਭੁਪਿੰਦਰ ਸਿੰਘ ਜੀ ਸਖਤ ਸੱਚਖੰਡ ਹਜ਼ੂਰ ਸਾਹਿਬ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਤੇ ਸਕੱਤਰ ਸਰਦਾਰ ਰਵਿੰਦਰ ਸਿੰਘ ਭਾਈ, ਇਹਨਾਂ ਵੱਲੋਂ ਸਾਡੀ ਟੀਮ ਇੱਥੇ 50 ਬੰਦਿਆਂ ਦੀ ਟੀਮ ਤੇ ਸਾਡੇ 2 ਐਂਬੂਲੈਂਸ ਤੇ ਸਾਰਾ ਲੰਗਰ ਦਾ ਸਮਾਨ ਲੈ ਕੇ ਅਸੀਂ ਇੱਥੇ ਪਹੁੰਚੇ ਹਾਂ ਕਿਸਾਨਾਂ ਵਾਸਤੇ। ਅਸੀਂ ਲੰਗਰ ਤਿਆਰ ਕਰਕੇ ਆਪਣੇ ਕਿਸਾਨਾਂ ਨੂੰ ਲੰਗਰ ਛਕਾ ਰਹੇ ਨੇ। ਅਸੀਂ ਇੱਥੋਂ 8 ਤਾਰੀਖ ਦੇ ਨੰਦੇੜ ਤੋਂ ਤੁਰੇ ਹਜ਼ੂਰ ਸਾਹਿਬੋਂ, ਇੱਥੇ ਅਸੀਂ 10 ਤਾਰੀਖ ਦਾ ਲੰਗਰ ਚਾਲੂ ਕੀਤਾ। ਜੇ ਲੰਗਰ ਜਦੋਂ ਤੱਕ ਕਿਸਾਨ ਮੋਰਚਾ ਇੱਥੇ ਲੱਗਾ ਰਹੂਗਾ, ਸਾਡੇ ਬੋਰਡ ਵੱਲੋਂ ਹਜ਼ੂਰ ਸਾਹਿਬ ਵੱਲੋਂ ਇੱਥੇ ਲੰਗਰ ਚੱਲਦਾ ਰਹੂਗਾ। ਜਿੰਨਾ ਚਿਰ ਵੀ ਅਸੀਂ ਇੱਥੇ ਮੋਰਚਾ ਰਹੂਗਾ ਉਸ ਵੇਲੇ ਇੱਥੇ ਰਹਾਂਗੇ ਅਸੀਂ। ਤੇ ਸਾਡੇ ਮੈਡੀਕਲ ਦਾ ਕੈਂਪ ਵੀ ਲਾਇਆ ਗਿਆ, ਸਾਡੇ ਡਾਕਟਰ ਸਾਹਿਬ ਵੀ ਹਜ਼ੂਰ ਸਾਹਿਬ ਤੋਂ ਆਏ ਨੇ। ਇਹ ਸਾਡੇ ਵੱਲੋਂ ਇੱਕ ਕਿਸਾਨਾਂ ਵੱਲ ਇੱਕ ਸਾਡਾ ਸਪੋਰਟ ਹੈਗਾ। ਸੋ ਬਿਲਕੁਲ ਇਹ ਸਪੋਰਟ ਜਿਹੜੀ ਹੈ ਸਾਰਾ ਪੰਥ ਇਸ ਵਕਤ ਸਪੋਰਟ ਕਰਦਾ ਪਿਆ। ਵੇਖੋ ਤਖਤ ਸਾਹਿਬਾਨਾਂ ਤੋਂ ਸੇਵਾਵਾਂ ਆ ਗਈਆਂ, ਕਿੰਨੀ ਵੱਡੀ ਗੱਲ ਹੈ। ਵੇਖੋ ਕਰੀਬ 2000 ਕਿਲੋਮੀਟਰ ਹੋਏਗਾ ਜੀ। ਹਾਂ ਜੀ, 1500 ਕਿਲੋਮੀਟਰ 1500 ਕਿਲੋਮੀਟਰ ਤੋਂ ਇਹ ਵੇਖੋ ਸੇਵਾ ਆਈ ਹੈ ਤੇ ਮੋਰਚੇ ਤੇ ਸਾਰੇ ਸੇਵਾਦਾਰ ਤੇ ਸਿੰਘ ਡਟੇ ਹੋਏ ਨੇ। ਸੋ ਹਰ ਪਾਸੇ ਆਪਾਂ ਦੇਖ ਸਕਦੇ ਹਾਂ ਕਿ ਬੜੀ ਭਾਵਨਾ ਦੇ ਨਾਲ, ਬੜੀ ਸ਼ਿੱਦਤ ਦੇ ਨਾਲ, ਬੜੇ ਸਤਿਕਾਰ ਦੇ ਨਾਲ ਇਹ ਸੇਵਾਵਾਂ ਜਿਹੜੀਆਂ ਹੋ ਰਹੀਆਂ ਨੇ। ਸੋ ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਉਸ ਦਰ ਤੋਂ ਆਇਆ ਜਿੱਥੇ ਹਜ਼ੂਰ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਉਸ ਅਸਥਾਨ ਤੋਂ, ਉਸ ਪਵਿੱਤਰ ਅਸਥਾਨ ਤੋਂ ਇਹ ਸਾਡੇ ਵਾਸਤੇ ਲੰਗਰ ਆਏ ਨੇ। ਉੱਥੋਂ ਮਹਾਂਪੁਰਖਾਂ ਦੀਆਂ ਸੀਸਾਂ ਆਈਆਂ ਨੇ, ਸਿੰਘ ਸਾਹਿਬਾਨਾਂ ਦੀਆਂ ਸੀਸਾਂ ਪ੍ਰਾਪਤ ਹੋ ਰਹੀਆਂ ਨੇ ਤੇ ਚੜ੍ਹਦੀ ਕਲਾ ਹੋ ਰਹੀ ਹੈ ਜੀ। ਸੋ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਦੁਆਬੇ ਵਾਲੇ ਵੀਰ ਵੀ ਆਏ ਡਟੇ ਨੇ। ਸੋ ਦੁਆਬਾ ਅੱਜ ਮੈਂ ਸਮਝਦਾ ਪੁੱਲ ਦੁਨੀਆ ਦੇ ਵਿੱਚ ਇਸ ਵਕਤ ਦੁਆਬਾ ਵਾਲੇ ਵੀਰ ਪਹੁੰਚੇ ਹੋਏ ਨੇ। ਇਧਰ ਲੰਗਰ ਚੱਲਦੇ ਪਏ ਨੇ, ਸੁਲਤਾਨਪੁਰ ਲੋਧੀ ਤੋਂ ਆਏ ਹੋਏ ਨੇ ਵੀਰ। तो आपका नाम जी?
मेरा नाम रियाज अहमद हो गया। अच्छा जी, कहाँ से आप रहने वाले? हम तो बिहार के रहने वाले हैं। अच्छा, तो अभी यहाँ पे रहते हैं दिल्ली में? अभी दिल्ली में रहते हैं। अच्छा, तो ये जो किसानों का जो संघर्ष चल रहा है, क्या कहना चाहेंगे इसके बारे में? ये संघर्ष तो बहुत बढ़िया है, लेकिन सरकार को इसको मानना चाहिए, ये किसानों के हित में है। लेकिन अब सरकार क्यों नहीं सोचती है इसके बारे में, तो सरकार समझे। तो आम पब्लिक की क्या राय है, जो क्योंकि काफी लाखों की तादाद में लोग पहुंचे हुए हैं यहाँ पे? लाखों की तादाद में तो है, हम तो लगभग 7 किलोमीटर हम भी इस जाम में फंसे हुए थे। अब देखे हैं, बहुत व्यवस्था बढ़िया है। अब ये जिंदगी में पहली बार ऐसा प्रोटेस्ट देखे हैं। तो बिल्कुल जिंदगी पहली बार इन्होंने इदां दा प्रोटेस्ट देखा। तो इत्थे आपां देख सकते हैं कि देखो जवानी लंगर तैयार करती पई आ। सो वेखो सारे नौजवान वीर लगे हुए ने। सुल्तानपुर लोधी तो ये सेवा आई हुई है जी। सो गल करते हैं वीरां दे नाल। वाहिगुरू जी का खालसा, वाहिगुरू जी की फतेह। हाँ जी वीर जी, किहड़े नगर तो आज? ਸਾਡਾ ਪਿੰਡ ਹੈਗਾ ਇਬਣ ਜੀ, ਜ਼ਿਲ੍ਹਾ ਕਪੂਰਥਲਾ ਆ ਤੇ ਆ ਭਰਾ ਸਾਡੇ ਨਾਲ ਆਏ ਆ ਸੁਲਤਾਨਪੁਰ ਲੋਧੀ ਤੋਂ ਜੀ। ਠੀਕ ਹੈ ਜੀ। ਹਾਂਜੀ, ਤੇ ਫਿਰ ਲੰਗਰ ਪ੍ਰਸ਼ਾਦੇ ਆਪਣੇ ਤਿਆਰ ਕਰਦੇ ਨਾਲ? ਹਾਂਜੀ, ਆਪਣਾ ਲੰਗਰ ਪਾਣੀ ਪ੍ਰਸ਼ਾਦਾ ਤਿਆਰ ਕਰਦੇ ਆ ਜੀ। ਆਉਂਦੀ ਜਾਂਦੀ ਸੰਗਤ ਛਕਦੀ ਆ, ਨਾਲ ਲਾਗੇ ਛਾਗੇ ਟਰਾਲੀਆਂ ਵਾਲੇ ਵੀ ਆਣ ਕੇ ਸੇਵਾ ਕਰਾਉਂਦੇ ਆ ਤੇ ਲੰਗਰ ਲਾਈਦਾ ਇੱਥੇ ਸ਼ਾਮਾਂ ਤੱਕ ਜੀ। ਠੀਕ ਹੈ ਜੀ। ਤੇ ਤੁਹਾਡਾ ਨਗਰ? ਸਾਡਾ ਇੱਕੋ ਹੀ ਨਗਰ ਹੈ, ਇਬਣੀ ਆ ਜੀ, ਜ਼ਿਲ੍ਹਾ ਕਪੂਰਥਲਾ। ਹਾਂਜੀ, ਸੋ ਇਬਣ ਤੋਂ ਨਗਰ ਤੋਂ ਆਏ ਆ। ਸੋ ਆ ਚਾਹ ਮੱਠੀਆਂ ਦਾ ਲੰਗਰ ਵੀ? ਚਾਹ ਦੇ ਨਾਲ ਜੀ ਮੱਠੀਆਂ ਆ, ਬੇਸਣ ਦਾ ਆ, ਜਿਹਦਾ 10 ਕੁਆਂਟਲ ਬੇਸਣ ਲਿਆਂਦਾ। ਆ ਵੇਖੋ ਜੀ, ਇੱਧਰ ਮੈਂ ਕੈਮਰੇ ਦੀ ਨਿਗਾਹ ਨਾਲ ਚਾਹਾਂਗਾ ਵੀ ਤੁਸੀਂ ਆ ਤੱਕੋ, ਇਹ 10 ਕੁਆਂਟਲ ਬੇਸਣ ਜਿਹੜਾ ਵਾ ਆਇਆ ਹੋਇਆ। ਸੋ ਗੁਰੂ ਨਾਨਕ ਦੇ ਭੰਡਾਰੇ ਖੁੱਲੇ ਨੇ ਜੀ ਜੀ। ਬਾਬੇ ਨਾਨਕ ਦੀ ਬੜੀ ਕਿਰਪਾ, ਮੈਂ ਸਮਝਦਾ ਪੂਰੀ ਸਿੱਖ ਕੌਮ ਦੇ। ਸੁਲਤਾਨਪੁਰ ਲੋਧੀ ਤੋਂ ਹੋਰ ਨੇੜਲੇ ਇਲਾਕਿਆਂ ਤੋਂ, ਇਬਣ ਤੋਂ ਇਹ ਵੀਰ ਆਏ ਬੈਠੇ ਨੇ ਤੇ ਸੇਵਾਵਾਂ ਕਰਦੇ ਪਏ ਨੇ ਬੜੇ ਪਿਆਰ ਦੇ ਨਾਲ। ਸਭ ਤੋਂ ਵੱਡੀ ਗੱਲ ਹੁੰਦੀ ਹੈ, ਵੇਖੋ ਜਿਹੜਾ ਸਾਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ਹੈ ਨਾ, ਕਿ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਜੋ ਸੇਵਾਵਾਂ ਕਰਨੀਆਂ। ਸੋ ਵੇਖੋ ਇੱਥੇ ਸੇਵਾਵਾਂ ਦਾ ਤਾਂ ਅੰਤ ਹੀ ਕੋਈ ਨਹੀਂ ਆ। ਆ ਵੇਖੋ ਆ ਜਰਾਬਾਂ ਦੇ ਜੋੜੇ ਵੰਡਣ ਨੂੰ ਸਿੰਘ ਆ ਗਏ ਨੇ। ਹਾਂ, ਸੋ ਇੱਥੇ ਕੋਈ ਅੰਤ ਹੀ ਨਹੀਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਵੇਖੋ ਵੀਰ ਗਰਮ ਜਰਾਬਾਂ ਵੰਡਦੇ ਪਏ ਨੇ। ਇਨਰ ਸੀਗੇ, ਜਰਾਬਾਂ ਸੀਗੀਆਂ ਜੀ। ਹਾਂਜੀ, ਇਨਰ ਤੇ ਜਰਾਬਾਂ ਲੈ ਕੇ। ਇਨਰ ਤੇ ਜਰਾਬਾਂ ਜੀ। ਕਿੱਥੋਂ ਆਏ ਜੀ ਤੁਸੀਂ? ਲੁਧਿਆਣਾ ਜੀ, ਸੋਹਲੀ। ਸੋ ਵੇਖੋ ਜੀ, ਹਰ ਜਿਹੜਾ ਇਲਾਕਾ ਵਾ, ਹੁਣ ਲੁਧਿਆਣੇ ਦੀ ਖਾਸੀਅਤ ਆ ਹੌਜਰੀ, ਤੇ ਸਾਡੇ ਵੀਰ ਉੱਥੋਂ ਇਨਰ ਤੇ ਜਰਾਬਾਂ ਲੈ ਆਏ। ਵੇਖੋ, ਕਿਉਂਕਿ ਠੰਡ ਦੇ ਵਿੱਚ ਵੀਰ ਬੈਠੇ। ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ ਜੀ, ਇਹ ਸੰਘਰਸ਼ ਹੈ ਸਾਡਾ ਸਾਰਿਆਂ ਦਾ। ਇਹਦੇ ਵਿੱਚ ਜਿੰਨਾ ਯੋਗਦਾਨ ਦੇਈਏ ਉਹਨਾਂ ਥੋੜਾ ਵਾ ਜੀ। ਠੀਕ ਹੈ ਜੀ, ਸਾਨੂੰ ਵੱਧ ਤੋਂ ਵੱਧ ਚੜ ਕੇ ਸੰਯੋਗ ਦੇਣਾ ਚਾਹੀਦਾ ਜੀ, ਕਿਉਂਕਿ ਜਿਹੜੇ ਕਿਸਾਨ ਵੀਰ ਸਾਡੇ ਇੱਥੇ ਬੈਠੇ ਨੇ ਉਹ ਵੀ ਸਾਡੇ ਆਪਣੇ ਹੋਂਦ ਲਈ ਬੈਠੇ ਨੇ ਜੀ। ਅਸੀਂ ਉਹਨਾਂ ਦਾ ਸਹਿਯੋਗ ਵੱਧ ਤੋਂ ਵੱਧ ਦੇਵਾਂਗੇ ਵੀਰ ਜੀ। ਸੋ ਬਿਲਕੁਲ ਵੇਖੋ ਜੀ, ਬੜੀਆਂ ਨਿੱਘੀਆਂ ਜਰਾਬਾਂ ਨੇ। ਸੋ ਵੇਖੋ, ਇਹ ਬਹੁਤ ਵਧੀਆ ਐਕਸਕਲੂਸਿਵ ਸੌਕਸ ਆ। ਸੋ ਬੜੀਆਂ ਵਧੀਆ ਸੌਕਸ ਲੈ ਕੇ, ਤੇ ਕਿਉਂਕਿ ਠੰਡ ਦੇ ਵਿੱਚ ਜਿਹੜੇ ਵੀਰ ਡਟੇ ਨੇ। ਸੋ ਇਹ ਸਾਰੀ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਨਾ, ਸਾਡੀ ਸਪਲਾਈ ਲਾਈਨ ਆ। ਕਿਉਂਕਿ ਜਦੋਂ ਫੌਜ ਮੋਰਚੇ ਤੇ ਲੜਦੀ ਹੁੰਦੀ, ਉਹਨੂੰ ਸਾਰਾ ਕੁਝ ਚਾਹੀਦਾ ਹੁੰਦਾ। ਇਹ ਸਾਡਾ ਉਹਦਾ ਹਿੱਸਾ ਆ। ਕਿਉਂਕਿ ਜਿਹੜੇ ਸਿੰਘ ਅੱਗੇ ਮੋਰਚਿਆਂ ਤੇ ਡਟੇ, ਠੰਡ ਵੀ ਬੜੀ ਆ। ਰਾਤਾਂ ਨੂੰ ਇੱਥੇ ਟੈਂਪਰੇਚਰ ਜਿਹੜਾ 2-3 ਡਿਗਰੀ ਤੱਕ ਪਹੁੰਚਣ ਲੱਗ ਪਿਆ। ਇਸ ਵਕਤ ਵੀ ਠੰਡੀ ਹਵਾ ਚੱਲਦੀ ਪਈ ਹੈ। ਤੇ ਮੈਂ ਸਮਝਦਾ ਇਹ ਬੜੀ ਵਧੀਆ ਗੱਲ ਆ। ਲੁਧਿਆਣੇ ਤੋਂ ਵੀਰ ਜਿਹੜੇ ਨੇ ਆ ਕੇ ਸੇਵਾ ਕਰਦੇ ਪਏ ਨੇ। ਸੋ ਇੱਧਰ ਦੁਆਬੇ ਵਾਲੇ ਵੀਰ ਨੇ, ਇੱਧਰ ਲੁਧਿਆਣੇ ਤੋਂ ਵੀਰ ਆਏ ਬੈਠੇ ਨੇ। ਸੋ ਇਸ ਵਕਤ ਇਦਾਂ ਮਾਹੌਲ ਲੱਗਦਾ ਪਿਆ ਜਿਵੇਂ ਕੋਈ ਮੇਲਾ ਭਰਿਆ ਹੋਏ। ਸੋ ਹੌਲੀ 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 ਪੰਜਾਬ ਤੋਂ ਵੀ ਟਰਾਲੀਆਂ ਜਿਹੜੀਆਂ ਨੇ ਹੋਰ ਆਈ ਜਾ ਰਹੀਆਂ ਨੇ। ਤੇ ਇੱਥੇ ਜਿਹੜੀ ਭਾਵਨਾ ਹੈ, ਚਾਹੇ ਉਹਦੇ ਵਿੱਚ ਰੋਸ ਹੈ, ਪਰ ਇੱਕ ਚੜ੍ਹਦੀ ਕਲਾ ਸਾਨੂੰ ਨਜ਼ਰ ਆਏਗੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਜਿਹੜੀ ਆ, ਅੱਜ ਇੱਥੇ ਆਣ ਕੇ ਆਪਣਾ ਹੱਕ ਮੰਗਦੀ ਪਈ ਹੈ। ਤੇ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਇਹ ਹੱਕ ਦੇਣਾ ਚਾਹੀਦਾ। ਜਿੰਦਾਬਾਦ ਜਿੰਦਾਬਾਦ। ਮੋਦੀ ਮਰ ਗਿਆ, ਮੋਦੀ ਮਰ ਗਿਆ, ਮੋਦੀ ਮਰ ਗਿਆ। ਤੁੱਕੀ ਤਿੱਕੀ ਚੱਕ ਦਿਆਂਗੇ, ਤੁੱਕੀ ਤਿੱਕੀ ਚੱਕ ਦਿਆਂਗੇ। ਕਿਸਾਨ ਯੂਨੀਅਨ, ਕਿਸਾਨ ਯੂਨੀਅਨ, ਕਿਸਾਨ ਯੂਨੀਅਨ। ਬੈਠੋ।
ਸੋ ਇਹ ਪ੍ਰਾਹੁਣੇ ਆਏ ਨੇ ਜੀ ਪੰਜਾਬ ਤੋਂ, ਸ਼ੰਭੂ ਬਾਰਡਰ ਤੇ। ਕਿਹੜਾ ਨਗਰ ਹੈ ਜੀ? ਚੱਕ ਬੂੜ ਵਾਲਾ ਪਿੰਡ ਹੈ ਜੀ ਸਾਡਾ। ਕਿਹੜਾ ਜ਼ਿਲ੍ਹਾ? ਫਾਜ਼ਿਲਕਾ। ਫਾਜ਼ਿਲਕਾ ਜ਼ਿਲ੍ਹੇ ਤੋਂ। ਵੇਖੋ ਗੱਡੀ ਦੇ ਉੱਤੇ ਬੈਠੇ ਨੇ ਸੱਜ ਕੇ, ਕਹਿੰਦੇ ਕਿੰਨੇ? ਹਾਂਜੀ, ਕਿੰਨੇ ਸੋਹਣੇ ਆ ਗਏ ਮੋਦੀ ਦੇ ਪ੍ਰਾਹੁਣੇ ਆ ਗਏ। ਕਿੰਨੇ ਸੋਹਣੇ ਸੋਹਣੇ ਆ ਗਏ ਹੈ। ਸੋ ਵੇਖੋ ਪੰਜਾਬ ਤੋਂ ਇਹ ਆਏ ਹੋਏ ਨੇ ਵੀਰ, ਤੇ ਸੰਘਰਸ਼ ਬੜੇ ਜੋਬਨ ਤੇ ਇਸ ਵੇਲੇ ਚੱਲਦਾ ਪਿਆ। ਆਪਾਂ ਦੇਖ ਸਕਦੇ ਹਰ ਪਾਸੇ ਜਿੱਥੇ ਚਾਲ ਪਹਿਲ ਹੈ। ਕੀ ਕਹਿਣਾ ਚਾਹੁੰਦੇ ਆ ਸੰਘਰਸ਼ ਦੇ ਬਾਰੇ? ਸੰਘਰਸ਼ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਮੋਦੀ ਨੇ 3 ਕਾਲੇ ਕਾਨੂੰਨ ਪਾਸ ਕੀਤੇ ਨੇ, ਇਹ ਬਹੁਤ ਹੀ ਮਾਰੂ ਨੇ। ਇਸ ਕਰਕੇ ਪੂਰਾ ਪੰਜਾਬ, ਪੂਰਾ ਦੇਸ਼ ਹੀ ਅੱਜ ਇਹਦੇ ਖਿਲਾਫ ਖੜਾ ਹੋ ਗਿਆ ਜੀ। ਤੇ ਉਹਨੂੰ ਬਿੱਲ ਵਾਪਸ ਲੈਣੇ ਹੀ ਪੈਣਗੇ। ਜਿਵੇਂ ਮਰਜ਼ੀ ਕਰਾਈਏ, ਅਸੀਂ ਬਿੱਲ ਰੱਦ ਕਰਾਏ ਤੋਂ ਬਿਨਾਂ ਵਾਪਸ ਨਹੀਂ ਜਾਵਾਂਗੇ। ਅਸੀਂ ਘਰੇ ਕਹਿ ਕੇ ਆਏ ਹਾਂ ਜੀ, ਜਿੰਨੀ ਦੇਰ ਬਿੱਲ ਵਾਪਸ ਨਹੀਂ ਕਰਦਾ ਅਸੀਂ ਘਰ ਨਹੀਂ ਜਾਵਾਂਗੇ। ਸੋ ਇਹ ਕਾਨੂੰਨ ਵਾਪਸ ਕਰਾਉਣ ਦੇ ਵਾਸਤੇ ਸਾਰੇ ਆਏ ਨੇ। ਸੋ ਇੱਥੇ ਟ੍ਰੈਫਿਕ ਵੀ ਬੜੇ ਵਧੀਆ ਢੰਗ ਨਾਲ ਮੈਨੇਜ ਹੋ ਰਹੀ ਆ। ਆਪਾਂ ਦੇਖ ਸਕਦੇ ਹਾਂ ਪਿੱਛੇ ਕੈਮਰੇ ਦੀ ਨਿਗਾਹ ਦੇ ਨਾਲ ਕਿ ਇੱਕੋ ਲਾਈਨ ਦੇ ਵਿੱਚ ਸਾਰੀ ਟ੍ਰੈਫਿਕ ਚੱਲਦੀ ਪਈ ਆ। ਸੋ ਇੱਥੋਂ ਅਜੇ ਅੱਗੇ ਕਾਫੀ ਦੂਰ ਹੈ ਸਾਡਾ ਜਿਹੜਾ ਮੇਨ ਮੋਰਚਾ ਲੱਗਾ ਹੋਇਆ। ਸੋ ਇੱਥੋਂ ਦਾ ਸਾਰਾ ਹਾਲ ਤੁਹਾਡੇ ਨਾਲ ਸਾਂਝਾ ਕਰਦੇ ਪਏ ਆ। ਪਿਛਲੇ ਪਾਸੇ ਨਿਹੰਗ ਸਿੰਘ ਸੱਜੇ ਹੋਏ ਨੇ। ਸੋ ਸੋ ਸਿੰਘਾਂ ਦੇ ਜਕਾਰੇ, ਇਹ ਸਾਡੇ ਸਾਂਝ ਹੈ, ਇੱਕ ਨਿਖੜਵੀਂ ਸਾਂਝ। ਪੰਜਾਬ ਦੇ ਸਾਰੇ ਰੰਗ ਸਾਨੂੰ ਇਸ ਸੰਘਰਸ਼ 'ਚ ਪ੍ਰਾਪਤ ਹੋ ਰਹੇ ਨੇ ਤੇ ਉਹਦੇ ਨਾਲ ਅਸੀਂ ਤੁਹਾਨੂੰ ਜੋੜਨਾ ਕਰਾਂਗੇ। ਬਾਬਾ ਨਾਨਕ ਆ ਗਿਆ ਜੀ ਇੱਥੇ ਖੁਦ। ਸੋ ਦਲ ਪੰਥ ਪਹੁੰਚੇ ਹੋਏ ਨੇ। ਸ਼੍ਰੀ ਗੁਰੂ ਨਾਨਕ ਪੰਥ ਅਕਾਲੀ ਗੁਰੂ ਨਾਨਕ ਦਲ ਮੜੀਆਂ ਵਾਲਾ ਬਟਾਲਾ ਤੋਂ, ਜਿਸ ਦਿਨ ਰਵਾਨਗੀ ਹੋਈ ਸੀ, ਉਹ ਵੀ ਸਾਰਾ ਹਾਲ ਅਸੀਂ ਆਪ ਸੰਗਤਾਂ ਨੂੰ ਸਾਰੇ ਦਰਸ਼ਨ ਦਿਦਾਰੇ ਕਰਵਾਏ ਸਨ। ਸੋ ਇਸ ਵਕਤ ਬਾਬਾ ਜੀ ਮਾਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਸੋ ਬਾਬਾ ਜੀ, ਕਾਫੀ ਦਿਨਾਂ ਤੋਂ ਇੱਥੇ ਸੰਘਰਸ਼ ਜੋ ਹੈ ਉਹ ਚੱਲ ਰਿਹਾ ਤੇ ਆਪ ਜੀ ਵੀ ਹਾਜ਼ਰੀਆਂ ਭਰਦੇ ਪਏ ਹੋ, ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਅਸੀਂ ਉਸ ਤਰ੍ਹਾਂ ਦੇ ਜਿਹੜਾ ਵਿਚਰਦੇ ਹਾਂ ਦੇਸ਼ ਵਿੱਚ, ਧਾਰਮਿਕ ਸਥਾਨਾਂ ਤੇ ਜਾਂਦੇ ਆਉਂਦੇ ਹਾਂ, ਪਰ ਹੁਣ ਜਿਹੜਾ ਇੱਥੇ ਅਸੀਂ ਆਏ ਹਾਂ ਦਿੱਲੀ, ਹੁਣ ਅਸੀਂ ਆਪਣਾ ਇਹ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਉਹਦੇ ਬਾਰੇ ਜਿਹੜਾ ਕੋਈ ਸਰਕਾਰ ਨੇ ਆਰਡੀਨੈਂਸ ਜਾਰੀ ਕੀਤੇ ਨੇ, ਉਹ ਕਿਸਾਨ ਵੀਰ ਕਹਿੰਦੇ ਨੇ ਸਾਡੇ ਹਿੱਤਾਂ ਵਿੱਚ ਨਹੀਂ, ਤੇ ਉਹਦੇ ਵਿਰੋਧ ਵਿੱਚ ਹੀ ਕਿਸਾਨਾਂ ਦਾ ਇਹ ਮੋਰਚਾ ਹੈ। ਅਸੀਂ ਵੀ ਜਿਹੜੇ ਆਏ ਹਾਂ, ਅਸੀਂ ਵੀ ਆਪ ਖੁਦ ਵੀ ਕਿਸਾਨ ਹਾਂ ਤੇ ਨਾਲ ਕਿਸਾਨ ਵੀਰਾਂ ਦਾ ਸਾਥ ਦੇਣ ਲਈ। ਬਾਕੀ ਸਾਡਾ ਕੋਈ ਵੱਖਰਾ ਪ੍ਰੋਗਰਾਮ ਨਹੀਂ। ਸਾਡਾ ਜੋ ਵੀ ਪ੍ਰੋਗਰਾਮ ਹੈ, ਜੋ ਵੀ ਕਿਸਾਨ ਆਗੂ ਨੇ ਜਥੇਬੰਦੀਆਂ ਦੇ, ਉਹਨਾਂ ਦਾ ਜੋ ਜਿਵੇਂ ਵੀ ਸਰਕਾਰ ਨਾਲ ਕੋਈ ਤਾਲਮੇਲ ਦੀ ਗੱਲ ਬਣਦੀ ਹੈ, ਉਹ ਉਹਨਾਂ ਦੇ ਜ਼ਿੰਮੇ ਹੀ ਹੈ। ਅਸੀਂ ਪਾਠ ਪੂਜਾ ਨਿਤਨੇਮ ਕਰਦੇ ਹਾਂ ਤੇ ਬਾਕੀ ਸਾਰਾ ਪ੍ਰੋਗਰਾਮ ਉਹਨਾਂ ਤੇ ਨਿਰਭਰ ਰੱਖਿਆ। ਜਿਹੜੀ ਵੀ ਕੋਈ ਸਰਕਾਰ ਨਾਲ ਗੱਲਬਾਤ ਕਰਨੀ ਹੈ ਕਰਨ, ਤੇ ਉਹਨਾਂ ਦੇ ਨਾਲ ਅਸੀਂ ਵੀ ਇੱਥੇ ਬੈਠੇ ਹਾਂ ਬਸ। ਹਾਂਜੀ, ਹਾਂ। ਸੋ ਨਿਹੰਗ ਸਿੰਘ ਫੌਜਾਂ ਵੀ ਮੋਰਚਿਆਂ ਤੇ ਬੈਠੀਆਂ ਹੋਈਆਂ ਨੇ, ਕਿਉਂਕਿ ਇੱਕ ਮੋਰਲ ਸਪੋਰਟ ਤੇ ਇੱਕ ਚੜ੍ਹਦੀ ਕਲਾ। ਕਿਉਂਕਿ ਜਿੱਥੇ ਬਾਣੀ ਦਾ ਪਹਿਰਾ ਹੋਊਗਾ, ਗੁਰੂ ਕੇ ਲਾਡਲੀਆਂ ਫੌਜਾਂ ਦੇ ਪਹਿਰੇ ਹੋਣਗੇ, ਤੇ ਉੱਥੇ ਸ਼ਹੀਦਾਂ ਸਿੰਘਾਂ ਦੀਆਂ ਖੇਡਾਂ ਵਰਤਦੀਆਂ ਨੇ। ਸੋ ਬਾਬਾ ਜੀ, ਕੁਝ ਚੜ੍ਹਦੀ ਕਲਾ ਦੇ ਬਚਨ ਥੋੜੇ ਜਿਹੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪ ਜੀ ਨੂੰ ਸਰਵਣ ਕਰ ਰਹੀਆਂ ਨੇ। ਹਾਂਜੀ, ਸੋ ਅਸੀਂ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੁੰਦੇ ਹੋਏ, ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਫੌਜ ਹੁੰਦੇ ਹੋਏ, ਸਾਰੇ ਸਰਬੱਤ ਦਾ ਭਲਾ ਦੀ ਰੋਜ਼ ਦੋਨੋਂ ਟਾਈਮ ਅਰਦਾਸ ਕਰਨੇ ਆ। ਵਿਸ਼ਵ ਵਿੱਚ ਵੀ ਸੁੱਖ ਸ਼ਾਂਤੀ ਦੀ ਕਾਮਨਾ ਕਰਦੇ ਹਾਂ ਅਤੇ ਆਪਣੇ ਦੇਸ਼ ਲਈ, ਜਿਹਦੇ ਲਈ ਬੜੀਆਂ ਘਾਲਣਾ ਘਾਲਦੇ ਰਹੇ ਹਾਂ। 100 ਸਾਲ ਖਾਲਸਾ ਪੰਥ ਘੋੜਿਆਂ ਦੀਆਂ ਕਾਠੀਆਂ ਤੇ ਰਿਹਾ, ਦੇਸ਼ ਦੀ ਆਜ਼ਾਦੀ ਵਾਸਤੇ, ਦੇਸ਼ ਦੇ ਸਾਰੇ ਚੜ੍ਹਦੀ ਕਲਾ ਵਾਸਤੇ। ਹੁਣ ਵੀ ਸਾਡਾ ਸਾਰਾ ਇਹੋ ਹੀ ਪ੍ਰੋਗਰਾਮ ਹੈ। ਸਾਡਾ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੋਈ ਨਹੀਂ ਕਿ ਕਿਸਾਨੀ ਸੰਘਰਸ਼ ਵਿੱਚ ਕੋਈ ਹੋਰ ਦੂਜੀ ਤੀਜੀ ਗੱਲ ਕਰੀਏ, ਨਹੀਂ। ਬਿਲਕੁਲ ਜਿਹੜਾ ਇਹ ਕਿਸਾਨ ਵੀਰਾਂ ਦਾ ਮੋਰਚਾ ਹੈ ਭਾਰਤ ਲੈਵਲ 'ਤੇ, ਉਹਦੇ ਨਾਲ ਹੀ ਅਸੀਂ ਸੰਬੰਧਿਤ ਹਾਂ। ਇੱਥੇ ਪਾਠ ਪੂਜਾ ਵੀ ਕਰਨੇ ਆ, ਅਰਦਾਸ ਵੀ ਸਤ ਪਰਮੇਸ਼ਰ ਅੱਗੇ ਕਰਨੇ ਆ ਕਿ ਮਹਾਰਾਜ ਕਿਰਪਾ ਕਰੋ ਤੇ ਦੇਸ਼ ਵਿੱਚ ਅਮਨ ਅਮਾਨ ਹੋਵੇ, ਤੇ ਕਿਸਾਨ ਵੀਰਾਂ ਦੀਆਂ ਵੀ ਜਿਹੜੀਆਂ ਕੋਈ ਜਾਇਜ਼ ਮੰਗਾਂ ਨੇ ਉਹ ਸਰਕਾਰ ਮੰਨੇ। ਸੋ ਸਾਡਾ ਸੰਕਲਪ ਤੇ ਇੱਥੋਂ ਤੱਕ ਹੀ ਹੈ। ਇਸੇ ਸੰਕਲਪ ਵਿੱਚ ਹੀ ਅਸੀਂ ਇੱਥੇ ਦਿੱਲੀ ਪਹੁੰਚੇ ਹਾਂ। ਬਾਕੀ ਅਸੀਂ ਧਾਰਮਿਕ ਜੋੜ ਮੇਲਿਆਂ ਤੇ ਜਾਂਦੇ ਹਾਂ, ਉਹ ਸਾਡਾ ਜਿਹੜਾ ਚੱਲਦਾ ਨੇਤਾ ਪ੍ਰਤੀ ਪ੍ਰੋਗਰਾਮ ਉਹ ਤਾਂ ਹੈ ਹੀ ਹੈ। ਸੋ ਇਹਦੇ ਵਿੱਚ ਜਿਹੜਾ ਵੀ ਕਿਸਾਨਾਂ ਦਾ ਕੋਈ ਮਤਾਲਬਾ ਜਾਂ ਮੰਗਾਂ ਨੇ, ਉਹਦੇ ਨਾਲ
ਉਹ ਅਸੀਂ ਉਹਨਾਂ ਨੂੰ ਹੀ ਅੱਗੇ ਰੱਖਿਆ ਵੀ ਤੁਸੀਂ ਸਾਰੀ ਗੱਲਬਾਤ ਕਰਨੀ ਹੈ। ਜੀ ਜੀ ਹਾਂਜੀ। ਸੋ ਨਿਹੰਗ ਸਿੰਘ ਕਿਸਾਨ ਜਥੇਬੰਦੀਆਂ ਦੇ ਨਾਲ ਖੜੇ ਨੇ ਤੇ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਇਹ ਜੋ ਮਾਲ ਹੈ ਉਹਦੇ ਸਾਹਮਣੇ ਪੂਰੀ ਛਾਉਣੀ ਤੇ ਮਹਾਰਾਜ ਦੇ ਪ੍ਰਕਾਸ਼ ਨੇ, ਮਹਾਰਾਜ ਦੀ ਪਾਲਕੀ ਸਾਹਿਬ ਵਾਲੀ ਜਿਹੜੀ ਗੱਡੀ ਜਿਹੜੀ ਵਿਸ਼ੇਸ਼ ਰੂਪ ਵਿੱਚ ਸੱਜੀ ਹੁੰਦੀ ਹੈ। ਸੋ ਇੱਥੇ ਹੀ ਦੀਵਾਨ ਸੱਜਦੇ ਨੇ। ਸੋ ਸਾਰਾ ਪਹਿਰਾ ਇੱਥੇ ਚੱਲਦਾ ਪਿਆ। ਸੋ ਨਿਹੰਗ ਸਿੰਘ ਫੌਜਾਂ ਤਾਂ ਸਦਾ ਹੀ ਚੱਕਰਵਰਤੀ ਵਿਚਰਦੀਆਂ ਨੇ ਤੇ ਇੱਥੇ ਵੀ ਡਟੀਆਂ ਹੋਈਆਂ ਨੇ। ਸੋ ਇੱਥੇ ਜਿੱਥੇ ਐਡੇ ਵੱਡੇ ਵੱਡੇ ਮਾਲ ਤੇ ਉੱਥੇ ਨਿਹੰਗ ਸਿੰਘਾਂ ਨੇ ਜਿੱਥੇ ਆਪਣੇ ਆਸਣ ਜਮਾਏ ਹੋਏ ਨੇ, ਇੱਦਾਂ ਖੁੱਲ੍ਹੇ ਦੇ ਵਿੱਚ ਪਾਈਪਾਂ ਲਾ ਕੇ ਤੇ ਇਸ਼ਨਾਨ ਪਾਣੀ ਜਿਹੜਾ ਵਾ ਉਹ ਇੱਥੋਂ ਸਾਰੇ ਨੌਜਵਾਨ ਬਜ਼ੁਰਗ ਸਾਰੇ ਸਿੰਘ ਇੱਥੇ ਕਰਦੇ ਨੇ। ਇੱਥੇ ਹੀ ਕੱਪੜੇ ਧੋਣ ਦਾ ਵੀ ਆਪਣੇ ਨਾਲ ਹੀ ਬਸਤਰ ਵਗੈਰਾ ਧੋਣ ਦਾ ਸਾਰਾ ਕਾਰ ਵਿਹਾਰ ਜਿਹੜਾ ਇਹ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇੱਥੇ ਸੜਕਾਂ ਦੇ ਉੱਤੇ ਇਹ ਸਭ ਕੁਝ ਬੜੇ ਮੈਦਾਨ ਇੱਥੇ ਕਰਨ ਨੂੰ ਮਜਬੂਰ ਹੈ ਇੱਕ ਪੰਜਾਬ ਦਾ ਕਿਸਾਨ। ਸੋ ਇਹ ਵੀ ਇੱਕ ਮੈਂ ਸਮਝਦਾ ਤਰਾਸਦੀ ਹੈ ਸਾਡੀ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਕਿਉਂਕਿ ਨਹਾਉਣ ਧੋਣ ਦੇ ਪ੍ਰਬੰਧ ਵੀ ਇੱਥੇ ਕੋਈ ਐਸੇ ਮੌਜੂਦ ਨਹੀਂ ਕਿ ਜਿਨ੍ਹਾਂ ਦੇ ਵਿੱਚ ਆਪਾਂ ਦੇਖ ਸਕੀਏ। ਸੋ ਇਸ ਢੰਗ ਦੇ ਨਾਲ ਇੱਥੇ ਇਸ਼ਨਾਨ ਪਾਣੀ ਕਰਕੇ ਤੇ ਆਪਣੇ ਦਿਨਚਰਿਆ ਜਿਹੜੀ ਹੈ ਉਹਨੂੰ ਬਤੀਤ ਕਰਦੇ ਹੋਏ ਨੌਜਵਾਨ। ਸੋ ਸੰਘਰਸ਼ ਜਿਹੜਾ ਹੈ ਉਹਦੀ ਜਿਹੜੀ ਗਰਮੀ ਆ ਉਹਨੂੰ ਨਹੀਂ ਘਟਣ ਦੇਣਾ, ਚਾਹੇ ਜਿਸ ਢੰਗ ਦੇ ਨਾਲ ਵੀ ਹੋਏ। ਸੋ ਇਸ ਸੰਘਰਸ਼ ਦੇ ਵਿੱਚ ਸਾਰੇ ਡਟੇ ਹੋਏ ਨੇ। ਜਿਵੇਂ ਦਾ ਵੀ ਹਾਲਾਤ ਨੇ, ਜਿਵੇਂ ਦਾ ਵੀ ਮਾਹੌਲ ਹੈ, ਉਹਦੇ ਵਿੱਚ ਆਪਣੇ ਆਪ ਨੂੰ ਰਾਜ਼ੀ ਕਰਕੇ ਇਹ ਇੱਥੇ ਡਟੇ ਹੋਏ ਨੇ। ਕੀ ਬਜ਼ੁਰਗ ਤੇ ਕੀ ਨੌਜਵਾਨ ਸਾਰੇ ਇਹਨਾਂ ਹਾਲਾਤਾਂ ਦੇ ਵਿੱਚ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਡਟੇ ਹੋਏ ਨੇ। ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ। ਸੋ ਇਹ ਦਿੱਲੀ ਦੇ ਬਾਰਡਰ ਦੇ ਉੱਤੇ ਵੀ ਪੰਜਾਬ ਵਸਾ ਦਿੱਤਾ। ਵੇਖੋ ਜਿੱਧਰ ਨੂੰ ਵੀ ਨਿਗਾਹ ਮਾਰਾਂਗੇ ਸਾਨੂੰ ਪੰਜਾਬ ਹੀ ਨਜ਼ਰ ਆਉਂਦਾ। ਇਸ ਪਾਸੇ ਚਾਹੇ ਦੇਖ ਲਈਏ ਕੋਈ ਗੱਡੀਆਂ ਦੇ ਵਿੱਚ ਆ ਰਿਹਾ, ਕੋਈ ਕਾਰਾਂ ਦੇ ਵਿੱਚ ਆ ਰਿਹਾ, ਟਰੈਕਟਰ ਟਰਾਲੀਆਂ ਆ ਰਹੀਆਂ ਨੇ। ਸੋ ਸਾਰਾ ਪੰਜਾਬ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਦਿੱਲੀ ਦੇ ਬਾਰਡਰ ਦੇ ਉੱਤੇ ਆ ਕੇ ਡਟਿਆ ਹੋਇਆ। ਹਰ ਪਾਸੇ ਜਿੱਧਰ ਨੂੰ ਵੀ ਆਪਾਂ ਚੱਲ ਪਾਵਾਂਗੇ, ਚਾਹੇ ਸੱਜੇ ਚੱਲ ਜਾਈਏ ਚਾਹੇ ਖੱਬੇ ਚੱਲ ਜਾਈਏ। ਸੋ ਹਰ ਪਾਸੇ ਹੀ ਪੱਕੇ ਹੀ ਮੋਰਚੇ ਗੱਡੇ ਹੋਏ ਨੇ। ਸੋ ਇੱਧਰ ਵੀ ਲੰਗਰ ਤਿਆਰ ਹੋ ਰਹੇ ਨੇ। ਸੋ ਬੇਅੰਤ ਲੰਗਰ ਸੇਵਾਵਾਂ ਸਾਰੇ ਹੀ ਮਹਾਂਪੁਰਖਾਂ ਵੱਲੋਂ ਚੱਲਦੀਆਂ ਪਈਆਂ ਨੇ। ਹਰ ਪਾਸੇ ਵੱਡੇ ਪੱਧਰ ਦੇ ਉੱਤੇ ਇਹ ਸੇਵਾਵਾਂ ਚੱਲਦੀਆਂ ਪਈਆਂ ਨੇ। ਸੋ ਟਰੈਕਟਰਾਂ ਦੇ ਉੱਤੇ ਵੀ ਤਰਪਾਲਾਂ ਪਾਤੀਆਂ, ਪਤਾ ਵਾ ਵੀ ਹੁਣ ਮੋਰਚੇ ਲੰਬੇ ਚੱਲਣੇ ਨੇ। ਸੋ ਇੱਥੇ ਹਰ ਪੱਖ ਤੋਂ ਅਸੀਂ ਦੇਖ ਸਕਦੇ ਹਾਂ ਕਿ ਪੰਜਾਬੀ ਡਟੇ ਹੋਏ ਨੇ ਤੇ ਡਟ ਕੇ ਨਿੱਠ ਕੇ ਬੈਠੇ ਨੇ ਕਿ ਅਸੀਂ ਹਰ ਹਾਲਾਤ ਦਾ ਮੁਕਾਬਲਾ, ਹਰ ਹਾਲਾਤ ਦਾ ਸਾਹਮਣਾ ਕਰਨ ਨੂੰ ਤਿਆਰ ਬੈਠੇ ਹਾਂ। ਸੋ ਇਹ ਕਿਸਾਨ ਮੋਰਚਾ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਚਾਹੇ ਸੱਜੇ ਵੇਖ ਲਈਏ ਚਾਹੇ ਖੱਬੇ ਵੇਖ ਲਈਏ, ਸੇਵਾਵਾਂ ਵੀ ਚੱਲ ਰਹੀਆਂ ਨੇ ਤੇ ਕਿਤੇ ਚਾਹ ਦਾ ਲੰਗਰ ਹੈ, ਕਿਤੇ ਲੰਗਰ ਪ੍ਰਸ਼ਾਦਾ ਚੱਲ ਰਿਹਾ ਤੇ ਸੋ ਇਹ ਸਾਰੇ ਸਿੰਘ ਡਟੇ ਹੋਏ ਨੇ ਜੀ। ਇੱਧਰ ਬਦਾਮਾਂ ਵਾਲਾ ਦੁੱਧ ਜਿਹੜਾ ਵਾ ਉਹ ਵਰਤਾਇਆ ਜਾ ਰਿਹਾ। ਸੋ ਆਪਾਂ ਦੇਖ ਸਕਦੇ ਹਾਂ ਕਿ ਹਰ ਪੱਖ ਤੋਂ ਇਹ ਸੇਵਾਵਾਂ ਚੱਲਦੀਆਂ ਪਈਆਂ ਨੇ। ਸੋ ਦੁੱਧ ਦੀ ਸੇਵਾ ਚੱਲਦੀ ਪਈ ਹੈ ਜੀ। ਸੋ ਇੱਥੇ ਆਪਾਂ ਤੱਕ ਸਕਦੇ ਹਾਂ ਕਿ ਦੁੱਧ ਗਰਮ ਕਰਕੇ ਲਓ ਵਾਹਿਗੁਰੂ ਲਓ। ਸੋ ਦੁੱਧ ਬਦਾਮਾਂ ਵਾਲਾ ਛਕਾਇਆ ਜਾ ਰਿਹਾ ਜੀ। ਸੋ ਹਾਂਜੀ, ਸੋ ਦੇਖੋ ਇਹ ਸਾਰਾ ਹੀ
लो शादी लो हाँ जी बेटा, कहाँ से आए आप? अटेरना गांव से। कहाँ से? अटेरना गांव से। अटेरना गांव से। तो कैसा लग रहा है यहाँ पे जो पंजाब से किसान आए हुए हैं? बढ़िया लगा हुआ है। बड़ा लगा। तो आपकी भी खूब सेवा कर रहे हैं? हाँ जी। कोई रोकता तो नहीं आपको कुछ खाने पीने से? तो देखो ये सारे ही छोटे छोटे बच्चे जड़े ने ये सब इत्थे आके नानक तनिके संग साथ वड्डियों से क्या रीस जिथे नीच संभालियन तिथे नदर तेरी बख्शीश। सो इत्थे हर किसी नूं देखो सेवा की जा रही है। बदामा वाला दुध छकाया जा रहा जी। तो ਵੀਰ ਜੀ ਕਿੱਥੋਂ ਕਿਹੜੇ ਨਗਰ ਤੋਂ ਆਏ ਆਪ ਜੀ? ਬਿਆਸ ਤੋਂ ਵੀਰ ਜੀ। ਬਿਆਸ ਤੋਂ? ਹਾਂਜੀ। ਤੇ ਕਿੰਨੇ ਤੋਂ ਇੱਥੇ ਮੋਰਚਾ ਲਾਇਆ ਜੀ? ਇੱਥੇ ਜੀ 20 ਦਿਨ ਹੋ ਗਏ ਹਨ। 20 ਦਿਨ ਹੋ ਗਏ? ਹਾਂਜੀ। ਸਾਡੇ ਤੋਂ ਪਹਿਲੋਂ 22 ਸੀ ਇੱਥੇ ਕੁਛ ਲੁਧਿਆਣੇ ਤੋਂ ਹੀ ਅੱਧੀ ਸੇਵਾ ਨਾਲ ਲੋ ਹੀ ਅੱਧੇ ਵੀਰ ਬੜੈਚਾਂ ਤੋਂ ਜਿੱਦਣ ਹੋ ਗਿਆ ਉਸ ਤੋਂ ਬਾਅਦ 2 ਦਿਨ ਸਾਨੂੰ ਹੋ ਗਏ ਸੇਵਾ ਕਰਦੇ। ਅੱਛਾ ਜੀ। 20 ਦਿਨ ਲਗਾਤਾਰ ਹੋ ਗਏ ਤੇ 20 ਦਿਨਾਂ ਤੋਂ ਦੁੱਧ ਬਦਾਮਾਂ ਵਾਲਾ ਦੁੱਧ ਵਰਤਦਾ ਪਿਆ। ਦੇਖੋ ਗੁਰੂ ਸਾਹਿਬ ਦੀ ਮਿਹਰ ਰਹਿਮਤ ਹੈ ਹਰ ਪੱਖ ਤੋਂ ਕਿਸਾਨ ਵੀਰ ਜਿਹੜੇ ਨੇ ਡਟੇ ਹੋਏ ਨੇ। ਸੋ ਇਹ ਸਾਡੀ ਨਾਲ ਹੀ ਇੱਥੋਂ ਟ੍ਰੈਫਿਕ ਵੀ ਬੜੇ ਵਧੀਆ ਢੰਗ ਦੇ ਨਾਲ ਕੰਟਰੋਲਡ ਚੱਲਦੀ ਹੈ। ਸੋ ਕਤਾਰਾਂ ਦੇ ਵਿੱਚ ਅੱਗੇ ਵਧਦੇ ਆ। ਸੋ ਹਰ ਪੱਖ ਤੋਂ ਵੇਖੋ ਇਹ ਜ਼ਿਲ੍ਹਾ ਕਰਨਾਲ ਤੋਂ ਸਾਰਵਜਨਿਕ ਚਿਕਿਤਸਾ ਮਹਾਸੰਘ ਸੋ ਇਹ ਡਾਕਟਰੀ ਸਹਾਇਤਾ ਉਹ ਚੱਲਦੀ ਪਈ ਹੈ। ਸੋ ਦੋਨੋਂ ਪੱਖ ਤੋਂ ਹੀ ਇੱਥੇ ਵੇਖੋ ਟ੍ਰੈਫਿਕ ਬੜੇ ਵਧੀਆ ਢੰਗ ਦੇ ਨਾਲ ਕੰਟਰੋਲ ਹੁੰਦੀ ਹੈ। ਸਾਹਮਣੇ ਪਾਸੇ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਆ ਰਹੀ ਹੈ। ਸੋ ਉਹਨੂੰ ਕੋਈ ਮੁਸ਼ਕਲ ਨਹੀਂ ਹਰ ਪੱਖ ਤੋਂ ਮਤਲਬ ਇੱਕ ਲਾਈਨ ਦੇ ਵਿੱਚ ਚੱਲਦੀ ਪਈ ਹੈ ਟ੍ਰੈਫਿਕ। ਸਾਈਡਾਂ ਤੇ ਜੇ ਹੋਰ ਗੱਡੀਆਂ ਖੜੀਆਂ ਨੇ ਸੋ ਆਪਾਂ ਦੇਖ ਸਕਦੇ ਹਾਂ ਕਿ ਇੱਕ ਬੜੇ ਅਨੁਸ਼ਾਸਨ ਦੇ ਵਿੱਚ ਇਹ ਸਾਰਾ ਸੰਘਰਸ਼ ਚੱਲਦਾ ਪਿਆ। ਸੋ ਨੌਜਵਾਨ ਜੋ ਹਨ ਉਹਨਾਂ ਦੇ ਖਾਸ ਜਜ਼ਬਾ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਹੈ। ਸੋ ਪੰਜਾਬ ਤੋਂ ਆਏ ਹੋਏ ਇਹ ਸਾਰੇ ਨੌਜਵਾਨ ਜਿਹੜੇ ਨੇ ਡਟੇ ਹੋਏ ਨੇ। ਸੋ ਆਪਾਂ ਗੱਲ ਕਰਦੇ ਹਾਂ ਇਹਨਾਂ ਵੀਰਾਂ ਦੇ ਨਾਲ। ਸੋ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਈਆਂ ਜੀ ਫੌਜਾਂ ਜੀ? ਅਸੀਂ ਜੀ ਦਬਾਬੇ ਚੋਂ ਨਵਾਂ ਸ਼ਹਿਰ। ਹਾਂਜੀ। ਅੱਛਾ ਨਵਾਂ ਸ਼ਹਿਰ ਤੋਂ। ਹਾਂਜੀ। ਤੇ ਕਦੋਂ ਦੀਆਂ ਸੰਗਤਾਂ ਆਈਆਂ ਜੀ? ਅਸੀਂ ਜੀ ਰਾਤ ਦੇ ਆਏ ਹੋਏ ਆ। ਅੱਛਾ ਜੀ। ਹਾਂਜੀ। ਤੇ ਕਿਦਾਂ ਦਾ ਮਾਹੌਲ ਇੱਥੋਂ ਦਾ ਲੱਗਿਆ ਜੀ? ਮਾਹੌਲ ਤਾਂ ਇੱਥੇ ਦਾ ਜੀ ਕੰਮ ਖਰਾਬ ਆ। ਸਿਆਣੇ ਬੰਦੇ ਆਪਣੇ ਛੋਟੇ ਛੋਟੇ ਜਵਾਕ ਵਿਚਾਰੇ ਆਪਦਾ ਘਰ-ਬਾਰ ਛੱਡ ਕੇ ਬੈਠੇ ਆ, ਠੰਡ 'ਚ ਬੈਠੇ ਆ। ਤੇ ਮੋਦੀ ਮੰਨਦਾ ਨਹੀਂ। ਮੋਦੀ ਕਾਲੇ ਕਾਨੂੰਨ ਲੈ ਕੇ ਬੈਠਾ। ਉਹਨੇ ਕਾਲੇ ਕਾਨੂੰਨ ਤਿੰਨਾਂ ਜਿਹੜੇ ਬਹੁਤ ਗਲਤ ਕਾਨੂੰਨ ਬਣਾਇਆ। ਇਹ ਰੰਗਜੇਬ ਦੀ ਰੀਸ ਕਰਨ ਲੱਗਿਆ। ਰੰਗਜੇਬ ਨੇ ਆਪਦੇ ਪਿਓ ਨੂੰ ਨਾ ਰੋਟੀ ਨਾ ਚਾਹ ਨਾ ਪਾਣੀ ਦਿੱਤਾ। ਉਹੀ ਆਪਣੇ ਮੋਦੀ ਕਰ ਰਿਹਾ। ਮੋਦੀ ਨੂੰ ਇਹ ਨਹੀਂ ਹੈਗਾ ਵੀ ਇਹ ਛੋਟੇ ਬੱਚੇ ਸਾਡੇ ਬਜ਼ੁਰਗ ਬੈਠੇ ਆ, ਅੰਨਦਾਤਾ ਬੈਠੇ ਆ, ਅਸੀਂ ਇਹਨਾਂ ਕੋਲੋਂ ਰੋਟੀ ਖਾਂਦੇ ਆ। ਮੋਦੀ ਬਹੁਤ ਜ਼ਿਆਦਾ ਕੰਮ ਖਰਾਬ ਕਰ ਰਿਹਾ। ਅਸੀਂ ਕਾਨੂੰਨ ਮਨਾਵਾਂਗੇ। ਕੱਲ ਸਾਡੇ ਬਾਬਾ ਜੀ ਨੇ ਵੀ ਇਹੀ ਦੁੱਖ ਜਾ ਕੇ ਆਪਦੇ ਗੋਲੀ ਮਾਰੀ ਵੀ ਮੋਦੀ ਗਲਤ ਆ। ਇਹੋ ਜਿਹੇ ਰਾਜ 'ਚ ਇਹੋ ਜਿਹੇ ਰਾਜੇ ਦੇ ਕੋਲ ਅਸੀਂ ਰਹਿਣਾ ਨਹੀਂ। ਇਹ ਬਿਲਕੁਲ ਰਾਜਾ ਨਹੀਂ, ਭਿਖਾਰੀ ਆ। ਇਹ ਸਾਰਿਆਂ ਦੇ ਪੈਸੇ ਇਕੱਠੇ ਕਰਕੇ ਆਪਣੇ ਆਪ ਜ਼ਬਤ ਕਰਨੇ ਚਾਹੁੰਦਾ। ਇਹਨੇ ਮੋਦੀ ਨੇ ਇੰਨਾ ਗੰਦ ਪਾਇਆ। ਮੋਦੀ ਕਹਾਂਗੇ ਅਸੀਂ ਪ੍ਰਧਾਨ ਮੰਤਰੀ ਨਹੀਂ ਕਹਾਂਗੇ। ਪ੍ਰਧਾਨ ਮੰਤਰੀ ਉਹ ਹੁੰਦਾ ਇੱਕ ਰਾਜਾ ਬਾਪ ਹੁੰਦਾ ਸਾਰਿਆਂ ਦਾ। ਇਹਨੇ ਇੰਨਾ ਗੰਦ ਪਾਇਆ। ਸਾਰਿਆਂ ਦੇ ਪੈਸੇ ਇਕੱਠੇ ਕਰਕੇ ਆਪ ਰੱਖਣੇ ਚਾਹੁੰਦਾ। ਛੋਟੇ ਛੋਟੇ ਗਰੀਬਾਂ ਨੂੰ ਮਾਰਤਾ। ਪ੍ਰਾਈਵੇਟ ਮੰਡੀਆਂ ਵੀ ਕਰਤੀਆਂ, ਟ੍ਰੇਨਾਂ ਵੀ ਕਰਤੀਆਂ, ਜਹਾਜ਼ ਤੱਕ ਪ੍ਰਾਈਵੇਟ ਕਰਨੇ ਚਾਹੁੰਦਾ। ਸੋ ਬਿਲਕੁਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਿਸਾਨਾਂ ਦੇ ਮਨਾਂ ਦੇ ਵਿੱਚ ਬੜਾ ਰੋਸ ਹੈ ਇਸ ਸਰਕਾਰ ਨੂੰ ਲੈ ਕੇ, ਕਿਉਂਕਿ ਸਰਕਾਰ ਦੇ ਜਿਹੜੇ ਇਹ ਕਾਲੇ ਕਾਨੂੰਨ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ। ਸੋ ਇਹ ਪਿੰਡਾਂ ਤੋਂ ਆਏ ਹੋਏ ਨੌਜਵਾਨ ਜਿਹੜੇ ਨੇ ਇੱਥੇ ਡਟੇ ਹੋਏ ਨੇ। ਸੋ ਕੁਝ ਇਹਨਾਂ ਨਾਲ ਗੱਲਾਂ ਕਰਦੇ ਆ। ਕਿਹੜੇ ਪਿੰਡ ਤੋਂ ਆਏ ਵਾਹਿਗੁਰੂ? ਰਤਨਾਣੀ ਹਾਦੀਵਾਲ ਜੀ। ਅੱਛਾ ਜੀ। ਤੇ ਕਿੰਨੇ ਦਿਨਾਂ ਤੋਂ ਇੱਥੇ ਆਈਆਂ ਫੌਜਾਂ? ਆਈ ਅੱਛਾ ਜੀ। ਤੀਜਾ ਦਿਨ ਆਈ ਸਾਡਾ। ਤੀਸਰਾ ਦਿਨ। ਤੇ ਤਿੰਨਾਂ ਦਿਨਾਂ 'ਚ ਕੀ ਹਾਲ ਚਾਲ ਇੱਥੋਂ ਦਾ ਤੁਹਾਨੂੰ ਨਜ਼ਰ ਆਇਆ ਜੀ? ਹਾਲ ਚਾਲ ਜੀ ਦਿਨ ਪਰ ਦਿਨ ਆਪਣੇ ਕਿਸਾਨ ਵੀਰ ਵੱਧ ਰਹੇ ਆ। ਹਾਂਜੀ। ਸੋ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਆ। ਸੋ ਇਹ ਵੇਖੋ ਲੋ ਜੀ ਝੰਡੇ ਲੈ ਕੇ ਸੋ ਇਹ ਹੀਰਾਂ ਘੱਟ ਕੇ ਚੱਲਦੇ ਹੋਏ ਨੇ। ਸੋ ਕਿਸਾਨ ਯੂਨੀਅਨ
ਦੇ ਝੰਡੇ ਲੈ ਕੇ ਵੀਰ ਸਾਡੇ ਚੱਲਦੇ ਹੋਏ। हाँ थोड़ा सा पकड़ रहे। ਸੋ ਸਿੰਘੂ ਬਾਰਡਰ ਦੇ ਉੱਤੇ ਮੈਂ ਸਮਝਦਾ ਜਿਹੜਾ ਮਾਹੌਲ ਆ ਉਹ ਇਵੇਂ ਭੁਲੇਖਾ ਪਾਉਂਦਾ ਕਿ ਜਿਵੇਂ ਅਸੀਂ ਪੰਜਾਬ ਦੇ ਵਿੱਚ ਵਿਚਰ ਰਹੀ ਹੋਈ ਕਿਸੇ ਜੋੜ ਮੇਲੇ ਤੇ ਪਹੁੰਚੇ ਹੋਈਏ। ਸੋ ਇੱਥੇ ਇੱਕ ਗੱਡੀ ਖੜੀ ਹੈ ਜੀ, ਉਹ ਸਾਨੂੰ ਆਪਣਾ ਹਾਲ ਆਪ ਦੱਸ ਦੇਗੀ ਕਿ ਕਿੰਨੇ ਦਿਨਾਂ ਤੋਂ ਇੱਥੇ ਮੋਰਚਾ ਲੱਗਾ ਹੋਇਆ। ਸੋ ਆਹ ਗੱਡੀ ਜਿਹੜੀ ਹੈ ਸਾਨੂੰ ਆਪ ਹੀ ਦੱਸਦੀ ਪਈ ਹੈ ਕਿ ਕਿੰਨੇ ਦਿਨਾਂ ਤੋਂ ਮੋਰਚਾ ਲੱਗਾ। ਮੈਨੂੰ ਲੱਗਦਾ ਕਿ ਇਹ ਗੱਡੀ ਇੱਥੇ ਪਾਰ ਕਰਕੇ ਕੋਈ ਸਿੰਘ ਜਿਹੜੇ ਨੇ ਉਹ ਅੱਗੇ ਪਿੱਛੇ ਚਲੇ ਗਏ ਨੇ। ਸੋ ਦਿੱਲੀ ਚਲੋ ਦਾ ਨਾਰਾ ਜਿਹੜਾ ਇੱਥੇ ਸਾਨੂੰ ਨਜ਼ਰ ਆ ਰਿਹਾ ਹਰ ਪਾਸੇ। ਸੋ ਇੱਧਰ ਲੰਗਰ ਪ੍ਰਸ਼ਾਦੇ ਚੱਲਦੇ ਪਏ ਨੇ। ਏਡੇ ਏਡੇ ਵੱਡੇ ਮੌਲਾਂ ਨੇ ਤੇ ਏਡੇ ਏਡੀਆਂ ਵੱਡੀਆਂ ਰੈਜ਼ੀਡੈਂਸੀਆਂ ਨੇ। ਇਹ ਸ਼ਾਇਦ ਕਦੀ ਸੋਚਿਆ ਨਹੀਂ ਹੋਣਾ ਕਿ ਇੱਥੇ ਇੱਕ ਐਸਾ ਪੰਜਾਬ ਵੀ ਆਣ ਵਸੂਗਾ। ਸੋ ਇਹਨਾਂ ਹਾਈਵੇ ਦੇ ਉੱਤੇ ਜਿੱਥੇ ਕਿ ਆਮ ਤੌਰ ਤੇ ਜਿਹੜੀ ਗੱਡੀ ਲੰਘਦੀ ਸੀ ਉਹ ਵੀ ਕੋਈ 100 ਕਿਲੋਮੀਟਰ ਤੋਂ ਹਾਈ ਸਪੀਡ ਤੇ ਹੀ ਜਾਂਦੀ ਸੀ, ਕਿਉਂਕਿ ਵੈਸੇ ਤਾਂ 90 ਕਿਲੋਮੀਟਰ ਦੀ ਸਪੀਡ ਲਿਮਿਟ ਹੁੰਦੀ ਹੈ ਇੱਥੇ ਹਾਈਵੇ ਦੇ ਉੱਪਰ, ਪਰ ਫਿਰ ਵੀ ਹਾਈਵੇ ਵੱਡਾ ਹੋਣ ਕਰਕੇ। ਪਰ ਅੱਜ ਇੱਥੇ ਵੇਖੋ ਕਿਸ ਢੰਗ ਦੇ ਨਾਲ ਹਰ ਪੱਖ ਤੋਂ ਜਿਹੜੇ ਕੈਂਪ ਲੱਗੇ ਹੋਏ ਨੇ। ਇੱਧਰ ਆਪਾਂ ਦੇਖ ਸਕਦੇ ਹਾਂ ਇਸ ਪਾਸੇ ਵੀ ਤੇ ਲੋ ਲੰਗਰ ਤਪਦੇ ਰਹਿਣ, ਸਿੰਘ ਗੁਰੂ ਦੇ ਛਕਦੇ ਰਹਿਣ ਤੇ ਗੁਰੂ ਬਾਬੇ ਦੀਆਂ ਮੇਰਾਂ ਜਿਹੜੀਆਂ ਇੱਥੇ ਖੁੱਲੀਆਂ ਚੱਲਦੀਆਂ ਪਈਆਂ ਨੇ। ਇੱਧਰ ਲੰਗਰ ਤਿਆਰ ਹੋ ਰਹੇ ਨੇ, ਖੀਰਾਂ ਤਿਆਰ ਹੋ ਰਹੀਆਂ ਨੇ, ਤਰ੍ਹਾਂ ਤਰ੍ਹਾਂ ਦੇ ਭੋਜਨ ਪਕਵਾਨ ਜਿਹੜੇ ਨੇ ਉਹ ਚੱਲਦੇ ਪਏ ਨੇ। ਸੋ ਵੇਖੋ ਸਾਡੇ ਨੌਜਵਾਨ ਵੀਰ ਜਿਹੜੇ ਨੇ ਉਹ ਪ੍ਰਸ਼ਾਦੇ ਤਿਆਰ ਕਰਦੇ ਹੋਏ। ਸੋ ਇੱਥੇ ਲੰਗਰ ਤਿਆਰ ਹੋ ਰਹੇ ਨੇ ਜੀ। ਪ੍ਰਸ਼ਾਦਿਆਂ ਵਾਲੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਨੇ। ਇੱਧਰ ਹੱਥੀਂ ਵੀ ਸੇਵਾ ਜਿਹੜੀ ਚੱਲਦੀ ਪਈ ਆ। ਸੋ ਮੈਂ ਸਮਝਦਾ ਕਿ ਇਹ ਜਜ਼ਬਾ ਹੀ ਹੈ ਜਿਹੜਾ ਇਹਨਾਂ ਵੀਰਾਂ ਨੂੰ ਇੱਥੇ ਲਿਆ ਕੇ ਬੈਠੇ ਹੋਏ ਨੇ, ਸੱਜੇ ਹੋਏ ਨੇ। ਕਿਉਂਕਿ ਨਹੀਂ ਤੇ ਆਮ ਤੌਰ ਤੇ ਘਰਾਂ 'ਚ ਬੀਬੀਆਂ ਭੈਣਾਂ ਹੀ ਪ੍ਰਸ਼ਾਦੇ ਪਕਾਉਂਦੀਆਂ ਨੇ। ਸੋ ਇੱਥੇ ਆਪ ਡਟੇ ਹੋਏ ਨੇ ਮੋਰਚਿਆਂ ਤੇ। ਸੋ ਜਿਵੇਂ ਦਾ ਹਾਲਾਤ ਹੁੰਦਾ ਪੰਜਾਬੀ ਉਵੇਂ ਦਾ ਆਪਣਾ ਸੁਭਾਅ ਬਣਾ ਲੈਂਦੇ ਨੇ। ਤੇ ਇਹਨਾਂ ਵੀਰਾਂ ਨਾਲ ਗੱਲ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਹਾਂਜੀ, ਕਿਹੜੇ ਨਗਰ ਤੋਂ ਆਈਆਂ ਜੀ ਫੌਜਾਂ? ਇਹ ਦੁਆਬਾ ਏਰੀਆ ਜੀ, ਜ਼ਿਲ੍ਹਾ ਨਵਾਂ ਸ਼ਹਿਰ ਜੀ। ਨਵਾਂ ਸ਼ਹਿਰ ਤੋਂ? ਹਾਂਜੀ। ਤੇ ਲੰਗਰ ਆਪ ਹੀ ਸਿੰਘ ਲੱਗੇ ਨੇ ਜੋਰਾਂ ਤੇ? ਅਸੀਂ ਸੇਵਾ ਤੌਰ ਤੇ ਆਏ ਆ ਇੱਥੇ। ਹਾਂਜੀ ਤੇ ਲੰਗਰ ਦੀ ਸੇਵਾ ਕਰਨ ਲੱਗੇ। ਸੋ ਬਿਲਕੁਲ ਮੈਂ ਸਮਝਦਾ ਕਿ ਜਿਹੜੀ ਸੇਵਾ ਦੀ ਵੀ ਲੋੜ ਹੋਏ, ਗੁਰੂ ਸਾਹਿਬ ਨੇ ਸਾਨੂੰ ਜਿਹੜੀ ਸੇਵਾ ਦਾ ਸੰਕਲਪ ਦਿੱਤਾ ਤੇ ਜਿੱਦਾਂ ਦੀ ਵੀ ਸੇਵਾ ਦੀ ਲੋੜ ਹੋਏ ਸਿੰਘ ਡਟ ਜਾਂਦੇ ਨੇ। ਵੇਖੋ ਮੈਨੂੰ ਲੱਗਦਾ ਘਰਾਂ 'ਚ ਤਾਂ ਸ਼ਾਇਦ ਕਈ ਵਾਰੀ ਪਾਣੀ ਵੀ ਆਪ ਫੜ ਕੇ ਨਹੀਂ ਪੀਂਦੇ, ਇੱਥੇ ਪ੍ਰਸ਼ਾਦੇ ਤਿਆਰ ਕਰਦੇ ਪਏ ਹੋ। ਕੀ ਭਾਵਨਾ ਇਸ ਵੇਲੇ ਦੀ? ਸਾਡੀ ਭਾਵਨਾ ਤਾਂ ਬਹੁਤ ਵਧੀਆ ਜੀ। ਅਸੀਂ ਤਾਂ ਸਾਨੂੰ ਖੁਸ਼ੀ ਹੈ ਜੀ, ਅਸੀਂ ਆਪ ਸੇਵਾ ਕਰ ਰਹੇ ਹਾਂ ਜੀ। ਅੱਛਾ ਜੀ। ਤਾਂ ਬਿਲਕੁਲ ਇਹ ਸਾਰੇ ਨੌਜਵਾਨ ਵੀਰ ਡਟੇ ਹੋਏ ਨੇ, ਸੇਵਾ ਕਰਦੇ ਪਏ ਨੇ, ਆਪ ਪ੍ਰਸ਼ਾਦੇ ਪਕਾ ਰਹੇ ਨੇ। ਤੇ ਇਹ ਜਿਹੜੀ ਮੈਂ ਸਮਝਦਾ ਕਿ ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ। ਪੰਜਾਬ ਵੀ ਵਸਾ ਲਿਆ। ਵੇਖੋ ਲੋ ਲੰਗਰ ਤਪਦੇ ਪਏ ਨੇ। ਕਿ ਸਮਾਂ ਸੀਗਾ ਕਿ ਜੰਗਲਾਂ ਬੇਲਿਆਂ 'ਚ ਇਦਾਂ ਲੰਗਰ ਪ੍ਰਸ਼ਾਦੇ ਤਿਆਰ ਹੁੰਦੇ ਸੀਗੇ ਤੇ ਅੱਜ ਇੱਥੇ ਰੜੇ ਮੈਦਾਨ ਦੇ ਉੱਤੇ ਹਾਈਵੇ ਦੇ ਉੱਤੇ, ਇਹ ਹਾਈਵੇ ਆ ਜੀ ਜਿੱਥੇ ਇਸ ਵਕਤ ਆਪਾਂ ਖੜੇ ਆ। ਇਹ ਮੇਨ ਹਾਈਵੇ ਹੈ ਜਿੱਥੇ 6 ਲੇਨ ਜਿਹੜਾ ਹਾਈਵੇ ਸੀਗਾ ਉਹਦੇ ਉੱਤੇ ਇਸ ਵਕਤ ਆਪਾਂ ਖੜੇ ਹਾਂ, ਜਿੱਥੇ ਕਿ ਲੰਗਰ ਪ੍ਰਸ਼ਾਦੇ ਤਿਆਰ ਹੋ ਰਹੇ ਨੇ। ਇੱਧਰ ਸਬਜ਼ੀਆਂ ਭਾਜੀਆਂ ਕੱਟੀਆਂ ਜਾ ਰਹੀਆਂ ਨੇ, ਤਿਆਰੀ ਹੈ। ਤੇ ਅਗਲੇ ਪਾਸੇ ਜੋ ਹੈ ਉਹ ਲੰਗਰ ਵਰਤਾਏ ਜਾ ਰਹੇ ਨੇ। ਸੋ ਇਹ ਪੰਗਤਾਂ ਸਜੀਆਂ ਹੋਈਆਂ ਨੇ। ਪਹਿਲੇ ਪੰਗਤ ਪਾਛੇ ਸੰਗਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਸਿਧਾਂਤ ਬਖਸ਼ਿਆ ਸੀ। ਤੇ ਮੈਂ ਸਮਝਦਾ ਕਿ ਬਲਵੰਡ ਖੀਤ ਵੀ ਨੇਕ ਜਨ ਜਿਸ ਬਹੁਤੀ ਛੌਪਤ ਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ। ਸੋ ਇੱਥੇ ਸਾਰਾ ਕੁਝ ਹੀ ਗੁਰੂ ਸਾਹਿਬ ਦੀ ਮਿਹਰ ਕਿਰਪਾ ਦੇ ਨਾਲ ਚੱਲਦਾ ਪਿਆ। ਖੀਰਾਂ ਵੀ ਵਰਤਦੀਆਂ ਪਈਆਂ, ਪ੍ਰਸ਼ਾਦੇ, ਸਬਜ਼ੀਆਂ, ਭਾਜੇ ਸਭ
ਮਹਾਰਾਜ ਦੀ ਕਿਰਪਾ ਮਿਹਰ ਹੀ ਆ। ਸੋ ਆਪਾਂ ਹੁਣੇ ਦੇਖਿਆ ਕਿ ਸਿੰਘ ਤਾਜ਼ੇ ਪ੍ਰਸ਼ਾਦੇ ਖੁਦ ਤਿਆਰ ਕਰਕੇ ਛਕਾਉਂਦੇ ਹੋਏ। ਸੋ ਲੱਸੀ ਵੀ ਚੱਲਦੀ ਪਈ ਆ, ਖੀਰਾਂ ਵੀ ਚੱਲਦੀਆਂ ਪਈਆਂ ਨੇ। ਸੋ ਇਹ ਇਸ ਵਕਤ ਸੰਭੂ ਬਾਰਡਰ ਦੇ ਉੱਤੇ ਇੱਥੇ ਦਾ ਸਾਰਾ ਹਾਲ ਅਸੀਂ ਆਪ ਜੀਆਂ ਦੇ ਨਾਲ ਸਾਂਝਾ ਕਰਦੇ ਪਏ ਹਾਂ। ਗੁਰੂ ਸਾਹਿਬ ਜੀ ਦੀ ਮਿਹਰ ਰਹਿਮਤ ਦੇ ਨਾਲ ਮੋਰਚਿਆਂ ਤੇ ਸੰਗਤਾਂ ਡਟੀਆਂ ਨੇ ਤੇ ਸਤਿਗੁਰੂ ਕਿਰਪਾ ਕਰਨ ਫਤਿਹ ਵੀ ਸਤਿਗੁਰਾਂ ਨੇ ਸਾਨੂੰ ਬਖਸ਼ਣੀ ਹੈ। ਸੋ ਇੱਧਰ ਬਰਤਨਾਂ ਦੀ ਸੇਵਾ ਵੀ ਨੌਜਵਾਨ ਆਪ ਕਰਦੇ ਹੋਏ ਆਪਾਂ ਦੇਖ ਸਕਦੇ ਹਾਂ ਕਿ ਨੌਜਵਾਨ ਆਪ ਭਾਂਡੇ ਮਾਂਜਦੇ ਹੋਏ। ਸੋ ਇਹ ਸੇਵਾਵਾਂ ਇੱਧਰ ਦੇਸੀ ਗੀਜ਼ਰ ਦਾ ਵੀ ਜੁਗਾੜ ਕੀਤਾ ਗਿਆ ਪਾਣੀ ਗਰਮ ਕਰਨ ਦੇ ਵਾਸਤੇ। ਇਹਦੇ ਵਿੱਚ ਪਾਥੀਆਂ ਤੇ ਲੱਕੜੀਆਂ ਪਾ ਕੇ ਇਹਨੂੰ ਪਾਣੀ ਨੂੰ ਗਰਮ ਕੀਤਾ ਜਾਂਦਾ। ਸੋ ਇਹ ਇੱਥੇ ਦੇ ਸਾਡੇ ਦੇਸੀ ਗੀਜ਼ਰ ਹੈ, ਇਸ ਪਾਸੇ ਪਾਣੀ ਪਾਓ ਤੇ ਦੂਸਰੇ ਪਾਸਿਓਂ ਜਿਹੜਾ ਵਾ ਉਹ ਗਰਮ ਪਾਣੀ ਨਿਕਲ ਆਉਂਦਾ, ਕਿਉਂਕਿ ਬਰਤਨ ਸਾਫ਼ ਕਰਨ ਦੇ ਵਾਸਤੇ ਇੱਥੇ ਲੋੜ ਹੁੰਦੀ ਹੈ ਗਰਮ ਪਾਣੀ ਦੀ। ਤੇ ਸਾਰੇ ਪ੍ਰਬੰਧ ਜਿਹੜੇ ਨੇ ਇੱਥੇ ਕੀਤੇ ਗਏ ਨੇ, ਜਿਨ੍ਹਾਂ ਨੂੰ ਆਪਾਂ ਜੁਗਾੜ ਵੀ ਕਹਿ ਦਿੰਦੇ ਹਾਂ, ਪਰ ਸਾਡੇ ਜੁਗਾੜ ਵੀ ਕਾਮਯਾਬ ਨੇ ਜਿਹੜੇ ਆਪਾਂ ਇੱਥੇ ਦੇਖ ਸਕਦੇ ਹਾਂ। ਇੱਕ ਬੜੀ ਹੀ ਮੰਦਭਾਗੀ ਘਟਨਾ ਜੋ ਰਾਤ ਇੱਥੇ ਵਾਪਰੀ ਹੈ। ਇੱਕ ਕਰੀਬ 30-35 ਸਾਲ ਦਾ ਨੌਜਵਾਨ ਜਿਹੜਾ ਉਹ ਰਾਤ ਇੱਥੋਂ ਗਿਰ ਗਿਆ ਸੀ ਹੇਠਾਂ ਪਾਣੀ ਦੇ ਵਿੱਚ ਥੱਲੇ। ਸੋ ਇੱਥੇ ਆ ਜਿਹੜਾ ਇਹ ਹੁਣ ਬਾਅਦ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ। ਹਾਂਜੀ ਇਹ ਮੁੜ ਕੇ ਲਾਇਆ ਇੱਥੇ ਗੈਪ ਸੀਗਾ, ਇਹ ਗੈਪ ਸੀਗਾ ਟਰੈਕਟਰਾਂ ਨਾਲ ਬਾਅਦ ਚੋਂ ਆਹ ਪ੍ਰਬੰਧ ਕੀਤਾ ਇਹਨਾਂ ਦਾ। ਆਹ ਜਦੋਂ ਸਾਨੂੰ ਸਵੇਰ ਪਤਾ ਲੱਗਿਆ, ਉਹ ਮੂੰਗਫਲੀ ਵਾਲੇ ਨੇ ਦੱਸਿਆ ਵੀ ਏਦਾਂ ਬੰਦਾ ਗਿਰਿਆ ਪਿਆ ਥੱਲੇ। ਜਦੋਂ ਉਦੋਂ ਬਾਅਦ ਦੇਖਿਆ ਅਸੀਂ, ਇੱਧਰ ਨੂੰ ਉਹਦਾ ਵਿਚਾਰੇ ਦਾ ਸਿਰ ਸੀ, ਉਧਰ ਨੂੰ ਲੱਤਾਂ ਹੀ ਪਾਣੀ ਦੇ ਵਿੱਚ ਗਿਰਿਆ ਪਿਆ ਸੀ। ਉਦੋਂ ਮੁੜ ਕੇ ਉਧਰ ਦੀ ਥੱਲੇ ਦੀ ਗਏ, ਉੱਥੋਂ ਉਹਨੂੰ ਵਿਚਾਰੇ ਨੂੰ ਲੋਈ ਵਿੱਚ ਪਾ ਕੇ ਉੱਪਰ ਲਿਆਂਦਾ ਗਿਆ। ਉਦੋਂ ਮੁੜ ਕੇ ਟਰੈਕਟਰਾਂ ਨਾਲ ਇੱਥੇ ਆਈ, ਆਹ ਚੀਜ਼ ਵੀ ਲਗਾਈ ਗਈ, ਗਾਹਾਂ ਉਹ ਵੀ ਲਗਾਈ ਗਈ ਵੀ ਦੁਬਾਰਾ ਫੇਰ ਹਾਦਸਾ ਕਿਸੇ ਨਾਲ ਨਾ ਹੋ ਸਕੇ। ਜਿੱਦਾਂ ਦਾ ਇਲਾਕਾ ਸਾਡਾ ਫੈਕਸ਼ਨ ਚੱਲੀ ਜਾਂਦਾ, ਉਧਰ ਤੇ ਸਾਰੀ ਲਾਈਟ ਬੰਦ ਹੁੰਦੀ ਹੈ। 2 ਮਿੰਟ ਦੇਖਿਆ ਜੀ, ਹਨੇਰਾ ਹੁੰਦਾ ਇੱਥੇ ਬਿਲਕੁਲ, ਰਾਤ ਲਾਈਟ ਨਹੀਂ ਜਾਂਦੀ। 2 ਬੰਦੇ ਡਿੱਗੇ, ਜਾਣ ਕੇ ਬੰਦ ਕੀਤੀ ਹੈ ਜੀ ਲਾਈਟ ਇਹਨਾਂ ਨੇ। ਹੁਣ ਬਹੁਤ ਅਸੀਂ ਔਖੇ ਆ ਰੋਟੀ ਪਾਣੀ ਬਣਾਉਣ। ਬਹੁਤ ਹੋ ਗਈ ਆ। ਪਹਿਲਾਂ ਸਾਡੇ ਵੇਂਦੇ ਡਿੱਗ ਪਿਆ, ਅਸੀਂ ਰੌਲਾ ਪਾਤਾ ਤੇ ਉਹਦਾ ਕੱਢ ਲਿਆ, ਉਹਦਾ ਕੱਢ ਲਿਆ ਸੀ ਅਸੀਂ। ਉਹ ਜਿਹੜਾ ਬੰਦੇ ਨੇ ਮੈਂ ਰੌਲਾ ਪਾਤਾ ਨਹੀਂ, ਬੰਦਾ ਡਿੱਗ ਪਿਆ, ਉਹ ਫਿਰ ਬਾਹਰ ਕੱਢ ਲਿਆ। ਹਾਂਜੀ ਪਹਿਲਾਂ ਵੀ ਇੱਥੇ ਹਾਂਜੀ ਇਸੇ ਜਗ੍ਹਾ ਡਿੱਗਿਆ। ਉਹ ਤਾਂ ਮੇਰੇ ਵੇਹ ਵੀ ਡਿੱਗਿਆ ਜੀ। ਉਹ ਤਾਂ ਮੈਂ ਰੌਲਾ ਪਾਤਾ, ਉਹ ਬੈਠੇ ਟਰਾਲੇ ਦੇ ਵਿੱਚ, ਫਿਰ ਮੁੰਡੇ ਆਪਣੇ ਆ ਗਏ ਸਾਰੇ ਉੱਠ ਕੇ ਤੇ ਬਾਹਰ ਕੱਢ ਲਿਆ। ਅਸੀਂ ਬੰਦੇ ਨੇ ਜੀ ਸੱਤਰੀ ਆ ਰਿਹਾ ਸੋਨੇ ਬਾਹਰ ਹੀ ਨਹੀਂ ਜਿਹੜੀ ਗੱਲ ਸੀਗੀ ਖੁੱਲਾ ਸੀ ਰਾਤ। ਸੋ ਰਾਤ ਕਿਤੇ ਪਤਾ ਲੱਗਿਆ ਕਿ ਕਰੀਬ 10 ਵਜੇ ਆਪਣੀ ਟਰਾਲੀ ਤੋਂ ਬਾਹਰ ਆਇਆ। ਹੋ ਸਕਦਾ ਇੱਧਰ ਸਾਈਡ ਤੇ ਆ ਕੇ ਕੋਈ ਆਪਣਾ ਪਿਸ਼ਾਬ ਵਗੈਰਹ ਕਰਨ ਜਾਂ ਕਿਸੇ ਕੰਮ ਵਾਸਤੇ ਇੱਧਰ ਨੂੰ ਆਇਆ ਹੋਊਗਾ। ਸੋ ਇੱਥੇ ਖੁੱਲਾ ਹੋਣ ਕਰਕੇ ਦੋ ਪੁਲਾਂ ਦੇ ਵਿੱਚ ਇਹ ਥੋੜੀ ਜਿਹੀ ਜਗ੍ਹਾ ਜਿੱਥੋਂ ਕਿ ਉਹ ਥੱਲੇ ਡਿੱਗ ਗਿਆ। ਸੋ ਜਿਹੜੀ ਇੱਕ ਨੌਜਵਾਨਾਂ ਨੇ ਤੇ ਬਜ਼ੁਰਗਾਂ ਨੇ ਵੀ ਗੱਲ ਕੀਤੀ ਕਿ ਲਾਈਟ ਦਾ ਇੱਥੇ ਪ੍ਰਬੰਧ ਜਿਹੜਾ ਵਾ ਉਹ ਨਹੀਂ ਹੈਗਾ। ਜੇ ਲਾਈਟ ਹੋਏ ਤੇ ਫਿਰ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਕਿਵੇਂ ਹਨੇਰੇ ਦੇ ਵਿੱਚ ਹੋ ਸਕਦਾ ਬੰਦਾ ਵੈਸੇ ਲੱਗੇ ਹੋ ਕੇ ਤੇ ਗਾਹ ਕਦਮ ਰੱਖਿਆ ਹੋਏਗਾ ਤੇ ਅੱਗੇ ਖਾਲੀ ਜਗ੍ਹਾ ਤੇ ਥੱਲੇ ਡੂੰਘਾ, ਕਿੰਨਾ ਕੁ ਡੂੰਘਾ ਉਹ ਆਪਾਂ ਤੁਹਾਨੂੰ ਇਸ ਪਾਸੇ ਦਿਖਾ ਸਕਦੇ ਹਾਂ। ਤੇ ਇੱਕ ਛੋਟੀ ਨਦੀ ਆ ਸਮਝ ਲਈਏ ਕਿ ਇਹਦੇ ਵਿੱਚ ਹੇਠਾਂ ਜਾ ਕੇ ਉਹ ਗਿਰ ਗਿਆ। ਸੋ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਪਾਣੀ ਤਾਂ ਵੈਸੇ ਇਹਦਾ ਸਾਫ਼ ਹੈ, ਪਿੱਛੋਂ ਵਹਿੰਦਾ ਵੀ ਪਿਆ, ਪਰ ਇਹ ਦੋ ਜਿਹੜੇ ਪੁਲ ਵੱਖ-ਵੱਖ ਸਮਿਆਂ ਦੇ ਬਣੇ, ਉਹਦੇ ਵਿਚਕਾਰ ਜਿਹੜੀ ਜਗ੍ਹਾ ਹੈ ਉਹਨੂੰ ਕੋਈ ਸੇਫ ਕਰਨ ਦੇ ਵਾਸਤੇ ਜਾਂ ਉਹਨੂੰ ਸੁਰੱਖਿਅਤ ਕਰਨ ਵਾਸਤੇ ਕੋਈ ਇੰਤਜ਼ਾਮਾਤ ਨਹੀਂ ਇੱਥੇ ਦੇਖਣ ਨੂੰ ਮਿਲ ਰਹੇ। ਤੇ ਖਾਸ ਤੌਰ ਤੇ ਜਿਹੜੀ ਵੱਡੀ ਪ੍ਰੋਬਲਮ ਇੱਥੇ ਆ ਉਹ ਲਾਈਟ ਦੀ ਹੈ ਕਿ ਰਾਤ ਨੂੰ ਲਾਈਟ ਦਾ ਬਿਲਕੁਲ ਪ੍ਰਬੰਧ ਨਹੀਂ ਹੁੰਦਾ, ਜਿਹਦੇ ਕਾਰਨ ਕਿ ਦੱਸਿਆ ਜਾ ਰਿਹਾ ਕਿ ਜਿਹੜੀਆਂ ਲਾਈਟਾਂ ਲੱਗੀਆਂ ਨੇ ਉਹ ਵੀ ਜਗਾਈਆਂ ਨਹੀਂ ਜਾ ਰਹੀਆਂ ਕਿਸਾਨਾਂ ਨੂੰ ਪਰੇਸ਼ਾਨ ਕਰਨ ਦੇ ਵਾਸਤੇ। ਇਹ ਸਰਕਾਰਾਂ ਦੀਆਂ ਬਦਨੀਤੀਆਂ ਆਪਾਂ ਕਹਿ ਸਕੀਏ ਕਿ ਇੱਥੇ ਆਪਾਂ ਦੇਖ ਸਕਦੇ ਕਿ ਲਾਈਟਾਂ ਲੱਗੀਆਂ ਹੋਈਆਂ ਨੇ ਪਰ ਉਹਨਾਂ ਨੂੰ ਜਗਾਇਆ ਨਹੀਂ ਜਾਂਦਾ ਰਾਤ ਨੂੰ, ਜਿਹਦੇ ਕਾਰਨ ਕਿ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਕ ਹੋਰ ਕੀਮਤੀ ਜਾਨ ਜਿਹੜੀ ਇੱਕ ਨੌਜਵਾਨ ਜਿਹੜਾ ਉਹ
ਸੰਗਰੂਰ ਜ਼ਿਲ੍ਹੇ ਦਾ ਦੱਸਿਆ ਜਾਂਦਾ ਕਿ ਉਹ ਨੌਜਵਾਨ ਇੱਥੇ ਆਇਆ ਹੋਇਆ ਸੀ ਜਿਹੜਾ ਕਿ ਰਾਤ ਉਹਦੀ ਮੌਤ ਹੋ ਗਈ। ਸੋ ਇਸ ਸੰਘਰਸ਼ ਦੇ ਲੈ ਕੇ ਇੱਕ ਹੋਰ ਜਾਨ ਜਿਹੜੀ ਹੈ ਉਹ ਲੱਗ ਚੁੱਕੀ ਹੈ। ਸੋ ਇੱਥੇ ਕੱਪੜੇ ਧੋਣ ਦੀ ਵੀ ਫ੍ਰੀ ਸੇਵਾ ਜਿਹੜੀ ਹੈ ਇੱਥੇ ਚੱਲਦੀ ਪਈ ਹੈ। ਅੰਮ੍ਰਿਤਸਰ ਜ਼ਿਲ੍ਹੇ ਤੋਂ ਇਹ ਸਿੰਘ ਸੇਵਾ ਦੇ ਵਿੱਚ ਜਿਹੜੇ ਲੱਗੇ ਹੋਏ ਨੇ, ਇਹ ਵਾਸ਼ਿੰਗ ਮਸ਼ੀਨ ਲਗਾ ਕੇ ਤੇ ਕੱਪੜੇ ਧੋਤੇ ਜਾਂਦੇ ਨੇ। ਤੇ ਨਾਲ ਆਪਾਂ ਇੱਥੇ ਦੇਖ ਸਕਦੇ ਹਾਂ ਪਾਣੀ ਦੀ ਟੈਂਕੀ ਦਾ ਵੀ ਇੰਤਜ਼ਾਮ ਕੀਤਾ ਗਿਆ ਸੋ ਵੀਰ ਜੀ ਕਿੱਥੋਂ ਆਏ ਜੀ ਆਪ ਸੇਵਾ ਕਰਨ ਵਾਸਤੇ? ਸ਼੍ਰੀ ਅੰਮ੍ਰਿਤਸਰ ਤੋਂ ਆਏ ਨੇ। ਅੰਮ੍ਰਿਤਸਰ ਸਾਹਿਬ ਤੋਂ ਆਏ। ਅੱਛਾ ਜੀ, ਤੇ ਕਿਸ ਢੰਗ ਦੇ ਨਾਲ ਇਹ ਸੇਵਾ ਇੱਥੇ ਚੱਲਦੀ ਪਈ, ਥੋੜਾ ਦੱਸੋਗੇ ਇਹਦੇ ਬਾਰੇ? ਹਾਂਜੀ, ਆ ਮਸ਼ੀਨ ਇੱਕ ਲਾਈ ਆ ਚਾਟੀ ਪਿੰਡ ਦੀ ਸੰਗਤ ਆ ਅੱਛਾ ਜੀ, ਤੇ ਨਾਲ ਆ ਸਾਡਾ ਪਿੰਡ ਸੁਲਤਾਨ ਪਿੰਡ। ਅੱਛਾ ਜੀ, ਉਹ ਇੱਕ ਮਸ਼ੀਨ ਲਾਈ ਆ ਤੇ ਸਰ ਨਹੀਂ ਦਿਆ, ਅੱਜ ਫੇਰ ਇੱਕ ਲੈਣ ਗਏ ਆ। ਅੱਛਾ ਜੀ, ਇੱਕ ਮਸ਼ੀਨ ਹੋਰ ਲੈਣ ਗਏ। ਹਾਂਜੀ, ਇੱਕ ਮਸ਼ੀਨ। ਤੇ ਕਿਸ ਢੰਗ ਨਾਲ ਹੁਣ ਜਿੱਦਾਂ ਕੋਈ ਕੱਪੜੇ ਲੈ ਕੇ ਆਉਂਦੇ ਨੇ ਤੇ ਫਿਰ ਉਹ ਇੱਥੇ ਤੁਹਾਨੂੰ ਦੇ ਜਾਂਦੇ ਨੇ, ਕੋਈ ਜਿੱਦਾਂ ਨੰਬਰ ਲੱਗਦੇ ਉਹਦਾ ਜਾਂ ਕਿਵੇਂ, ਕਿਸ ਢੰਗ ਨਾਲ ਤੁਸੀਂ? ਇਦਾਂ ਹੀ ਆ, ਜਿਹੜਾ ਆ ਗਿਆ ਉਹਦੇ ਪਹਿਲਾਂ ਤੋਂ ਹੀ ਜਾਈਦੇ ਆ। ਅੱਛਾ ਜੀ, ਤੇ ਬਜ਼ੁਰਗਾਂ ਦੇ ਸਾਫ਼ ਕਰਕੇ ਤੇ ਜਿੱਦਾਂ ਲਈ ਆਉਂਦੇ ਉਦਾਂ ਨਾਲੇ ਸੁਕਾ ਕੇ ਦੇਈ ਜਾਈਦੇ ਆ। ਅੱਛਾ ਜੀ, ਹਾਂਜੀ। ਸੋ ਇਹ ਡਰਾਇਰ ਵਾਲੀ ਮਸ਼ੀਨ ਹੈ ਜੀ, ਨਾਲੇ ਧੋ ਕੇ ਤੇ ਉਸ ਤੋਂ ਬਾਅਦ ਸੁਕਾ ਕੇ। ਸੋ ਆ ਬਜ਼ੁਰਗ ਸਾਡੇ ਬੈਠੇ ਹੋਏ ਨੇ ਇੱਥੇ ਆ ਕੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜੀ ਸੇਵਾ ਕਰਦੇ ਬਜ਼ੁਰਗਾਂ ਦੀ। ਇਹ ਦੇਖੋ ਜੀ, ਜਿੰਨੀ ਵੀ ਸੇਵਾ ਕਰਦੇ ਬਾਹਰ ਹੀ ਸਤਿਗੁਰ ਦੀ ਨਾਨਕ ਦੀ ਕਿਰਪਾ, ਉਹਦੇ ਅੰਤ ਬੇਅੰਤ ਮਾਇਆ ਜੀ ਉਹਦੀ। ਹਾਂ, ਉਹਦਾ ਲੀਲਾ ਨਿਆਰੀ ਆ ਜੀ। ਸਾਡੇ ਸਾਲ 4 ਸਾਲ ਦਾ ਰਾਸ਼ਨ ਪਿਆ ਜੀ, 3 ਸਾਲ ਦਾ। ਇਹ ਮੋਦੀ ਦਾ ਕਹਿੰਦਾ ਹੁਣ ਵਗ ਜਾ ਕਿਸਾਨ ਐ। ਇੱਕ ਮੈਡਮ ਜੀ ਬੋਲਦੀ ਆ, ਉਹ ਵੀ ਮੂੰਹ ਨਾਲ ਰੂਹ ਉਹਦੀ, ਜੇ ਰੋਹ ਪਵੇ ਫਿਰ ਵੀ ਬੰਦਾ ਕੁਦੋਂ ਹੋਵੇ, ਉਹ ਵੀ ਬੋਲੀ ਜਾਂਦੀ ਹੋਵੇ, ਗਲਤ ਬੋਲੀ ਨੇ। ਮੈਂ ਆ ਵਗ ਜੂ ਐਨਕ ਵਗ ਜਾ, ਸਿੱਖ ਨਹੀਂ ਜਾਂਦੇ ਜੀ। ਗੁਰੂ ਨਾਨਕ ਦੀ ਕਿਰਪਾ ਹੈ ਸਾਡੇ। 3 4 ਸਾਲ ਦਾ ਰਾਸ਼ਨ ਪਿਆ ਸਾਡੇ। ਸਤਿਗੁਰੂ ਨਾਨਕ ਸਾਨੂੰ ਦੇ ਰਿਹਾ ਜੀ, 2 ਰੋਟੀਆਂ ਅਸੀਂ ਖਾ ਲੈਂਦੇ ਆ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਤਿਗੁਰੂ ਨਾਨਕ ਦੇ ਡੋਰੀਆਂ ਸਾਨੂੰ ਉਸੇ ਨੇ ਕਰਨਾ ਸਭ ਕੁਛ ਸਾਡਾ। ਬਿਲਕੁਲ ਸਿਰ ਤੇ ਡੋਰੀਆਂ ਜੀ। ਸੋ ਬਾਬੇ ਨਾਨਕ ਦੇ ਹੱਥ ਡੋਰੀਆਂ ਨੇ, ਪ੍ਰਭ ਡੋਰੀ ਹੱਥ ਤੁਮਾਰੇ। ਸੋ ਇਹ ਡੋਰੀਆਂ ਬਾਬੇ ਨਾਨਕ ਦੇ ਹੱਥ ਨੇ। ਤੇ ਵੇਖੋ ਹਰ ਢੰਗ ਦੀ ਸੇਵਾ ਇੱਥੇ, ਫ੍ਰੀ ਕੱਪੜੇ ਧੋਣ ਦੀ ਸੇਵਾ ਜਿਹੜੀ ਆ ਉਹ ਚੱਲਦੀ ਪਈ ਹੈ ਇੱਥੇ। ਅਸੀਂ ਦੇਖ ਸਕਦੇ ਹਾਂ ਕਿ ਜੋ ਵੀ ਜ਼ਰੂਰਤ ਹੈ ਉਸ ਨੂੰ ਸੇਵਾ ਦੇ ਰੂਪ ਵਿੱਚ ਉਸ ਨੂੰ ਕੀਤਾ ਜਾਂਦਾ ਹੈ। ਤੇ ਬੜੇ ਭਾਵਨਾ ਦੇ ਨਾਲ ਦੇਖੋ, ਇੱਕ ਪਹਿਲਾਂ ਮਸ਼ੀਨ ਲਾਈ ਆ, ਚਾਟੀ ਪਿੰਡ ਤੋਂ ਆ ਕੇ ਸਿੰਘ ਇੱਥੇ ਸੇਵਾ ਕਰਦੇ ਪਏ ਨੇ। ਤੇ ਇੱਕ ਮਸ਼ੀਨ ਦੱਸਦੇ ਪਏ ਨੇ ਕਿ ਅੱਜ ਹੋਰ ਲੈਣ ਗਏ ਨੇ, ਕਿਉਂਕਿ ਵੱਡੇ ਮੋਰਚੇ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਆ ਜਾ ਰਹੀਆਂ ਨੇ। ਤੇ ਹੁਣ ਇਹਦੇ ਪ੍ਰਬੰਧ ਵੀ ਉਸ ਹਿਸਾਬ ਦੇ ਨਾਲ ਲੋੜ ਅਨੁਸਾਰ ਵਧਾਏ ਜਾ ਰਹੇ।